ਤੁਸੀਂ ਉਹਨਾਂ ਦੀ ਵੀ ਕਪੂਰ ਜੀ ਦੀ ਵੀ ਸੰਗਤ ਕੀਤੀ ਹੋਈ ਹੈ, ਤੁਸੀਂ ਸੰਤਾਂ ਦੀ ਵੀ ਸੰਗਤ ਕੀਤੀ ਹੋਈ ਹੈ। ਤੇ ਅੱਜ ਕੱਲ੍ਹ ਦੇ ਜਿਹੜੇ ਸਾਡੇ ਅਹੁਦੇਦਾਰ ਬਣੇ ਬੈਠੇ ਨੇ ਉਹ ਸਿਰਫ ਤੇ ਸਿਰਫ ਪੈਸੇ ਪਿੱਛੇ ਨੇ, ਚਾਹੇ ਕੌਮ ਦਾ ਬੇੜਾ ਡੁੱਬਦਾ ਡੁੱਬੇ, ਤਰਦਾ ਹੈ ਤਰੇ। ਤੇ ਮੈਨੂੰ ਇੱਕ ਚੀਜ਼ ਯਾਦ ਆ ਰਹੀ ਹੈ, ਮੈਨੂੰ ਜ਼ਰੂਰ ਦੱਸਣਾ ਵੀ ਉਹਦੇ ਵਿੱਚ ਕਿੰਨੀ ਕੀ ਸੱਚਾਈ ਸੀ। ਜਦੋਂ ਵੀ ਸੰਤ ਬੈਠਦੇ ਸੀ ਸੰਗਤ ਹਮੇਸ਼ਾ ਥੱਲੇ ਬੈਠਦੀ ਸੀ ਆ ਕੇ। ਤੇ ਜਦੋਂ ਕਪੂਰ ਸਿੰਘ ਮਿਲਣ ਵਾਸਤੇ ਗਏ ਤਾਂ ਉਦੋਂ ਸਰਦਾਰ ਕਪੂਰ ਸਿੰਘ ਨੂੰ ਕੁਰਸੀ ਮੰਗਵਾ ਕੇ ਉੱਥੇ ਬਿਠਾਇਆ ਗਿਆ ਸੀ। ਤੇ ਆਈ ਥਿੰਕ ਸੰਤਾਂ ਨੇ ਉਹਨਾਂ ਨੂੰ ਸ਼ਾਇਦ ਕੁਝ ਪੈਸੇ ਦੀ ਆਫਰ ਦਿੱਤੀ ਸੀ। ਕੀ ਗੱਲ ਸੀ ਉਹ? ਸਰ, ਸਰਦਾਰ ਕਪੂਰ ਸਿੰਘ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸੀ, ਜਗਰਾਮੀ ਰਹਿਣ ਲੱਗ ਗਏ ਸੀ। ਆਖਰੀ ਦੇ ਵਿੱਚ ਆ ਕੇ ਜਗਰਾਮਾ ਉਹਨਾਂ ਦਾ ਪਿੰਡ ਸੀਗਾ, ਉੱਥੇ ਰਹਿਣ ਲੱਗ ਗਏ ਸੀ। ਉੱਥੇ ਮੱਥਾ ਟੇਕਣ ਸੰਤਾਂ ਨੂੰ ਪਤਾ, ਖਬਰ ਪਹੁੰਚ ਗਈ ਵੀ ਸਰਦਾਰ ਕਪੂਰ ਸਿੰਘ ਆਏ ਹੋਏ। ਉਹਨਾਂ ਨੇ ਉਸੇ ਵੇਲੇ ਰਿਸਪੈਕਟ ਨਾਲ ਬੰਦੇ ਭੇਜੇ ਵੀ ਸਰਦਾਰ ਜੀ ਨੂੰ ਲੈ ਕੇ ਆਓ। ਲੈ ਕੇ ਆਏ, ਬਕਾਇਦਾ ਕੁਰਸੀ ਮੰਗਾਈ ਗਈ, ਬਕਾਇਦਾ ਉਹ ਰਿਕਾਰਡਿੰਗ ਹੋਈ। ਉੱਥੇ ਹੈਗਾ ਉਹ ਮਾਈਕ ਰੱਖਿਆ, ਤੁਸੀਂ ਫੋਟੋ ਹੀ ਦੇਖ ਲਓ, ਮਾਈਕ ਰੱਖਿਆ ਹੋਇਆ। ਔਰ ਜਿਹੜੀਆਂ ਗੱਲਾਂ ਦੇਖੋ, ਸੰਤ ਜਰਨੈਲ ਸਿੰਘ ਨਾਲ ਮੇਰੀ ਇਸ ਗੱਲ 'ਤੇ ਕੋਈ ਗੱਲਬਾਤ ਨਹੀਂ ਹੋਈ ਵੀ ਤੁਹਾਡੀ ਸਰਦਾਰ ਜੀ ਨਾਲ ਕੀ ਗੱਲਬਾਤ ਹੋਈ। ਸਰਦਾਰ ਸਾਹਿਬ ਨਾਲ ਮੇਰੀ ਗੱਲ ਹੋਈ ਸੀ, ਕਪੂਰ ਸਿੰਘ। ਹਾਂਜੀ, ਉਹ ਕਹਿੰਦੇ ਜੀ, ਉਹ ਗਾਂ ਗੱਲਾਂ ਚੱਲੀਆਂ ਬਈ। ਮੈਂ ਕਿਹਾ ਜੀ, ਕਹਿੰਦੇ ਹੁਣ ਸਿੱਖ ਕੀ ਕਹਿੰਦੇ ਨੇ? ਮੈਂ ਕਿਹਾ ਜੀ ਹੁਣ ਤਾਂ ਕਈ ਵਾਰੀ ਮੁੰਡੇ ਵਾਲੇ ਖਾਲਿਸਤਾਨ ਦੀਆਂ ਗੱਲਾਂ ਕਰਦੇ, ਉਦੋਂ ਕਿਉਂ ਲੈ ਜਾਓ, ਅੰਗਰੇਜ਼ ਦਿੰਦੇ ਸੀ ਸਾਰੇ। ਮੈਂ ਕਿਹਾ ਫਿਰ ਮੈਂ ਚੁੱਪ ਕਰ ਗਿਆ। ਤੇ ਮੈਂ ਕਹਿੰਦੇ ਜੀ ਇਹਨਾਂ ਨੇ ਆਪ ਹੀ ਸਾਰਾ ਖਰਾਬ ਕਰਵਾਇਆ। ਉਹਨਾਂ ਦੇ ਇਸ਼ਾਰਾ, ਇਹਨਾਂ ਜਿਹੜੀ ਕੰਟਰੋਲਿੰਗ ਲੀਡਰਸ਼ਿਪ ਉਹਦੇ ਵੱਲ ਹੀ ਸੀਗਾ ਜੀ। ਮੈਂ ਕਿਹਾ ਸਰ ਇੱਕੋ ਸੰਤ ਉਹ ਕਹਿੰਦੇ ਨਹੀਂ, ਕਹਿੰਦੇ ਉਹ ਤਾਂ ਇਹਨਾਂ ਨੇ ਆਪ ਮਰਵਾਇਆ, ਕਹਿੰਦੇ ਇਹਨਾਂ ਨੇ ਆਪ। ਮੈਂ ਕਿਹਾ ਜੀ ਨਾਲੇ ਕਹਿੰਦੇ ਉਹ ਭੱਜ ਗਿਆ, ਕਹਿੰਦੇ ਵਿੱਚੋਂ ਨਹੀਂ। ਕਹਿੰਦਾ ਨਾ, ਇਹ ਗੱਲਾਂ ਗੌਰਮੈਂਟ ਕਰਦੀ ਹੈ, ਉਹ ਇਸ ਤਰ੍ਹਾਂ ਨਹੀਂ ਹੋਇਆ। ਪਹਿਲਾਂ ਜਥੇਦਾਰ ਥਾਪੇ ਜਾਂਦੇ ਸੀਗੇ ਸਰਬੱਤ ਖਾਲਸਾ ਸੱਦ ਕੇ। ਹਿੰਮਤ ਹੈ, ਸਾਰੇ ਫੈਸਲੇ ਭਗਵੰਤ ਮਾਨ ਦੇ ਵੀ ਫੈਸਲੇ ਨੂੰ ਵੀ ਅਸੀਂ ਗਲਤ ਕਹਿ ਦਾਂਗੇ। ਸੱਦੋ ਸਰਬੱਤ ਖਾਲਸਾ, ਸਾਰੀਆਂ ਸਿੱਖ ਧਿਰਾਂ ਸੱਦੋ, ਉਹਨਾਂ ਨੂੰ ਕਹੋ ਫੈਸਲਾ ਲੈਣ। ਪਰ ਹਾਂ, ਸਿਆਸੀ ਧਿਰਾਂ ਦੂਰ ਰਹਿਣ, ਬਾਦਲ ਦਲ ਦੂਰ ਰਵੇ, ਤਾਂ ਮੰਨਾਂਗੇ ਫੈਸਲਾ। ਸਿਰ ਮੱਥੇ ਪ੍ਰਵਾਨ ਹੋਏਗਾ, ਬਿਨਾਂ ਕਿਸੇ ਦੇ ਤਲਵੇ ਚੱਟੇ, ਬਿਨਾਂ ਕਿਸੇ ਸਾਹਮਣੇ ਗੋਡੇ ਟੇਕੇ ਫੈਸਲੇ ਲਓ। ਦਿਲੋਂ ਸਤਿਕਾਰ ਦੇ ਨਾਲ ਅਪਣਾਏਗੀ, ਸਾਰੀ ਕੌਮ ਅਪਣਾਏਗੀ। ਪਰ ਹਾਂ, ਆਹ ਜਿਹੜੀਆਂ ਚੀਜ਼ਾਂ ਹੁਣ ਚੱਲ ਰਹੀਆਂ ਨੇ, ਇਹ ਚੀਜ਼ਾਂ ਹਰ ਕਿਸੇ ਨੂੰ ਨਜ਼ਰ ਆ ਰਹੀਆਂ ਨੇ ਵੀ ਤੁਸੀਂ ਥਾਲੀ ਦੇ ਵਿੱਚ ਬੈਂਗਣ ਘਮਾਈ ਜਾਂਦੇ ਹੋ ਤੇ ਉਹ ਥਾਲੀ ਜਿਹਦੀ ਹੈਗੀ ਹੈ ਉਹ ਪਤਾ ਆ ਕਿਹਦੀ ਹੈ। ਹੁਣ ਤੁਸੀਂ ਚੈਨਲਾਂ ਦੇ ਚਾਹੇ ਨਾਮ ਬਦਲ ਲਓ, ਹੁਣ ਚਾਹੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ 26 ਤਰੀਕ ਨੂੰ ਮੀਟਿੰਗ ਦੇ ਵਿੱਚ ਕੀ ਫੈਸਲਾ ਆਉਂਦਾ ਉਹ ਵੀ ਦੁਨੀਆ ਨੂੰ ਦਿਖੀ ਜਾਣਾ। ਪਰ ਮੈਂ ਕੱਲ ਵਾਲੀ ਵੀਡੀਓ 'ਚ ਵੀ ਕਿਹਾ ਸੀ, ਅੱਜ ਵੀ ਕਹਿਣਾ ਹੈ, ਘੁੰਮ ਫਿਰ ਕੇ ਫੈਸਲਾ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ, ਬਾਦਲ ਜਾਂ ਉਹਨਾਂ ਦੇ ਜਿਹੜੇ ਚੈਨਲਸ ਨੇ ਉਸ ਤੋਂ ਬਾਹਰ ਨਹੀਂ ਜਾ ਸਕਦਾ। ਸਿੱਖਾਂ ਨੂੰ ਜੇ ਸਿੱਖ ਧਰਮ ਬਚਾਉਣਾ ਹੈ, ਮੈਂ ਕਹਿੰਦਾ ਸਟਰਕਚਰਲ ਚੇਂਜਸ ਕਰਨੀਆਂ ਪੈਣੀਆਂ ਸਾਨੂੰ ਸਾਰੇ ਸਮੇਂ ਦੇ ਮੁਤਾਬਕ। ਸਾਨੂੰ ਸਮੇਂ ਦਾ ਹਾਣੀ ਹੋਣਾ ਪੈਣਾ ਜੀ। ਇਹ ਹਾਣੀ ਨਹੀਂ ਹੈਗੇ ਸਮੇਂ ਦੇ। ਇਹ ਜੋ ਕਰਦੇ ਨੇ, ਦੇਖੋ ਮੇਰੀ ਗੱਲ, ਤੁਸੀਂ ਹੁਣ ਗੱਲ ਕੀਤੀ ਖਾਲੜੇ ਦੀ ਗੱਲ ਕੀਤੀ, ਖਾਲੜੇ ਦਾ ਮਰਡਰ ਹੋ ਗਿਆ ਜੀ। ਖਾਲੜੇ ਦੇ ਘਰਵਾਲੀ ਦਾ ਬਿਆਨ ਸੁਣ ਲਓ। ਉਹਨੂੰ ਉਹ ਗਈ ਬਾਦਲ ਸਾਹਿਬ ਕੋਲੇ ਵੀ ਮੈਨੂੰ ਇਨਸਾਫ ਦਿਵਾਓ। ਉਹ ਕਹਿੰਦਾ ਬੀਬੀ ਪੁਰਾਣੀ ਗੱਲ ਹੋ ਗਈ, ਛੱਡ ਪਰੇ, ਹੁਣ ਕੀ ਕਰਨਾ। ਜੇ ਤੁਸੀਂ ਇਹੋ ਜਿਹੀਆਂ ਗੱਲਾਂ ਕਰੋਗੇ। ਅੱਛਾ, ਹੋਰ ਦੇਖ ਲਓ, ਭਾਈ ਗੁਰਦੇਵ ਸਿੰਘ ਕੌਂਕੇ ਕਿੱਡਾ ਧਾਰਮਿਕ ਆਦਮੀ ਸੀ, ਉਹ ਮਾਰਿਆ ਗਿਆ, ਰੌਲਾ ਸਿੱਖਾਂ ਨੇ ਪਾਇਆ, ਇੱਕ ਕਮੇਟੀ ਬਣ ਗਈ ਤਿਵਾੜੀ ਦੀ। ਕਮੇਟੀ ਕਾਹਦੀ ਸੀ? ਉਹ ਇੱਕ ਪੁਲਿਸ ਅਫਸਰ ਸੀ ਤਿਵਾੜੀ, ਉਹਨੂੰ ਦੇਤੀ ਗੋਂਗਲਾ ਤੋਂ ਮਿੱਟੀ ਝਾੜਨ ਵਾਸਤੇ। ਹਾਂ, ਉਹਦੀ ਰਿਪੋਰਟ ਖੋਲੀ ਨਹੀਂ ਗਈ ਹੁਣ ਤੱਕ। ਦੱਸੋ ਮੈਨੂੰ, ਤੁਸੀਂ ਕਿਵੇਂ ਆਪਦੀ ਕੌਮ ਨਾਲ ਖੜੇ ਹੋ? ਜਿਹੜਾ ਤੁਹਾਨੂੰ ਦੇਖੋ ਦਰਦ, ਤੁਹਾਡਾ ਦਰਦ, ਮੇਰਾ ਆਪਣਾ ਦਰਦ ਹੋਵੇ, ਫਿਰ ਮੈਂ ਕੌਮ ਦੀ ਅਗਵਾਈ ਕਰਨ ਦੇ ਹੱਕਦਾਰ ਹੈਗਾ। ਜਦੋਂ ਮੈਨੂੰ ਤੁਹਾਡੇ ਦਰਦ ਦੀ ਪਰਵਾਹ ਹੀ ਨਹੀਂ, ਤੁਸੀਂ ਕੁੱਤੇ ਦੀ ਮੌਤ ਮਰੋ, ਚਾਹੇ ਸਾਰੀ ਕੌਮ ਮਰੋ, ਸਾਨੂੰ ਉੱਥੇ ਬੈਠਿਆਂ ਨੂੰ ਨਾ ਛੇੜੋ, ਫਿਰ ਮੈਂ ਕਿਵੇਂ ਕਹਾਂ ਅਸੀਂ ਪੰਥਕ ਹੈ ਜੀ? ਤੁਸੀਂ ਕਿਹੜੇ ਪੰਥ ਦੀ ਗੱਲ ਕਰਦੇ ਹੋ? ਜਿਹੜੇ ਸੰਤ ਜਰਨੈਲ ਸਿੰਘ ਨੂੰ 20 ਸਾਲ ਕਹੀ ਗਏ ਵੀ ਇਹ ਸ਼ਹੀਦ ਨਹੀਂ ਹੋਇਆ, ਭਗੌੜਾ ਹੋ ਗਿਆ, ਔਰ ਭਗੌੜੇ ਦੀ ਬਰਸੀਆਂ ਮਨਾਉਣੀ ਸ਼ੁਰੂ ਕਰ ਦਿੱਤੀਆਂ। ਮੈਨੂੰ ਸਮਝਾਓ ਵੀ ਕਿਹੜੇ ਪਾਸੇ ਜਾ ਰਹੇ ਹੋ ਤੁਸੀਂ ਕੌਮ ਨੂੰ? ਜੇ ਕੌਮ ਨੂੰ ਚੰਗੇ ਪਾਸੇ ਲਾ ਰਹੇ ਹੋ, ਦੇਖੋ ਜਿਹੜੇ ਚੰਗੇ ਮਾਂ ਪਿਓ ਹੁੰਦੇ ਨੇ, ਚੰਗੇ ਸੰਸਕਾਰ ਦਿੰਦੇ ਨੇ, ਮਾੜੇ ਸੰਸਕਾਰ ਦੇ ਕੇ ਫਿਰ ਚੰਗੇ ਬੱਚੇ ਕੋਲੋਂ ਚੰਗੀ ਆਸ ਕਿਵੇਂ ਕਰੋਗੇ ਤੁਸੀਂ? ਅਤੇ ਲੋਕਾਂ ਦੇ ਦਿਮਾਗ 'ਚ ਇਹੀ ਵੜ ਚੁੱਕਿਆ ਹੋਗਾ ਵੀ ਇਹ ਜੋ ਇਹ ਕਹਿੰਦੇ ਇਹੀ ਪੰਥ ਹੈ। ਹੁਣ ਤੁਸੀਂ ਪ੍ਰਚਾਰ ਦਾ ਵੀ 27 ਸਾਲ ਟੋੜਾ ਰਹਿ ਗਿਆ ਜੀ, ਇਸ ਕਰਕੇ ਪਰਮਾਨੈਂਟ ਮੋਹਰ ਲੱਗ ਗਈ। 5 ਵਾਰੀ ਇਹ ਰਹਿ ਲਿਆ ਜੀ ਮੁੱਖ ਮੰਤਰੀ, ਮੋਹਰ ਲੱਗ ਗਈ। ਮੈਨੂੰ ਅੱਜ ਤੋਂ ਗੁਰੂ ਗੋਬਿੰਦ ਸਿੰਘ ਨੇ ਕਿਹਨੂੰ ਲਿਖ ਕੇ ਦਿੱਤਾ ਅੱਜ ਤੱਕ ਵੀ ਤੂੰ ਮੇਰੇ ਮਗਰੋਂ ਇਹ ਚੱਲਣਗੇ ਸਾਰੇ? ਵੀ ਜਿਹੜੇ ਦਿਮਾਗ ਪ੍ਰੋਪਰਲੀ ਟ੍ਰੇਨਡ ਹੈਗਾ, ਜਿਹੜੇ ਉਸ ਕਾਬਲੀ ਰੱਖਦੇ ਨੇ, ਉਹ ਇਹ ਗੱਲਾਂ ਦੀ ਪੁਸ਼ਟੀ, ਜਿਹੜੀਆਂ ਗੱਲਾਂ ਪਹਿਲਾਂ ਆ ਚੁੱਕੀਆਂ ਨੇ, ਆਗਿਆ ਪਈ ਅਕਾਲ ਕੀ, ਇਹ ਗੱਲਾਂ ਦੀ ਪੁਸ਼ਟੀ ਗ੍ਰੰਥ ਸਾਹਿਬ ਨੂੰ ਪੜ੍ਹਨ ਨਾਲ ਹੋ ਜਾਏਗੀ। ਉਹ ਲੋਕ ਕਰ ਸਕਣਗੇ ਜਿਨ੍ਹਾਂ ਕੋਲੇ ਟ੍ਰੇਨਿੰਗ ਹੈਗੀ ਹੈ। ਹੁਣ ਉਹਦੀ ਥਾਂ ਤੇ ਕੱਟ ਕੇ ਇਹਨਾਂ ਨੇ ਲਿਆਤਾ ਜੋ ਪ੍ਰਭ ਕੋ ਮਿਲ ਬੋਚ ਹੈ, ਉਹ ਕਿਸੇ ਸਾਧ ਨੇ ਪਾਇਆ ਹੋਣਾ, ਪਰ ਇਹਨਾਂ ਨੂੰ ਇਸ ਗੱਲ ਦਾ ਫਿਕਰ ਹੀ ਨਹੀਂ ਹੈਗਾ ਵੀ ਕਿਸੇ ਨੇ ਕੀ ਪਾਤਾ। ਅਗਰ ਕਹਿੰਦੇ ਵੀ ਚਲੋ ਜੀ 2 ਮਿੰਟ ਅਰਦਾਸ ਹੋਣੀ ਆ, ਕਰਕੇ ਬਾਕ ਲੈਣਾ, ਮੁੜ ਕੇ ਦੇਖ ਲੈਣੀ। ਸਰ ਇਹ ਸਿੱਖੀ ਨਹੀਂ ਹੈਗੀ ਸਰ, ਕਦੇ ਵੀ ਨਹੀਂ ਹੋ ਸਕਦੀ ਇਹ।
ਪੰਥ 'ਚ 10 ਵਾਰੀ ਇਕੱਠਾ ਹੋ ਜਾਵੇ, ਜਿਹੜਾ ਬੇਸਿਕ ਸਿਧਾਂਤ ਹੈ ਸਿੱਖੀ ਦਾ ਉਹ ਨਹੀਂ ਬਦਲਿਆ ਜਾ ਸਕਦਾ। ਇਹ ਉਸੇ ਸਿਧਾਂਤ ਤੇ ਬਾਰ-ਬਾਰ ਸੱਟ ਮਾਰ ਰਹੇ ਨੇ। ਹਾਂ ਬਿਲਕੁਲ, ਉਸੇ ਸਿਧਾਂਤ ਇਹਨਾਂ ਨੇ ਨੂੰ ਤੋੜ ਰਹੇ। ਇਹਨਾਂ ਨੇ ਸੱਟ ਮਾਰੀ ਹੋਈ ਹੈ, ਪਹਿਲਾਂ ਹੁਣ ਵੀ ਲਗਾਤਾਰ ਮਾਰ ਰਹੇ ਨੇ। ਹੁਣ ਜਿਹੜਾ ਕਹਿੰਦੇ ਨੇ ਹਮਲਾ ਸਾਡੇ ਤੇ ਹੋ ਗਿਆ, ਹਮਲਾ ਪਹਿਲੇ ਹਮਲਿਆਂ ਦਾ ਹਮਲਾ ਨਹੀਂ ਸਮਝਦੇ। ਜੇ ਸਾਡੇ ਕੋਲ ਦਿੱਤੀ ਵਾਹ ਨਹੀਂ ਲੱਗੀ, ਸਾਡੇ ਕੋਲ ਦੀ ਅਸੰਤਾ ਉਹ ਕੋਈ ਚਾਹੇ ਸਾਰਾ ਪੰਥ ਝੁਲਸਿਆ ਗਿਆ ਉਸ ਹਵਾ 'ਚ, ਬਿਲਕੁਲ ਸਾਡੇ ਤੇ ਹਵਾ ਨਹੀਂ ਲੱਗੀ, ਅਸੀਂ ਉਹਨੂੰ ਕਿਵੇਂ ਹਮਲਾ ਮੰਨਾਂਗੇ ਜੀ। ਹੁਣ ਹਮਲਾ ਜਿਹੜਾ ਸਾਡੇ ਤੇ ਹੋਇਆ, ਸਾਡੀ ਰੋਟੀ ਬੋਟੀ ਸਾਡੀ ਖੋਈ ਜਾ ਰਹੀ ਆ ਵੀ ਇਹ ਦੇਖੋ ਤੁਸੀਂ, ਮੈਂ ਹੁਣ ਕਹਿੰਦਾ ਨਹੀਂ, ਕਈ ਗੱਲਾਂ ਸੁਣੀਆਂ ਹੋਈਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਤੁਸੀਂ ਸਭ ਬਖੂਬੀ ਜਾਣਦੇ ਹੋ ਕਿ ਭਗਵੰਤ ਮਾਨ ਨੇ ਜਿਹੜਾ ਫੈਸਲਾ ਲਿੱਤਾ ਹੈ ਐਸਜੀਪੀਸੀ ਨੂੰ ਲੈ ਕੇ, ਤੇ ਜੋ ਲਾਈਵ ਟੈਲੀਕਾਸਟ ਗੁਰਬਾਣੀ ਦਾ ਉਹਨੂੰ ਲੈ ਕੇ ਬਹੁਤ ਜ਼ਿਆਦਾ ਬਵਾਲ ਮਚਿਆ ਹੋਇਆ ਹੈ। ਪਰ ਬਹੁਤ ਸਾਰੇ ਲੋਕ ਨੇ ਜਿਹੜੇ ਸਰਾਹਨਾ ਕਰ ਰਹੇ ਨੇ ਕਿ ਬਹੁਤ ਵਧੀਆ ਫੈਸਲਾ ਹੈ, ਬਹੁਤ ਵਧੀਆ ਫੈਸਲਾ ਹੈ। ਪਰ ਉਧਰ ਹੀ ਐਸਜੀਪੀਸੀ ਦੇ ਮੈਂਬਰ ਤੇ ਐਸਜੀਪੀਸੀ ਪ੍ਰਧਾਨ ਭਾਈ ਧਾਮੀ ਇਹ ਕਹਿ ਰਹੇ ਨੇ ਕਿ ਇਹ ਮਤਲਬ ਅਜਿਹਾ ਫੈਸਲਾ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਾਲੇ ਅੱਖਰਾਂ 'ਚ ਲਿਖਿਆ ਜਾਏਗਾ। ਇਹ ਕਲੰਕਿਤ ਕਰਨ ਵਾਲਾ ਫੈਸਲਾ ਹੈ। ਪਰ ਅਜਿਹੇ ਫੈਸਲੇ ਕਿਉਂ ਲੈਣੇ ਪਏ? ਘਾਟਾਂ ਅਜਿਹੀਆਂ ਕਿੱਥੇ ਰਹਿ ਗਈਆਂ ਸੀ ਜਿਹੜੇ ਅਜਿਹੇ ਫੈਸਲੇ ਸਰਕਾਰਾਂ ਨੂੰ ਲੈਣੇ ਪਏ? ਅੱਜ ਤੱਕ ਐਸਜੀਪੀਸੀ ਦੇ ਵਿੱਚ ਕਿਸੇ ਸਰਕਾਰ ਨੇ ਦਖਲਅੰਦਾਜ਼ੀ ਨਹੀਂ ਕੀਤੀ, ਪਰ ਦੁਨੀਆ ਜਾਣਦੀ ਹੈ ਕਿ ਕਿਹੜੀ ਸਰਕਾਰ ਸੀ ਜਾਂ ਕਿਹੜਾ ਪਰਿਵਾਰ ਸੀ ਜਿਹੜਾ ਅੱਜ ਤੱਕ ਐਸਜੀਪੀਸੀ ਦੇ ਵਿੱਚ ਦਖਲਅੰਦਾਜ਼ੀ ਕਰਦਾ ਆਇਆ। ਕਠਪੁਤਲੀ ਵਾਂਗ ਉਹ ਪ੍ਰਧਾਨਾਂ ਨੂੰ ਚਲਾਉਂਦਾ ਆਇਆ ਹੈ, ਜਥੇਦਾਰਾਂ ਨੂੰ ਚੜਾਉਂਦਾ ਤੇ ਲਾਂਦਾ ਆਇਆ ਹੈ। ਇਸ ਦੇ ਉੱਤੇ ਚਰਚਾ ਕਰਨ ਵਾਸਤੇ ਐਡਵੋਕੇਟ ਪਰਮਜੀਤ ਸਿੰਘ ਸਾਡੇ ਨਾਲ ਨੇ। ਫਤਿਹ ਦੀ ਉਹਨਾਂ ਨਾਲ ਸਾਂਝ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਇਹੀ ਸਵਾਲ ਹੈ ਵੀ ਜੋ ਕੁਝ ਵਾਪਰ ਰਿਹਾ ਹੈ, ਭਗਵੰਤ ਮਾਨ ਨੇ ਜੋ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ? ਸਰ ਗਲਤ ਤਾਂ ਨਹੀਂ ਕਹਿ ਸਕਦੇ, ਬਿਕੋਜ਼ ਜਦੋਂ ਆਪਾਂ ਕੋਈ ਗੱਲ ਕਰਦੇ ਆ ਨਾ, ਪਹਿਲਾਂ ਸਾਡੇ ਬਾਣੀ ਦਾ ਸ਼ਲੋਕ ਹੈ, ਆਪ ਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਵੀ ਅਸੀਂ ਆਪਣੇ ਆਪ ਤਾਂ ਨਹੀਂ ਜ਼ਿੰਮੇਵਾਰ ਇਹ ਗੱਲ ਇਹ ਘਟਨਾਵਾਂ ਦੇ ਜੀ। ਜਦੋਂ ਤੁਸੀਂ ਇੱਕ ਗੁਰੂ ਦੇ ਪੰਥ ਨੂੰ ਇੱਕ ਪਰਿਵਾਰ ਦੇ ਵਿੱਚ ਵਾੜ ਕੇ ਘਸੋੜ ਕੇ ਫਿੱਟ ਕਰਨ ਦੀ ਕੋਸ਼ਿਸ਼ ਕਰੋਗੇ, ਉਹਦੇ ਮੁਤਾਬਕ ਆਈਡੀਓਲੋਜੀ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋਗੇ, ਫਿਰ ਤੁਹਾਡੇ 'ਚ ਇੱਕ ਹੰਕਾਰ ਆ ਜਾਂਦਾ ਵੀ ਮਿੱਤ ਜੋ ਅਸੀਂ ਕਹਿੰਦੇ ਆ ਉਹ ਬਿਲਕੁਲ ਠੀਕ ਹੈ। ਹੁਣ ਜਿਹੜਾ ਇਹ ਭਗਵੰਤ ਮਾਨ ਨੇ ਜੋ ਕਰਿਆ, ਇਹ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾਂ ਨਹੀਂ ਸੀ ਕਿਹਾ ਵੀ ਇਹ ਚੈਨਲ ਨਹੀਂ ਹੋਣਾ ਚਾਹੀਦਾ, ਇਹਨੇ ਬਹੁਤ ਕੋਈ ਗੰਦੀਆਂ ਐਡਾਂ ਲਾਈਆਂ, ਤੁਹਾਨੂੰ ਯਾਦ ਹੈ। ਤਾਂ ਫਿਰ ਉਹਨਾਂ ਨੇ ਕਿਹਾ ਸੀ ਐਸਜੀਪੀਸੀ ਆਪਣੇ ਚੈਨਲ ਚਲਾਵੇ, ਫਿਰ ਪ੍ਰੈਸ਼ਰ ਪੈ ਗਿਆ ਵੀ ਨਹੀਂ ਚੱਲਣ ਦੇਣਾ, ਕੋਈ ਐਸਜੀਪੀਸੀ ਆਪਣਾ ਚੈਨਲ ਨਹੀਂ ਚੱਲਣਾ, ਉਹ ਨਹੀਂ ਚੱਲਿਆ। ਜਥੇਦਾਰ ਦਾ ਕਿਹਾ ਵੀ ਹੋ ਗਿਆ, ਠੀਕ ਨਹੀਂ। ਹੁਣ ਤੁਸੀਂ ਇਹ ਗੱਲਾਂ ਸੋਚੋ ਵੀ ਇਹ ਸਿੱਖ ਪੰਥ ਜਾ ਕਿੱਧਰ ਨੂੰ ਰਿਹਾ ਜੀ। ਜੇ ਤਾਂ ਦੇਖੋ ਪੰਥ ਨੇ ਇੱਕ ਪਰਿਵਾਰ ਦੇ ਵਿੱਚ ਘੁਸ ਕੇ ਰਹਿਣਾ ਹੈ ਔਰ ਉਸੇ ਦੀ ਗੱਲ ਮੰਨਣੀ ਆ, ਗੁਰੂ ਦੀ ਗੱਲ ਨਹੀਂ ਮੰਨਣੀ, ਕੋਈ ਨਿਆਂ ਇਨਸਾਫ ਦੀ ਗੱਲ ਨਹੀਂ ਕਰਨੀ, ਫਿਰ ਤਾਂ ਇਹ ਜੋ ਭਗਵੰਤ ਸਿੰਘ ਮਾਨ ਨੇ ਕੀਤਾ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਇਹ ਬਿਲਕੁਲ ਠੀਕ ਕਦਮ ਹੋਇਆ ਜੀ। ਪਰ ਧਾਮੀ ਸਾਹਿਬ ਤਾਂ ਕਹਿੰਦੇ ਵੀ ਇਹ ਕਲੰਕਿਤ ਕਰਨ ਵਾਲਾ ਫੈਸਲਾ, ਇਤਿਹਾਸ ਆਉਣ ਵਾਲੇ ਸਮੇਂ ਦੇ ਵਿੱਚ ਕਾਲੇ ਅੱਖਰਾਂ 'ਚ ਲਿਖਿਆ ਜਾਊਗਾ ਕਿ ਭਗਵੰਤ ਮਾਨ ਨੇ ਜੋ ਕਹਿੰਦਾ ਕਿ ਮੈਂ ਵੀ ਸਿੱਖ ਹਾਂ, ਅਸੀਂ ਵੀ ਸਿੱਖ ਹਾਂ। ਪਰ ਆਹ ਜਿਹੜਾ 1925 ਐਕਟ ਹੈ, ਉਸ ਤੋਂ ਬਾਅਦ ਆਹ ਜਿਹੜਾ ਨਵਾਂ ਐਕਟ ਗੁਰਦੁਆਰਾ ਐਕਟ ਇਹਨਾਂ ਨੇ ਲੈ ਕੇ ਆਂਦਾ ਤੇ ਪਾਸ ਵੀ ਕਰ ਦਿੱਤਾ ਹੈ, ਉਹ ਕਾਲੇ ਅੱਖਰਾਂ 'ਚ ਲਿਖਿਆ ਜਾਊਗਾ। ਸਰ ਕਾਲੇ ਅੱਖਰਾਂ 'ਚ ਤਾਂ ਬਹੁਤ ਕੁਝ ਲਿਖਿਆ ਜਾਊਗਾ ਜੀ। ਕਾਲੇ ਅੱਖਰ ਤਾਂ ਇੰਨੇ ਹੋ ਜਾਣਗੇ ਵੀ ਇਹਨਾਂ ਕੋਲੋਂ ਸੰਭਾਲੇ ਨਹੀਂ ਜਾਣੇ। ਇਹ ਪਤਾ ਨਹੀਂ ਕਾਲੇ ਅੱਖਰਾਂ 'ਚ ਜਾਊਗਾ ਕਿ ਨਹੀਂ ਜਾਊਗਾ, ਬਿਕੋਜ਼ ਦੇਖੋ ਜੋ ਮੈਂ ਟੀਵੀ ਤੇ ਸੁਣਿਆ ਉਹ ਕਹਿ ਰਿਹਾ ਵੀ ਅਸੀਂ ਓਪਨ ਕਰਾਂਗੇ, ਉਹਨਾਂ ਤੇ ਰਿਸਟ੍ਰਿਕਸ਼ਨ ਹੋਏਗੀ ਵੀ ਅੱਧਾ ਘੰਟਾ ਪਹਿਲਾਂ ਅੱਧਾ ਘੰਟਾ ਬਾਅਦ 'ਚ ਕੋਈ ਕਮਰਸ਼ੀਅਲ ਐਡ ਨਹੀਂ ਚੱਲੇਗੀ ਜੀ। ਸੋ ਮੇਰੇ ਖਿਆਲ ਇਹਦੇ ਹੋਰ ਵੀ ਜਿਹੜੀਆਂ ਗਾਈਡਲਾਈਨ ਹੋਣਗੀਆਂ, ਇਹਦੀਆਂ ਬਰੀਕੀਆਂ, ਉਹ ਸ਼ਾਇਦ ਜਦੋਂ ਇਹ ਲਾਗੂ ਹੋਏਗਾ ਸ਼ਾਇਦ ਆ ਜਾਣ ਵੀ ਇਹ ਕੀ ਕਰਨ, ਕੀ ਇਹਨਾਂ ਨੇ ਹੋਰ ਰਿਸਟ੍ਰਿਕਸ਼ਨ ਲੱਗਣਗੀਆਂ ਇਹਨਾਂ 'ਤੇ ਜਿਹੜੇ ਟੈਲੀਕਾਸਟ ਕਰਨਗੇ, ਉਹ ਤਾਂ ਜਦੋਂ ਬਾਅਦ 'ਚ ਆਉਣਗੇ ਪਤਾ ਲੱਗ ਜਾਏਗਾ। ਪਰ ਜਿੰਨੀ ਗੱਲ ਹੁਣ ਉਹ ਕਹਿ ਰਿਹਾ ਹੈ ਵੀ ਫ੍ਰੀ ਹੋਏਗਾ ਸਾਰਿਆਂ ਵਾਸਤੇ, ਕਈ ਜਗ੍ਹਾ 'ਤੇ ਡੈਫੀਨੇਟਲੀ ਦੇਖੋ ਇਹ ਵਿਰੋਧ ਕਿਉਂ ਕਰ ਰਹੇ ਧਾਮੀ ਹੋਣੀ, ਬਿਕੋਜ਼ ਜਿਹੜਾ ਇਹਨਾਂ ਦਾ ਜਿਹੜਾ ਟੀਵੀ ਹੈਗਾ ਪੀਟੀਸੀ, ਉਹ ਇਹਨਾਂ ਦੇ ਆਪਣੇ ਹੈਗਾ ਜੀ। ਤੇ ਜੇ ਉਹਨਾਂ ਨੇ ਇਹ ਗੁਰਬਾਣੀ ਨੂੰ ਮੰਨਦੇ ਨੇ ਵੀ ਗੁਰਬਾਣੀ ਘਰ ਘਰ ਜਾਣੀ ਚਾਹੀਦੀ ਆ, ਫਿਰ ਇਤਰਾਜ਼ ਕਿਹੜੀ ਗੱਲ ਦਾ ਜੀ। ਪਰ ਅਗਰ ਧਾਮੀ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉਹ ਕਹਿੰਦੇ ਨੇ ਕਿ 103 ਸਾਲ ਦੇ ਵਿੱਚ ਇਹ ਐਸਜੀਪੀਸੀ ਤੇ ਜਾਂ ਸਿੱਖ ਪੰਥ ਤੇ ਪਹਿਲਾ ਵੱਡਾ ਹਮਲਾ ਆ। ਇਹਨੂੰ ਕਿੱਦਾਂ ਦੇਖਦੇ ਹੋ? ਸਰ ਇਹ ਫਿਰ ਉਹ ਆਪਣੇ ਇਤਿਹਾਸ ਤੋਂ ਵਾਕਿਫ ਨਹੀਂ ਹੈਗੇ। ਜੇ ਧਾਮੀ ਸਾਹਿਬ ਇਹ ਗੱਲ ਕਹਿ ਰਹੇ ਨੇ, ਉਹ ਧਾਮੀ ਸਾਹਿਬ ਮੇਰੇ ਖਿਆਲ ਇੱਕ ਗੱਲ ਇਹ ਹੈ ਵੀ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਜੀ, ਚਾਹੇ ਜਥੇਦਾਰ ਅਕਾਲ ਤਖਤ ਹੈ, ਚਾਹੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ, ਇਹ ਤਾਂ ਉਹੀ ਬੋਲਦੇ ਨੇ ਜੋ ਇਹਨਾਂ ਨੂੰ ਸਕ੍ਰਿਪਟ ਲਿਖੀ ਹੋਈ ਆ ਜਾਂਦੀ ਹੈ। ਮੇਰੀ ਇੱਥੇ ਭਾਈ ਇੱਕ ਮਨਜੀਤ ਸਿੰਘ ਜਥੇਦਾਰ ਰਹੇ ਨੇ ਅਕਾਲ ਤਖਤ ਦੇ, ਉਹਨਾਂ ਨਾਲ ਮੇਰੀ ਇੱਕ ਇੰਟਰਵਿਊ ਉੱਥੇ
ਫੇਸ 1 'ਚ ਹੋਈ ਸੀ, ਉਹਨਾਂ ਨੂੰ ਮੈਂ 2 ਸਵਾਲ 2-3 ਸਵਾਲ ਕਰੇ ਸੀ, ਉਹ ਮੇਰੇ ਕੋਲ ਲਿਖੇ ਹੋਏ ਪਏ ਨੇ ਵੀ ਪਹਿਲੀ ਗੱਲ ਦੱਸੋ ਵੀ ਜਥੇਦਾਰ ਦੀ ਜਿਹੜੀ ਨਿਯੁਕਤੀ ਹੋ ਰਹੀ ਹੈ ਵੀ ਸਿੱਖ ਸਿਧਾਂਤ ਮੁਤਾਬਕ ਹੋ ਰਹੀ ਹੈ, ਕਦੇ ਨਹੀਂ ਹੋ ਰਹੀ। ਮੈਂ ਕਿਹਾ ਫਿਰ ਇਹ ਗੱਲ ਦੱਸੋ ਵੀ ਤੁਸੀਂ ਜੋ ਫੈਸਲੇ ਕਰਦੇ ਹੋ ਤੁਸੀਂ ਆਪਣਾ ਦਿਮਾਗ ਨਹੀਂ ਲਾਉਂਦੇ, ਤੁਹਾਨੂੰ ਲਿਖੇ ਲਿਖਾਏ ਆ ਜਾਂਦੇ ਆ ਕਿ ਹਾਂ ਇਹ ਵੀ ਠੀਕ ਹੈ ਜੀ, ਮੇਰੇ ਕੋਲ ਲਿਖਿਆ ਪਿਆ। ਇਹ ਗੱਲ ਸਪੋਕਸਮੈਨ ਵੀ ਛਪ ਚੁੱਕੀ ਹੈ। ਇਹ ਗੱਲਾਂ ਤਾਂ ਹੁਣ ਜੱਗ ਜ਼ਾਹਰ ਨੇ ਜੀ ਵੀ ਜਦੋਂ ਤੁਸੀਂ ਇੱਕ ਸਕ੍ਰਿਪਟ ਦੇ ਰਹੇ ਹੋ ਕਿਸੇ ਨੂੰ ਤਾਂ ਤੁਸੀਂ ਉਹ ਬੰਦਾ ਬੋਲ ਰਿਹਾ ਫਿਰ ਉਹਦੇ ਕੋਲੋਂ ਤੁਸੀਂ ਇੰਡੀਪੈਂਡੈਂਟ ਹੋਣ ਦੀ ਜਾਂ ਉਹਦੇ ਕਹੇ ਹੋਏ ਗੱਲ ਤੇ ਅਚੰਭਾ ਪ੍ਰਗਟ ਕਰਨ ਦੀ ਤਾਂ ਕੋਈ ਗੱਲ ਰਹਿ ਨਹੀਂ ਜਾਂਦੀ। ਬਿਲਕੁਲ ਬਿਲਕੁਲ। ਉਹ ਤਾਂ ਹੁਣ ਜੇ ਕੋਈ ਉਹਦੇ ਬਾਲੇ ਨਹੀਂ, ਪਰ ਅਗਰ ਹਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਮੈਂ ਥੋੜ੍ਹੀਆਂ ਐਗਜ਼ਾਮਪਲ ਸੰਗਤ ਨੂੰ ਵੀ ਦੇਣਾ ਚਾਹਾਂਗਾ ਵੀ ਧਾਮੀ ਸਾਹਿਬ ਨੇ ਜਿੱਦਾਂ ਕਿਹਾ ਵੀ ਇਹ ਸਿੱਖ ਕੌਮ ਤੇ ਪਹਿਲਾ ਹਮਲਾ ਆ 103 ਸਾਲਾਂ ਦੇ ਵਿੱਚ, ਤਾਂ ਮੈਂ ਇਹ ਪੁੱਛਣਾ ਜ਼ਰੂਰ ਚਾਹਾਂਗਾ ਵੀ ਜਦੋਂ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਸੀ ਵੀ ਜੋ ਵਾਅਦੇ ਪਹਿਲਾਂ ਕੀਤੇ ਗਏ ਸੀ ਜਦੋਂ ਪਾਕਿਸਤਾਨ ਬਣਿਆ ਤੇ ਅੰਗਰੇਜ਼ਾਂ ਨੇ ਆਫਰ ਕੀਤੀ ਸੀ ਕਿ ਤੁਸੀਂ ਆਪਣਾ ਖਾਲਸਾ ਰਾਜ ਲੈ ਲਓ, ਵੀ ਤੁਹਾਡਾ ਤਾਂ ਪਹਿਲਾਂ ਰਾਜ ਭਾਗ ਸੀਗਾ ਤੇ ਉਦੋਂ ਜਿਹੜੇ ਤਰੀਕੇ ਨਾਲ ਬੇਵਕੂਫ ਬਣਾਇਆ ਗਿਆ, ਜਿਹੜਾ ਭੁਗਤਾਨ ਅੱਜ ਤੱਕ ਅਸੀਂ ਕਰਦੇ ਹਾਂ, ਤੇ ਉਸ ਤੋਂ ਬਾਅਦ ਜਦੋਂ ਜਾ ਕੇ ਇਹਨਾਂ ਨੇ ਸਿੱਖ ਰਾਜ ਦੀ ਗੱਲ ਕੀਤੀ ਜਾਂ ਪੰਜਾਬੀ ਸੂਬੇ ਦੀ ਗੱਲ ਕੀਤੀ ਤਾਂ ਨਹਿਰੂ ਨੇ ਜਦੋਂ ਕਿਹਾ ਸੀਗਾ कि तब मास्टर जी बात कुछ और थी, अब बात कुछ और है, अब तो आपको हमारे हिसाब से ही चलना पड़ेगा। वो हमला नहीं सी, ਇਹਨਾਂ ਨੇ ਹੀ ਕਿਹਾ ਸੀ ਵੀ ਉਹਨਾਂ ਨੇ ਸਵੇਰੇ ਕਿਹਾ ਨਾ ਵੀ ਮਾਸਟਰ ਤਾਰਾ ਸਿੰਘ ਤੇ ਨਹਿਰੂ ਦਾ ਜਿਹੜਾ ਉਸ ਵੇਲੇ ਉਹ ਐਕਟ ਉਹਨਾਂ ਦਾ ਸੀਗਾ ਜੋ ਗੱਲਬਾਤ ਹੋਈ ਸੀ ਉਹਦੇ ਵਿੱਚ ਬਹੁਤ ਕੁਝ ਐਸਜੀਪੀਸੀ ਬਾਰੇ ਲਿਖਿਆ ਗਿਆ ਵੀ ਸੋਧਾਂ ਕਰਨੀਆਂ ਤੇ ਕਿੱਦਾਂ ਕੀਤੀਆਂ ਜਾਣਗੀਆਂ। ਪਰ ਉਸ ਤੋਂ ਬਾਅਦ ਜਦੋਂ ਸੰਵਿਧਾਨ ਭਾਰਤ ਕੀਤਾ ਗਿਆ ਉਦੋਂ ਹੀ ਵਾਅਦੇ ਕੀਤੇ ਗਏ ਸੀ ਸਿੱਖਾਂ ਦੇ ਸਿਗਨੇਚਰਸ ਤੋਂ ਬਿਨਾਂ, ਉਹਨਾਂ ਦੀ ਹਾਮੀ ਤੋਂ ਬਿਨਾਂ ਸੰਵਿਧਾਨ ਪਾਸ ਨਹੀਂ ਕੀਤਾ ਜਾਏਗਾ। ਉਹ ਹਮਲਾ ਨਹੀਂ ਸੀ ਜਦੋਂ ਪੁੱਛਿਆ ਹੀ ਨਹੀਂ ਗਿਆ। ਉਸ ਤੋਂ ਬਾਅਦ 1955 ਦੇ ਵਿੱਚ ਦਰਬਾਰ ਸਾਹਿਬ ਤੇ ਫੌਜਾਂ ਚੜ੍ਹੀਆਂ, ਬਹੁਤ ਲੋਕਾਂ ਨੂੰ ਨਹੀਂ ਪਤਾ, ਕਤਲੇਆਮ ਹੋਇਆ, ਉਹ ਹਮਲਾ ਨਹੀਂ ਸੀ। ਉਸ ਤੋਂ ਬਾਅਦ ਦੀ ਗੱਲ ਕਰ ਲਈਏ 1966 ਪੰਜਾਬੀ ਸੂਬਾ 3 ਭਾਗਾਂ 'ਚ ਵੰਡ ਦਿੱਤਾ ਗਿਆ, ਤੋੜ ਦਿੱਤਾ ਗਿਆ, ਉਹ ਹਮਲਾ ਨਹੀਂ ਸੀ। ਉਸ ਤੋਂ ਬਾਅਦ 78 ਆ ਜੋ ਨਰਕਧਾਰੀ ਕਾਂਡ ਹੋਇਆ, ਸਿੱਖਾਂ ਨੂੰ ਮਾਰਿਆ ਗਿਆ, ਉਹ ਹਮਲਾ ਨਹੀਂ ਸੀ। 84 ਉਹ ਹਮਲਾ ਨਹੀਂ ਸੀ। 90 ਤੋਂ 96 ਦਾ ਦਹਾਕਾ ਉਹ ਹਮਲਾ ਨਹੀਂ ਸੀ। ਭਾਈ ਖਾਲੜਾ ਲਾਸ਼ ਉਹਨਾਂ ਦੀ ਪਤਾ ਨਹੀਂ ਲੱਗੀ, 25,000 ਲਵਾਰਿਸ ਲਾਸ਼ਾਂ ਦਾ ਉਹਨਾਂ ਨੇ ਡਾਟਾ ਇਕੱਠਾ ਕੀਤਾ ਸੀ ਤੇ ਆਈ ਥਿੰਕ 50,000 ਦਾ ਹੋਰ ਉਹਨਾਂ ਕੋਲ ਡਾਟਾ ਸੀ, ਉਹ ਗਵਾਚ ਗਿਆ, ਉਹ ਹਮਲਾ ਨਹੀਂ ਸੀ। ਸੋ ਇਹ ਹਮਲਾ ਕਿਸ ਨੂੰ ਮੰਨਦੇ ਨੇ ਸਰ? ਹਮਲਾ ਦੇਖੋ ਤੁਸੀਂ ਇਹ ਨਾ ਡੈਫੀਨੇਸ਼ਨ ਜੇ ਸਮਝੋਗੇ ਨਾ ਪੰਥ ਦੀ ਜਿਹੜੀ ਨਵੀਂ ਡੈਫੀਨੇਸ਼ਨ ਆ ਰਹੀ ਹੈ ਤਾਂ ਤੁਹਾਨੂੰ ਇਹ ਹੈਰਾਨੀ ਨਹੀਂ ਹੋਏਗੀ। ਫਿਰ ਇਹ ਥੋੜ੍ਹੇ ਜਿਹੜੇ ਤੁਸੀਂ ਫੈਕਟਸ ਦੱਸੇ ਨੇ ਇਹ ਇਰੈਲੀਵੈਂਟ ਹੋ ਜਾਣਗੇ। ਪੰਥ ਹੈਗਾ ਜੋ ਸਾਡੇ ਆਕਾ ਕਹਿੰਦੇ ਨੇ, ਜੋ ਇਹ ਪਰਿਵਾਰ ਕਹਿ ਰਿਹਾ, ਜੋ ਇਹ ਪਿੰਡ ਇਹ ਪਾਰਟੀ ਕਹਿ ਰਹੀ ਹੈ, ਉਹ ਪੰਥ ਹੈ। ਜੇ ਗੁਰੂ ਕਹਿ ਰਿਹਾ ਉਹ ਪੰਥ ਨਹੀਂ ਹੈਗਾ। ਇਹ ਡੈਫੀਨੇਸ਼ਨ ਆ ਰਹੀ ਹੈ। ਦੇਖੋ ਹੁਣ ਤੁਸੀਂ ਗੱਲ ਦੇਖੋ, ਇਹ ਪ੍ਰਮੋਟ ਕੀ ਕਰ ਰਹੇ ਨੇ? ਦਰਸ਼ਨ ਸਿੰਘ ਫੇਰੂਮਾਨ ਨੇ ਵਰਤ ਰੱਖਿਆ, ਇਹਨਾਂ ਨੇ ਫੜ ਕੇ ਫਿਰ ਮੈਨੂੰ ਅੰਦਰ ਕਰਤਾ, ਠੀਕ ਹੈ। ਉਹਦੀ ਵੜ ਕੇ ਕੋਈ ਉਹਦੀ ਬਾਤ ਨਹੀਂ ਪੁੱਛੀ, ਉਹਦੀ ਵਿਲ ਬਦਲਣ ਦੀ ਕੋਸ਼ਿਸ਼ ਕੀਤੀ। ਵਿਧਾਨ ਸਭਾ ਦੀਆਂ ਸਪੀਚਾਂ ਵਿੱਚ ਹੈਗਾ, ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਹੈਗੀਆਂ ਨੇ, ਜਦੋਂ ਫੇਰੂਮਾਨ ਸਾਹਿਬ ਪੂਰੇ ਹੋਏ ਹੈ ਇਹ ਮਤਾ ਇਹ ਪਾਸ ਕੀਤਾ ਗਿਆ ਬਈ ਮੋਸ਼ਨ ਇਹ ਮੂਵ ਕੀਤਾ ਗਿਆ ਬਈ ਫੇਰੂਮਾਨ ਸਾਹਿਬ ਨੇ ਚੰਡੀਗੜ੍ਹ ਲਈ ਕੁਰਬਾਨੀ ਕੀਤੀ। ਫਿਰ ਉਹ ਸੋਧਿਆ ਗਿਆ ਵੀ ਇਹ ਚੰਡੀਗੜ੍ਹ ਦਾ ਜ਼ਿਕਰ ਹੀ ਨਹੀਂ ਆ ਰਿਹਾ ਉਹਦੀ ਵਿਲ 'ਚ। ਔਰ ਫੇਰੂਮਾਨ ਦੀ ਵਿਲ ਜਿਹੜੀ ਹੈਗੀ ਆ ਉਹ ਸਰਦਾਰ ਕਪੂਰ ਸਿੰਘ ਦੇ ਹੱਥਾਂ ਦੀ ਲਿਖੀ ਹੋਈ ਆ, ਮੇਰੇ ਕੋਲ ਵਿਲ ਕਾਪੀ ਵੀ ਹੈਗੀ ਆ ਉਹ ਜੀ। ਉਹਦੇ ਮੈਂ ਉਹਨਾਂ ਦੇ ਭੋਗ ਤੇ ਵੀ ਜਾ ਕੇ ਆਇਆ, ਕਹਿ ਕੇ ਆਇਆ, ਮੈਂ ਕਿਹਾ ਜੇ ਤੁਸੀਂ ਇਹ ਪ੍ਰਚਾਰ ਕਰ ਰਹੇ ਹੋ ਇਹ ਫੇਰੂਮਾਨ ਸਾਹਿਬ ਦੇ ਹੱਕ 'ਚ ਨਹੀਂ ਹੈਗਾ, ਇਹ ਉਲਟ ਹੈ, ਜੋ ਉਹਨਾਂ ਦੀ ਵਸੀਅਤ ਆ ਉਹ ਇਹ ਦੇਖ ਲਓ। ਅੱਛਾ, ਫਿਰ ਜਦੋਂ ਹੁਣ ਤੁਸੀਂ ਦੇਖੋ ਕੁਰਬਾਨੀ ਹੋਈ ਹੈ ਦਰਬਾਰ ਸਾਹਿਬ, ਜੇ ਆਪਾਂ ਮੰਨਦੇ ਹਾਂ ਵੀ ਹਮਲਾ ਹੋਇਆ ਇੰਨੇ ਟੈਂਕਾਂ ਤੋਪਾਂ ਨਾਲ, ਪਹਿਲੀ ਵਾਰੀ ਉਹ ਹਮਲਾ ਹੋਇਆ ਸਿੱਖਾਂ ਦੇ ਉਹ ਮੁਗਲਾਂ ਦੇ ਸ਼ਾਸਨ ਤੋਂ ਬਾਅਦ, ਤਾਂ ਫਿਰ ਉਹਦੇ 'ਚ ਕੁਰਬਾਨੀ ਕਿਹਦੀ ਹੋਈ ਹੈ? ਜਨਰਲ ਸ਼ਬੇਗ ਸਿੰਘ ਦੀ, ਸੰਤ ਬਾਬਾ ਜਰਨੈਲ ਸਿੰਘ ਦੀ, ਹੋਰ ਸਿੰਘਾਂ ਦੀ। ਅੱਛਾ, ਅਸੀਂ ਪ੍ਰਮੋਟ ਕਿਹਨੂੰ ਕਰ ਰਹੇ ਹਾਂ? ਬਰਸੀ ਕਿਹਦੀ ਬਣਾ ਰਹੇ ਹਾਂ? ਲੌਂਗੋਵਾਲ ਦੀ। ਬਿਲਕੁਲ, ਲੌਂਗਾ ਭਗੌੜਾ ਸੀ। ਅਸੀਂ ਮਤਲਬ ਅਸੀਂ ਇੱਕ ਨੈਰੇਟਿਵ ਕੀ ਬਿਲਡ ਅਪ ਕਰਨਾ ਚਾਹ ਰਹੇ ਹਾਂ? ਮਤਲਬ ਜਿਹੜੇ ਗੱਦਾਰ ਸੀਗੇ ਉਹਨਾਂ ਨੂੰ ਅਸੀਂ ਸ਼ਹੀਦ ਦਾ ਦਰਜਾ ਦੇ ਰਹੇ ਹਾਂ ਤੇ ਜਿਹੜੇ ਸ਼ਹੀਦ ਹੋਏ ਨੇ। ਗੱਲ ਹੋਰ ਦੇਖੋ, ਜਦੋਂ ਇਹ ਫਤਿਹ ਸਿੰਘ ਨੇ ਰੱਖਿਆ ਸੀ ਅਗਨ ਕੁੰਡ ਬਣਾ ਲਏ ਸੀ ਉਹਦੇ ਅਕਾਲ ਤਖਤ ਦੇ ਉੱਪਰ ਵੀ ਮੈਂ ਸੜਾਂਗਾ ਜੇ ਮੇਰੀ ਗੱਲ ਨਹੀਂ ਮੰਨੀ ਗਈ ਤਾਂ ਉਸ ਵੇਲੇ ਜਦੋਂ ਇਹਨਾਂ ਨੇ ਫਿਰ ਉਹ ਅਰਦਾਸ ਕਰ ਲਈ ਸੀ, ਨਾਲ 5-7 ਬੰਦੇ ਸੀ ਜੀ, ਜਗਦੇਵ ਤਲਵੰਡੀ ਸਾਡੇ ਸੁਨਾਮ ਵਾਲਾ, ਇੱਕ MLA ਗੁਰਬਚਨ ਸਿੰਘ ਲਖਵੀਰ ਵਾਲਾ, ਇਹ ਸਾਰੇ ਬੰਦੇ ਸੀਗੇ ਉਹਦੇ 'ਚ ਵੀ ਸੜਾਂਗੇ ਅਸੀਂ। ਸੜਨ ਦਾ ਇਰਾਦਾ ਨਹੀਂ ਸੀ, ਕੁੰਡ ਬਣ ਗਏ ਸੀ, ਠੀਕ ਹੈ। ਕੁੰਡ ਬਣ ਗਏ ਤਾਂ ਲੋਕਾਂ ਨੇ ਫਿਰ ਜਦੋਂ ਇਹਨਾਂ ਨੇ ਉਹ ਦੇਖਿਆ ਵੀ ਹੁਣ ਟਾਈਮ ਆ ਗਿਆ ਸੜਨ ਦਾ ਟਾਈਮ ਆ ਗਿਆ, ਇਹਨਾਂ ਨੇ ਇੱਕ ਬਹਾਨਾ ਬਣਾ ਲਿਆ ਵੀ ਹੁਕਮ ਸਿੰਘ ਉੱਥੋਂ ਕੋਈ ਪ੍ਰਪੋਜ਼ਲ ਲੈ ਕੇ ਸੈਂਟਰ ਗਵਰਨਮੈਂਟ 'ਚੋਂ ਆ ਰਿਹਾ ਹੈਗਾ ਤੇ ਉਹਦੇ ਆਉਣ ਨਾਲ ਫਿਰ ਅਸੀਂ ਉਹ ਫੈਸਲਾ ਕਰਾਂਗੇ। ਉਹ ਪਹਿਲਾਂ ਹੀ ਡਿਸਾਈਡ ਕੀਤਾ ਹੋਇਆ ਸੀ ਵੀ ਕੀ ਆਉਣਾ, ਤਾਂ ਉਹ ਉਹਨਾਂ ਨੇ ਆ ਕੇ ਫਿਰ ਵਰਤ ਤੋੜ ਦਿੱਤਾ ਸੀ। ਤੇ ਮੇਰੇ ਕੋਲ ਸ਼ਾਇਦ ਅਖਬਾਰ ਦੀ ਕਟਿੰਗ ਵੀ ਮੈਂ ਦੇਖੀ ਕਿਤੇ ਵੀ ਲੋਕਾਂ ਨੇ ਪੱਥਰ ਵੀ ਮਾਰੇ ਸੀ ਅਕਾਲ ਤਖਤ ਤੇ, ਜਦੋਂ ਅਕਾਲ ਤਖਤ ਤੇ ਪਥਰਾਵ ਹੋਇਆ ਸੀ। ਉਹ ਦੂਜੀ ਵਾਰੀ ਹੈ ਜਦੋਂ ਇਹਨੂੰ ਬਰੀ ਕੀਤਾ ਤਾਂ ਲੋਕਾਂ ਨੇ ਵਿਰੋਧ ਕੀਤਾ।
ਲੋਕਾਂ ਦੀ ਆਵਾਜ਼ ਦੇ ਖਿਲਾਫ ਜਾਓਗੇ ਜੀ, ਉਹ ਪੰਥ ਹੈ ਨਹੀਂ ਜੀ। ਪੰਥ ਉਹ ਜਿਹੜਾ ਗੁਰੂ ਦੇ ਪ੍ਰਚਾਰ ਚੋਂ ਅੰਦਰੋਂ ਨਹੀਂ, ਨਿਕਲ ਪਰ ਸਭ ਤੋਂ ਵੱਡੀ ਗੱਲ ਇਹ ਹੈ ਨਾ ਕਿ ਅਗਰ ਪ੍ਰਚਾਰ ਪ੍ਰਸਾਰ ਦੀ, ਹੁਣ ਮੈਂ ਕੱਲ ਵੀ ਜਿਹੜੀ ਵੀਡੀਓ ਦੇ ਵਿੱਚ ਦਿਖਾਇਆ ਵੀ ਜੈਨ ਦਾ ਆਪਣਾ ਸੈਟੇਲਾਈਟ ਹੈ, ਹਿੰਦੂਆਂ ਦਾ ਆਪਣਾ, ਹਿੰਦੂ ਧਰਮ ਦਾ ਆਪਣਾ ਸੈਟੇਲਾਈਟ ਹੈ। ਅਸੀਂ ਕਿਸੇ ਧਰਮ ਦੇ ਵਿਰੁੱਧ ਨਹੀਂ ਆ, ਅਸੀਂ ਸਤਿਕਾਰ ਕਰਦੇ ਹਾਂ, ਪਰ ਈਸਾਈਆਂ ਦੇਖਿਆ ਜਾਵੇ ਤਾਂ ਉਹਨਾਂ ਦਾ ਆਪਣਾ ਸੈਟੇਲਾਈਟ ਵੀ ਹੈ, ਆਪਣਾ DTH ਵੀ ਹੈ। ਸਾਡੀ ਕੌਮ ਕੋ ਕੀ ਕਮੀ ਹੈ? ਅਸੀਂ ਕਿਉਂ ਆਪਣਾ ਸੈਟੇਲਾਈਟ ਜਾਂ ਆਪਣੇ ਚੈਨਲ ਅਸੀਂ ਕਿਉਂ ਦੂਜੀ ਧਿਰ ਲੱਭਦੇ ਹਾਂ? ਆ ਪਿੱਛੇ ਜੇ ਇੱਕ ਦੋ ਸਿੱਖਾਂ ਨੇ ਜੋ ਕਹਿ ਰਹੇ ਸੀ ਕਿ ਅਸੀਂ ਸਾਰਾ ਲਾਉਂਦੇ ਹਾਂ, ਅਸੀਂ ਸਾਰਾ ਖਰਚਾ ਚੱਕਦੇ ਹਾਂ, ਤੁਸੀਂ ਸਾਨੂੰ ਸਿਰਫ ਆਰਡਰ ਦਿਓ, ਇੱਕ ਵਾਰ ਸੇਵਾ ਦਿਓ ਸਾਨੂੰ। ਇਹ ਗੱਲ ਆਈ ਥਿੰਕ ਭਗਵੰਤ ਮਾਨ ਨੇ ਵੀ ਕਿਹਾ ਵੀ ਸਾਰਾ ਕੁਝ ਅਸੀਂ ਕਰਕੇ ਦਿੰਦੇ ਹਾਂ। ਮੈਂ ਪਹਿਲੇ ਹੀ ਉਹਨਾਂ ਨੇ ਆਫਰ ਕੀਤਾ ਸੀ ਵੀ ਮੈਂ ਸਾਰਾ ਖਰਚਾ ਕਰ ਦੂੰਗਾ, ਇਹ ਕਹਿੰਦੇ ਸਾਡੇ ਧਰਮ ਨੂੰ ਦਖਲ ਦੇ ਰਹੇ ਹੋ ਤੁਸੀਂ, ਠੀਕ ਹੈ। ਹੁਣ ਤੁਸੀਂ ਦੇਖੋ ਮੇਰੀ ਗੱਲ, ਇਹ ਜਿਹੜੀ ਗੱਲ ਤਾਂ ਪਹਿਲਾਂ ਦੇ ਮੈਂ ਸੀਗਾ ਵੀ ਧਰਮ ਨੂੰ ਡਿਫਾਈਨ ਕਿੱਦਾਂ ਕੀਤਾ ਹੋਇਆ। ਹੁਣ ਤੁਸੀਂ ਈਸਾਈਆਂ ਦੀ ਐਗਜ਼ਾਮਪਲ ਕੀਤੀ ਹੈ, ਮੈਂ ਕਹਿੰਦਾ ਰੈਲੇਵੈਂਟ ਨਹੀਂ ਹੋਣੀ। ਉਹ ਆਪਣੇ ਧਰਮ ਨੂੰ ਪਿਆਰ ਕਰਦੇ ਨੇ, ਅਸੀਂ ਧਰਮ ਨੂੰ ਸਾਧਨ ਕਮਾਈ ਦਾ ਬਣਾਇਆ ਹੋਇਆ। ਬਿਲਕੁਲ। ਜੇ ਤੁਸੀਂ ਇੰਡੀਪੈਂਡੈਂਟ ਕਿਸੇ ਥਰਡ ਪਾਰਟੀ ਤੋਂ ਆਡਿਟ ਕਰਾਓਗੇ ਗੁਰਦੁਆਰਾ ਅਫੇਅਰਸ ਦਾ, ਤਾਂ ਤੁਸੀਂ ਮੈਨੂੰ ਯਕੀਨ ਆ ਵੀ ਕਿੰਨੇ ਕੱਪੜੇ ਨਿਕਲਣਗੇ। ਉਹਦੇ ਹਰਚਰਨ ਸਿੰਘ ਉਹਨਾਂ ਨੇ ਚੀਫ ਸੈਕਟਰੀ ਲਾਇਆ ਸੀ ਗੁਰਦੁਆਰਿਆਂ ਦਾ, ਉਹਦੀ ਕਿਤਾਬ ਪੜ੍ਹ ਕੇ ਦੇਖ ਲਓ ਜੀ। ਉਹਦਾ ਕਿਤਾਬ ਦਾ ਨਾਂ ਹੈਗਾ ਸ਼੍ਰੋਮਣੀ ਕਮੇਟੀ ਦੀ ਵਰਤਮਾਨ ਸਥਿਤੀ, ਵੀ ਕਿਸ ਤਰੀਕੇ ਨਾਲ ਕਾਰ ਸੇਵਾ ਵਾਲਿਆਂ ਤੋਂ ਪੈਸੇ ਲੈ ਲੈ ਕੇ ਇਹ ਕਰਾਏ ਜਾ ਰਹੇ ਨੇ। ਹੁਣ ਕਾਰ ਸੇਵਾ ਵਾਲਾ ਅੱਗੇ ਲੁੱਟ ਬਚਾਈ ਹੋਈ ਹੈ, ਸਿੱਖੀ ਦਾ ਪ੍ਰਚਾਰ ਕਿਹੜੇ ਪਾਸੇ ਹੋ ਰਿਹਾ ਸਮਝ ਨਹੀਂ ਆਉਂਦੀ ਮੈਨੂੰ। ਦੇਖੋ, ਕਾਰ ਸੇਵਾ ਵਾਲਿਆਂ ਨੂੰ ਵੀ ਅਸੀਂ ਮਾੜਾ ਨਹੀਂ ਕਹਿੰਦੇ, ਪਰ ਹਾਂ ਕਾਰ ਸੇਵਾ ਵਾਲਿਆਂ ਨੇ ਜਿਹਨਾਂ ਨੇ ਢਹਿ ਢੇਰੀ ਕਰਤੀਆਂ ਸਾਡੀਆਂ ਇਤਿਹਾਸਿਕ ਇਮਾਰਤਾਂ, ਉਹਨਾਂ ਨੂੰ ਤਾਂ ਇਤਿਹਾਸ ਕਦੇ ਮਾਫ ਨਹੀਂ ਕਰੇਗਾ। ਉਹ ਤਾਂ ਪਤਾ ਹੈ ਜਿੱਥੇ ਵੀ ਬੋਰਡ ਲੱਗਿਆ ਵੀ ਆਹ ਗੁਰਦੁਆਰਾ ਕਾਰ ਸੇਵਾ ਵਾਲਿਆਂ ਨੇ ਬਣਾਇਆ, ਆਹ ਗੁਰਦੁਆਰਾ ਚਾਹੇ ਇਤਿਹਾਸਿਕ ਨੇ, ਆਹ ਦੁਖਨਿਵਾਰਨ ਸਾਹਿਬ ਗੁਰਦੁਆਰਾ ਪਟਿਆਲੇ ਦਾ ਹੋ ਗਿਆ, ਸਰਹੰਦ ਤੁਸੀਂ ਚੱਲ ਜਾਓ। ਸਾਡੇ ਸੈਂਟੀਮੈਂਟਸ ਨੂੰ ਐਕਸਪਲੋਇਟ ਕਰ ਰਹੇ ਨੇ ਜੀ। ਦੇਖੋ, ਜੇ ਸਾਨੂੰ, ਮੈਂ ਹੁਣ ਸਪੋਜ਼ ਹੋਵਾਂ ਤੇ ਮੈਂ ਕਹਾਂ ਵੀ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ, ਐਕਸਟੈਂਸ਼ਨ ਲਈ, ਰਿਪੇਅਰ ਐਂਡ ਰੈਨੋਵੇਸ਼ਨ ਲਈ ਸਾਨੂੰ ਕੋਈ ਜਥਾ ਚਾਹੀਦਾ ਹੈ, ਉਹਨੂੰ ਤੁਸੀਂ ਯੂ ਡਿਵਾਈਡਡ ਨੂੰ ਕਰ ਸੇ ਉਹਦੀ ਟੈਂਡਰ ਮੰਗ ਲਓ, ਲੋਕਾਂ ਤੋਂ ਕੰਮ ਕਰਵਾ ਲਓ। ਉਹਦੇ ਲਈ ਡਿਫਾਈਨ ਤਾਂ ਕਰੋ ਨਾ ਵੀ ਤੁਸੀਂ ਆਹ ਕੰਮ ਕਰ ਸਕਦੇ ਹੋ, ਆਹ ਨਹੀਂ ਕਰ ਸਕਦੇ। ਸਾਰੀਆਂ ਇਮਾਰਤਾਂ ਦੇ ਮੂਹਰੇ ਢਾਈਆਂ ਗਈਆਂ ਨੇ ਜੀ। ਬਿਲਕੁਲ, ਜਿਹੜੀਆਂ ਪ੍ਰੀਜ਼ਰਵ ਹੋ ਸਕਦੀਆਂ ਸੀਗੀਆਂ, ਜਿਹੜੀਆਂ ਸਾਂਭ ਸਕਦੇ ਸੀਗੇ। ਜਿੱਦਾਂ ਦਰਸ਼ਨੀ ਡਿਊਟੀ ਨੂੰ ਹੁਣ ਵਿਰੋਧ ਕੀਤਾ, ਚਾਹੇ ਵਡਾਲਾ ਸਾਹਿਬ ਨੇ ਵਿਰੋਧ ਕਰਨਾ ਸ਼ੁਰੂ ਕੀਤਾ, ਉਹ ਬਚ ਗਈ, ਇਤਿਹਾਸਿਕ ਇਮਾਰਤ ਸੀ ਸਾਡੀ। ਪਰ ਸੰਗਤ ਜੀ, ਤੁਸੀਂ ਆਪ ਦੇਖ ਸਕਦੇ ਹੋ ਵੀ ਜਿਹੜੀ SGPC ਚੀਕਾ ਮਾਰ ਕੇ ਅੱਜ ਕਹਿੰਦੇ, ਧਾਮੀ ਸਾਹਿਬ ਕਹਿੰਦੇ ਆ ਅਸੀਂ ਕੋਈ ਪੰਥ ਦੇ ਵਿਰੋਧੀ ਨਹੀਂ ਆ, ਸਾਨੂੰ ਵੀ ਦਰਦ ਹੈ, ਅਸੀਂ ਕੋਈ ਆਮ ਆਦਮੀ ਪਾਰਟੀ ਦੇ ਫੈਨ ਨਹੀਂ ਆ, ਭਗਵੰਤ ਮਾਨ ਦਾ ਕੋਈ ਫੈਨ ਨਹੀਂ ਹੈ, ਤੁਸੀਂ ਵੀਡੀਓਜ਼ ਚੱਕ ਕੇ ਦੇਖਦੇ। ਪਰ ਹਾਂ, ਜੇ ਕੋਈ ਫੈਸਲਾ ਉਹਨਾਂ ਨੇ ਅਜਿਹਾ ਲਿੱਤਾ ਹੈ ਜਿਹੜਾ ਕੌਮ ਦੇ ਹਿੱਤ ਦੇ ਵਿੱਚ ਜਾਂ ਪੰਜਾਬ ਦੇ ਹਿੱਤ ਦੇ ਵਿੱਚ ਆ, ਚਾਹੇ ਉਹਦਾ ਭਵਿੱਖ ਤੁਹਾਨੂੰ ਅੱਜ ਮਾੜਾ ਨਜ਼ਰ ਆ ਰਿਹਾ ਹੈ, ਤੇ ਹੋ ਸਕਦਾ ਹੈ ਭਵਿੱਖ ਮਾੜਾ ਵੀ ਹੋਵੇ। ਜੋ ਗੱਲ ਧਾਮੀ ਸਾਹਿਬ ਨੇ ਸਵੇਰੇ ਕਹੀ ਹੈ ਵੀ ਅਗਰ ਅੱਜ ਸਰਕਾਰ ਨੇ ਮਤਲਬ ਹਸਤਕਸ਼ੇਪ ਕੀਤਾ ਹੈ, ਵਿੱਚ ਇੰਟਰਫੇਅਰ ਕੀਤਾ ਹੈ SGPC ਦੇ ਵਿੱਚ, ਨਵਾਂ ਆਪਣਾ ਐਕਟ ਬਣਾਤਾ ਆ, ਤੇ ਉਹਦਾ ਹੋ ਸਕਦਾ ਵੀ ਕੱਲ ਨੂੰ ਹਰ ਫੈਸਲਾ ਜਥੇਦਾਰ ਲਾਇਆ ਜਾਵੇ, ਕਿਹੜਾ ਤੇ ਕਦੋਂ ਲਾਇਆ ਜਾਵੇ, ਉਹ ਵੀ ਫੈਸਲੇ ਸਰਕਾਰਾਂ 'ਚ ਹੋ ਜਾਣ। ਤੇ ਇਹ ਫੈਸਲੇ ਹੁਣ ਵੀ ਤਾਂ ਸਰਕਾਰਾਂ 'ਚ ਹੀ ਹੁੰਦੇ ਨੇ। ਹੁਣ ਮੈਨੂੰ ਦੱਸ ਦਿਓ ਤੁਸੀਂ, ਰਘਵੀਰ ਸਿੰਘ ਜੀ ਨੂੰ ਜਥੇਦਾਰ ਲਾਇਆ ਕਿਹੜੀ ਵਿਉਂਤ ਦੇ ਜ਼ਰੀਏ ਲਾਇਆ ਆ? ਕਿੱਦਾਂ ਚੋਣ ਹੋਈ ਉਹਨਾਂ ਦੀ? ਕਿਹਨੇ ਚੋਣ ਕੀਤੀ? ਆ ਜਿਹੜੇ ਤੁਹਾਡੇ 200 ਮੈਂਬਰ ਨੇ ਉਹਨਾਂ ਨੇ? ਬਾਕੀ ਕੌਮ ਕਿੱਥੇ ਹੈ? ਪਹਿਲਾਂ ਜਥੇਦਾਰ ਥਾਪੇ ਜਾਂਦੇ ਸੀਗੇ ਸਰਬੱਤ ਖਾਲਸਾ ਸੱਦ ਕੇ। ਹਿੰਮਤ ਹੈ? ਸਾਰੇ ਫੈਸਲੇ ਭਗਵੰਤ ਮਾਨ ਦੇ ਵੀ ਫੈਸਲੇ ਨੂੰ ਵੀ ਅਸੀਂ ਗਲਤ ਕਹਿ ਦਾਂਗੇ। ਸੱਦੋ ਸਰਬੱਤ ਖਾਲਸਾ, ਸਾਰੀਆਂ ਸਿੱਖ ਧਿਰਾਂ ਸੱਦੋ, ਉਹਨਾਂ ਨੂੰ ਕਹੋ ਫੈਸਲਾ ਲੈਣ। ਪਰ ਹਾਂ, ਸਿਆਸੀ ਧਿਰਾਂ ਦੂਰ ਰਹਿਣ, ਬਾਦਲ ਦਲ ਦੂਰ ਰਵੇ, ਤਾਂ ਮੰਨਾਂਗੇ ਫੈਸਲਾ। ਸਿਰ ਮੱਥੇ ਪ੍ਰਵਾਨ ਹੋਏਗਾ, ਬਿਨਾਂ ਕਿਸੇ ਦੇ ਤਲਵੇ ਚੱਟੇ, ਬਿਨਾਂ ਕਿਸੇ ਸਾਹਮਣੇ ਗੋਡੇ ਟੇਕੇ ਫੈਸਲੇ ਲਓ, ਦਿਲੋਂ ਸਤਿਕਾਰ ਦੇ ਨਾਲ ਅਪਣਾਏਗੀ, ਸਾਰੀ ਕੌਮ ਅਪਣਾਏਗੀ। ਪਰ ਹਾਂ, ਆਹ ਜਿਹੜੀਆਂ ਚੀਜ਼ਾਂ ਹੁਣ ਚੱਲ ਰਹੀਆਂ ਨੇ, ਇਹ ਚੀਜ਼ਾਂ ਹਰ ਕਿਸੇ ਨੂੰ ਨਜ਼ਰ ਆ ਰਹੀਆਂ ਨੇ ਵੀ ਤੁਸੀਂ ਥਾਲੀ ਦੇ ਵਿੱਚ ਬੈਂਗਣ ਘਮਾਈ ਜਾਂਦੇ ਹੋ, ਤੇ ਉਹ ਥਾਲੀ ਜਿਹਦੀ ਹੈਗੀ ਹੈ ਉਹ ਪਤਾ ਆ ਕਿਹਦੀ ਹੈ। ਹੁਣ ਤੁਸੀਂ ਚੈਨਲਾਂ ਦੇ ਚਾਹੇ ਨਾਮ ਬਦਲ ਲਓ, ਹੁਣ ਚਾਹੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ 26 ਤਰੀਕ ਨੂੰ ਮੀਟਿੰਗ ਦੇ ਵਿੱਚ ਕੀ ਫੈਸਲਾ ਆਉਂਦਾ ਉਹ ਵੀ ਦੁਨੀਆ ਨੂੰ ਦੇਖੀ ਜਾਣਾ। ਪਰ ਮੈਂ ਕੱਲ ਵਾਲੀ ਵੀਡੀਓ 'ਚ ਵੀ ਕਿਹਾ ਸੀ, ਅੱਜ ਵੀ ਕਹਿਣਾ, ਘੁੰਮ ਫਿਰ ਕੇ ਫੈਸਲਾ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਉਹਨਾਂ ਦੇ ਜਿਹੜੇ ਚੈਨਲਸ ਨੇ ਉਸ ਤੋਂ ਬਾਹਰ ਨਹੀਂ ਜਾ ਸਕਦਾ। ਤੁਹਾਨੂੰ ਲੱਗਦਾ ਜਾਏਗਾ? ਸਰ ਆਪਾਂ ਉਹ ਪੋਸੀਬਿਲਿਟੀ ਨਹੀਂ ਹੋ ਸਕਦੀ। ਆਪਾਂ ਤਾਂ ਦੇਖੋ, ਇਹ ਜਿਹੜਾ ਕੁਛ ਆਪਾਂ ਬੀਜ ਰਹੇ ਹੁੰਦੇ ਆ ਨਾ, ਉਹੀ ਵੱਢ ਰਹੇ ਹੁੰਦੇ ਆ। ਜਦੋਂ ਆਪਾਂ ਬੀਜਿਆ ਹੀ ਇਹ ਕੁਛ ਹੈਗਾ ਤਾਂ ਵੱਢਾਂਗੇ ਕਿਵੇਂ? ਜਿਹੜਾ ਬੀਜੇ ਸੋਲੋ ਨੇ, ਆਪਾਂ ਤਾਂ ਉਹੀ ਕੰਮ ਕਰਾਂਗੇ ਨਾ ਜੀ। ਹੁਣ 200 ਮੈਂਬਰ ਬੁਲਾ ਲਏ ਇਹਨਾਂ ਨੇ, ਜਿੰਨੇ ਵੀ ਹੈਗੇ ਨੇ ਮੈਂਬਰ, ਮੈਨੂੰ ਤਾਂ ਪਤਾ ਨਹੀਂ ਉਹਨਾਂ 'ਚੋਂ ਬਹੁਤੇ ਅਨਪੜ੍ਹ ਨੇ, ਬਹੁਤੇ ਇਸ਼ੂਜ਼ ਦਾ ਨਹੀਂ ਪਤਾ ਹੈ ਜੀ। ਉਹਨਾਂ ਨੇ ਕਦੇ ਬੋਲ ਕੇ ਨਹੀਂ ਦੇਖਿਆ ਅੱਜ ਤੱਕ। ਕਦੇ ਐਂ ਦੱਸੋ, ਜਿਹੜਾ ਬਜਟ ਇਜਲਾਸ ਹੁੰਦਾ ਉਸ ਵੇਲੇ ਇਕੱਠ ਹੁੰਦਾ SGPC ਦਾ, ਮੈਨੂੰ ਦੱਸੋ ਕਿਸੇ ਦੀ ਪ੍ਰੋਸੀਡਿੰਗ ਬਣੀ ਹੋਈ ਆ, ਕੋਈ ਬੋਲਿਆ ਉੱਥੇ? ਕੋਈ ਨਹੀਂ ਬੋਲਦੇ। ਜੋ ਮਾੜੇ ਮੋਟੇ ਕੋਈ ਧੰਨਵਾਦ ਕਰਨ ਦੇ ਮਤੇ ਹੋਣਗੇ, ਮੈਨੂੰ ਤਾਂ ਹੋਰ ਤਾਂ ਲੱਗਦਾ ਕੋਈ ਨਹੀਂ ਜੀ। ਮਤਲਬ ਉਹ ਇਹੀ ਲੱਗਦਾ ਕਿ ਰਬੜ ਸਟੈਂਪਾਂ ਨੇ ਸਾਰੀਆਂ, ਰਬੜ ਸਟੈਂਪਾਂ ਨੇ। ਸਰ ਤੁਸੀਂ ਇਹ ਤਾਂ ਦੇਖੋ, ਸਿੱਖਿਆਂ ਨੂੰ ਜੇ ਸਿੱਖ ਧਰਮ ਬਚਾਉਣਾ ਹੈ, ਮੈਂ ਕਹਿੰਦਾ ਸਟਰਕਚਰਲ ਚੇਂਜਸ ਕਰਨੀਆਂ ਪੈਣੀਆਂ ਸਾਨੂੰ ਸਾਰੇ ਸਮੇਂ ਦੇ ਮੁਤਾਬਕ। ਸਾਨੂੰ ਸਮੇਂ ਦਾ ਹਾਣੀ ਹੋਣਾ ਪੈਣਾ ਜੀ। ਇਹ ਹਾਣੀ ਨਹੀਂ ਹੈਗੇ ਸਮੇਂ ਦੇ,
ਇਹ ਜੋ ਕਰਦੇ ਨੇ ਦੇਖੋ ਮੇਰੀ ਗੱਲ ਤੁਸੀਂ ਹੁਣ ਗੱਲ ਕੀਤੀ ਖਾਲੜੇ ਦੀ ਗੱਲ ਕੀਤੀ, ਖਾਲੜੇ ਦਾ ਮਰਡਰ ਹੋ ਗਿਆ ਜੀ। ਖਾਲੜੇ ਦੇ ਘਰਵਾਲੀ ਦਾ ਬਿਆਨ ਸੁਣ ਲਓ, ਉਹਨੂੰ ਉਹ ਗਈ ਬਾਦਲ ਸਾਹਿਬ ਕੋਲੇ ਵੀ ਮੈਨੂੰ ਇਨਸਾਫ ਦਿਵਾਓ, ਉਹ ਕਹਿੰਦਾ ਬੀਬੀ ਪੁਰਾਣੀ ਗੱਲ ਹੋ ਗਈ, ਛੱਡ ਪਰੇ, ਹੁਣ ਕੀ ਕਰਨਾ। ਜੇ ਤੁਸੀਂ ਇਹੋ ਜਿਹੀਆਂ ਗੱਲਾਂ ਕਰੋਗੇ, ਅੱਛਾ ਹੋਰ ਦੇਖ ਲਓ ਭਾਈ ਗੁਰਦੇਵ ਸਿੰਘ ਕੌਂਕੇ ਕਿੱਡਾ ਧਾਰਮਿਕ ਆਦਮੀ ਸੀ, ਉਹ ਮਾਰਿਆ ਗਿਆ, ਰੌਲਾ ਸਿੱਖਾਂ ਨੇ ਪਾਇਆ, ਇੱਕ ਕਮੇਟੀ ਬਣ ਗਈ ਤਵਾੜੀ ਦੀ। ਕਮੇਟੀ ਕਾਹਦੀ ਸੀ? ਉਹ ਇੱਕ ਪੁਲਿਸ ਅਫਸਰ ਸੀ ਤਵਾੜੀ, ਉਹਨੂੰ ਦੇਤੀ ਗੋਂਗਲਾ ਤੋਂ ਮਿੱਟੀ ਝਾੜਨ ਵਾਸਤੇ। ਹਾਂ, ਉਹਦੀ ਰਿਪੋਰਟ ਖੋਲੀ ਨਹੀਂ ਗਈ ਹੁਣ ਤੱਕ। ਦੱਸੋ ਮੈਨੂੰ ਤੁਸੀਂ ਕਿਵੇਂ ਆਪਦੀ ਕੌਮ ਨਾਲ ਖੜੇ ਹੋ? ਜਿਹੜਾ ਤੁਹਾਨੂੰ ਦੇਖੋ ਦਰਦ, ਤੁਹਾਡਾ ਦਰਦ ਮੇਰਾ ਆਪਣਾ ਦਰਦ ਹੋਵੇ, ਫਿਰ ਮੈਂ ਕੌਮ ਦੀ ਅਗਵਾਈ ਕਰਨ ਦੇ ਹੱਕਦਾਰ ਹੈਗਾ। ਜਦੋਂ ਮੈਨੂੰ ਤੁਹਾਡੇ ਦਰਦ ਦੀ ਪਰਵਾਹ ਹੀ ਨਹੀਂ, ਤੁਸੀਂ ਕੁੱਤੇ ਦੀ ਮੌਤ ਮਰੋ, ਚਾਹੇ ਸਾਰੀ ਕੌਮ ਮਰੋ, ਸਾਨੂੰ ਇੱਥੇ ਬੈਠਿਆਂ ਨੂੰ ਨਾ ਛੇੜੋ, ਫਿਰ ਮੈਂ ਕਿਵੇਂ ਕਹਾਂ ਅਸੀਂ ਪੰਥਕ ਹੈ ਜੀ? ਤੁਸੀਂ ਕਿਹੜੇ ਪੰਥ ਦੀ ਗੱਲ ਕਰਦੇ ਹੋ? ਜਿਹੜੇ ਸਾਨੂੰ ਜਰਨੈਲ ਸਿੰਘ ਨੂੰ 20 ਸਾਲ ਕਹੀ ਗਏ ਵੀ ਇਹ ਸ਼ਹੀਦ ਨਹੀਂ ਹੋਇਆ, ਭਗੌੜਾ ਹੋ ਗਿਆ, ਔਰ ਭਗੌੜੇ ਦੀ ਬਰਸੀਆਂ ਮਨਾਉਣੀ ਸ਼ੁਰੂ ਕਰ ਦਿੱਤੀਆਂ। ਮੈਨੂੰ ਸਮਝਾਓ ਵੀ ਕਿਹੜੇ ਪਾਸੇ ਜਾ ਰਹੇ ਹੋ ਤੁਸੀਂ ਕੌਮ ਨੂੰ? ਜੇ ਕੌਮ ਨੂੰ ਚੰਗੇ ਪਾਸੇ ਲਾ ਰਹੇ ਹੋ, ਦੇਖੋ ਜਿਹੜੇ ਚੰਗੇ ਮਾਂ ਪਿਓ ਹੁੰਦੇ ਨੇ ਚੰਗੇ ਸੰਸਕਾਰ ਦਿੰਦੇ ਨੇ, ਮਾੜੇ ਸੰਸਕਾਰ ਦੇ ਕੇ ਫਿਰ ਚੰਗੇ ਬੱਚੇ ਕੋਲੋਂ ਚੰਗੀ ਆਸ ਕਿਵੇਂ ਕਰੋਗੇ ਤੁਸੀਂ? ਅਤੇ ਲੋਕਾਂ ਦੇ ਦਿਮਾਗ 'ਚ ਇਹੀ ਵੜ ਚੁੱਕਿਆ ਹੋਗਾ ਵੀ ਇਹ ਜੋ ਇਹ ਕਹਿੰਦੇ ਇਹੀ ਪੰਥ ਹੈ। ਹੁਣ ਤੁਸੀਂ ਪ੍ਰਚਾਰ ਦਾ ਵੀ 27 ਸਾਲ ਟੋੜਾ ਰਹਿ ਗਿਆ ਜੀ, ਇਸ ਕਰਕੇ ਪਰਮਾਨੈਂਟ ਮੋਹਰ ਲੱਗ ਗਈ, 5 ਵਾਰੀ ਇਹ ਰਹਿ ਲਿਆ ਜੀ ਮੁੱਖ ਮੰਤਰੀ, ਮੋਹਰ ਲੱਗ ਗਈ। ਮੈਨੂੰ ਅੱਜ ਗੁਰੂ ਗੋਬਿੰਦ ਸਿੰਘ ਨੇ ਕਿਹਨੂੰ ਲਿਖ ਕੇ ਦਿੱਤਾ ਅੱਜ ਤੱਕ ਵੀ ਤੂੰ ਮੇਰੇ ਮਗਰੋਂ ਇਹ ਚੱਲਣਗੇ ਸਾਰੇ ਤੇ ਪੰਥ ਇਹ ਚਲਾਣਗੇ? ਤੇ ਗੁਰੂ ਸਾਹਿਬ ਤਾਂ ਦੇਖੋ ਜੋ ਕਹਿ ਗਏ ਨੇ, ਆਗਿਆ ਪਈ ਅਕਾਲ ਕੀ ਤਵੇ ਚਲਾਓ ਪੰਥ, ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ। ਇਹ ਸਾਰੀਆਂ ਗੱਲਾਂ ਕਲੀਅਰ ਨੇ। ਤੁਸੀਂ ਪਹਿਲਾਂ ਦੇਖੋ ਜਿੰਨੀਆਂ ਪਹਿਲਾਂ ਬਾਣੀ ਜਿੰਨੀਆਂ ਗੱਲਾਂ ਆਉਂਦੀਆਂ, ਸੁਖ ਗੁਰਸਿੱਖ ਮੀਤ ਸੁਣੋ ਜਨ ਭਾਈ, ਹੈ ਜੀ ਮੇਰੀ ਇਹ ਗੱਲ ਸੁਣੋ, ਪਿਆਰ ਨਾਲ ਕਹਿ ਰਹੇ ਨੇ, ਇੱਥੇ ਹੁਕਮ ਆ ਗਿਆ ਜੀ ਵੀ ਇਹ 'ਚ ਕੋਈ ਨੈਗੋਸ਼ੀਏਬਲ ਨਹੀਂ ਹੈਗਾ, ਇਹ 'ਚ ਕੋਈ ਤਬਦੀਲੀ ਨਹੀਂ। ਗੁਰੂ ਮਾਨਿਓ ਗ੍ਰੰਥ, ਗੁਰੂ ਮੰਨਣਾ ਕਿਵੇਂ ਹੈ ਜੀ? ਪ੍ਰਗਟ ਗੁਰਾਂ ਕੀ ਦੇ, ਫਿਰ ਕਹਿੰਦਾ ਜਾਂ ਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮੇਲੇ। ਇਹਦੀ ਟ੍ਰਾਂਸਲੇਸ਼ਨ ਸਰਦਾਰ ਕਪੂਰ ਸਿੰਘ ਇਸ ਤਰ੍ਹਾਂ ਕਰਿਆ ਕਰਦੇ ਸੀ ਵੀ ਜਿਹੜੇ ਦਿਮਾਗ ਪ੍ਰੋਪਰਲੀ ਟ੍ਰੇਨਡ ਹੈਗਾ, ਜਿਹੜੇ ਉਸ ਕਾਬਲੀ ਰੱਖਦੇ ਨੇ, ਉਹ ਇਹ ਗੱਲਾਂ ਦੀ ਪੁਸ਼ਟੀ ਜਿਹੜੀਆਂ ਗੱਲਾਂ ਪਹਿਲਾਂ ਆ ਚੁੱਕੀਆਂ ਨੇ, ਆਗਿਆ ਪਈ ਅਕਾਲ ਕੀ, ਇਹ ਗੱਲਾਂ ਦੀ ਪੁਸ਼ਟੀ ਗ੍ਰੰਥ ਸਾਹਿਬ ਨੂੰ ਪੜ੍ਹਨ ਨਾਲ ਹੋ ਜਾਏਗੀ। ਉਹ ਲੋਕ ਕਰ ਸਕਣਗੇ ਜਿਨ੍ਹਾਂ ਕੋਲੇ ਟ੍ਰੇਨਿੰਗ ਹੈਗੀ ਹੈ। ਹੁਣ ਉਹਦੀ ਥਾਂ ਤੇ ਕੱਟ ਕੇ ਇਹਨਾਂ ਨੇ ਲਿਆਤਾ ਜੋ ਪ੍ਰਭ ਕੋ ਮਿਲ ਬੋਚ ਹੈ, ਉਹ ਕਿਸੇ ਸਾਧ ਨੇ ਪਾਇਆ ਹੋਣਾ, ਪਰ ਇਹਨਾਂ ਨੂੰ ਤਾਂ ਇਸ ਗੱਲ ਦਾ ਫਿਕਰ ਹੀ ਨਹੀਂ ਹੈਗਾ ਵੀ ਕਿਸੇ ਨੇ ਕੀ ਪਾਤਾ। ਅਗਰ ਕਹਿੰਦੇ ਵੀ ਚਲੋ ਜੀ 2 ਮਿੰਟ ਅਰਦਾਸ ਹੋਣੀ ਹੈ ਕਰਕੇ ਵਾਕ ਲੈਣਾ, ਮੁੜ ਕੇ ਦੇਖ ਲੈਣੀ ਹੈ, ਸਰ ਇਹ ਸਿੱਖੀ ਨਹੀਂ ਹੈਗੀ ਸਰ, ਕਦੇ ਵੀ ਨਹੀਂ ਹੋ ਸਕਦੀ ਇਹ। ਤੁਸੀਂ ਮੇਰੀ ਗੱਲ ਸੁਣੋ, ਇੱਕ ਗੁਰੂ ਗ੍ਰੰਥ ਸਾਹਿਬ ਦਾ ਇਹ ਕਦੇ ਹੋਇਆ ਵੀ ਜਿਹਦੇ ਗੁਰੂ ਦੇ ਜਾਂਦੇ ਨੇ ਉਹਨਾਂ ਨੂੰ ਉੱਥੇ ਪ੍ਰਸ਼ਾਦ ਮਿਲ ਜਾਂਦਾ? ਇਹਨਾਂ ਨੇ ਪ੍ਰਸ਼ਾਦ ਕਰਾਇਆ, ਪ੍ਰਸ਼ਾਦ ਕਰਾ ਕੇ ਦਸਾਈ ਦੇ ਘਰ ਲੈ ਗਏ ਪ੍ਰਧਾਨ ਮੰਤਰੀ ਦੇ, ਤੇ ਉਹ ਕਹਿੰਦਾ ਮੈਂ ਨਹੀਂ ਖਾਤਾ ਹਲਵਾ, ਮੇਰੇ ਸਿਰ ਪਰ ਮਲ ਦੋ ਜੀ ਹਲਵਾ, ਬੇਇੱਜ਼ਤੀ ਕੀਤੀ। ਅੱਛਾ, ਮੈਨੂੰ ਲੱਗਿਆ ਇਸ ਗੱਲ ਦਾ ਕਾਫੀ ਦੁੱਖ ਹੋਰ ਸਿੱਖਾਂ ਨੂੰ ਲੱਗਿਆ ਹੋਣਾ, ਮੈਨੂੰ ਪਤਾ ਨਹੀਂ, ਪਰ ਮੈਨੂੰ ਲੱਗਿਆ। ਕਦੋਂ ਦੀ ਗੱਲ ਇਹ, ਕਿਹਦੀ ਗੱਲ ਹੈ ਇਹ ਸਰ? ਗੱਲ ਜਦੋਂ ਇਹ 1977 ਦੇ ਵਿੱਚ ਐਮਰਜੈਂਸੀ ਹਟੀ ਹੈ ਨਾ ਜੀ, ਉਦੋਂ ਮੁੜ ਕੇ ਦਸਾਈ ਸਾਹਿਬ ਪ੍ਰਧਾਨ ਮੰਤਰੀ ਬਣੇ ਨੇ, ਮੁਰਾਰਜੀ ਦਸਾਈ, ਉਦੋਂ ਦੀ ਗੱਲ ਹੈ। ਤੇ ਮੈਂ ਅਸੀਂ ਪੜ੍ਹਦੇ ਸੀ, ਮੇਰੇ ਦਿਮਾਗ 'ਚ ਗੱਲ ਰਹੀ। ਮੈਂ ਜਦੋਂ ਲੁਧਿਆਣੇ ਲੱਗਿਆ, ਮੈਂ ਤਲਵੰਡੀ ਸਾਹਿਬ ਨੇ ਬੁਲਾਇਆ, ਮੈਂ ਘਰ ਚਲਿਆ ਗਿਆ। ਮੈਂ ਕਿਹਾ ਜੀ ਇੱਕ ਗੱਲ ਤਾਂ ਮੈਂ ਤੁਹਾਨੂੰ ਉਲਾਂਭਾ ਦੇਣਾ, ਇੱਕ ਗੱਲ ਮੈਂ ਤੁਹਾਨੂੰ ਵਧਾਈ ਦੇਣੀ ਹੈ। ਉਹ ਵਿਚਾਰੇ ਸਿੱਧਰੇ ਸੀ, ਸਿੱਧੇ ਦਿਮਾਗ ਦੇ ਸੀ, ਕਹਿੰਦੇ ਹਾਂ ਯਾਰ ਤੂੰ ਪਹਿਲਾਂ ਉਲਾਂਭਾ ਹੀ ਦੇ ਲੈ। ਮੈਂ ਕਿਹਾ ਸਰ ਫਿਰ ਇਹ ਦੱਸੋ ਵੀ ਵੱਡਾ ਕੌਣ ਹੈ, ਗੁਰੂ ਗ੍ਰੰਥ ਸਾਹਿਬ ਵੱਡਾ ਕਿ ਪ੍ਰਧਾਨ ਮੰਤਰੀ ਵੱਡਾ? ਕਹਿੰਦਾ ਜੀ ਵੱਡਾ ਤਾਂ ਗ੍ਰੰਥ ਸਾਹਿਬ ਹੀ ਹੈ। ਦੇਖੋ ਬੰਦੇ ਦੀ ਪਿੱਠ ਸੁਣ ਦੀ ਚੱਲਿਆ ਗਿਆ ਵਿਚਾਰਾ। ਮੈਂ ਕਿਹਾ ਜੀ ਮੈਂ ਜੇ ਗ੍ਰੰਥ ਸਾਹਿਬ ਵੱਡਾ ਹੈ, ਤੁਹਾਨੂੰ ਕੀ ਤਕਲੀਫ ਮਜਬੂਰੀ ਹੋਈ ਸੀ ਪ੍ਰਸ਼ਾਦ ਬਣਾ ਕੇ ਉੱਥੇ ਲੈ ਗਏ? ਉਹਨੇ ਕੱਢੀ ਗਾਲ ਜੀ ਕੱਢੀ, ਕਹਿੰਦਾ ਮੈਂ ਉਹਨਾਂ ਨਾਲ ਨਹੀਂ ਸੀ ਗਿਆ। ਮੈਂ ਚਲੋ ਜੇ ਤੁਸੀਂ ਨਹੀਂ ਗਏ ਤਾਂ ਮੈਂ ਜਿਹੜੇ ਗਏ ਸੀ ਗਏ ਤਾਂ ਸੀਗੇ ਨਾ, ਉਹਨਾਂ ਨਾਲ। ਦੇਖੋ ਤੁਸੀਂ ਪੋਲੀਟਿਕਸ ਦੇਖੋ, ਪੋਲੀਟਿਕਸ 'ਚ ਕਈ ਮਜਬੂਰੀਆਂ ਹੁੰਦੀਆਂ ਨੇ, ਮੈਂ ਮੰਨਦਾ। ਧਰਮ 'ਚ ਕੋਈ ਇਹੋ ਜਿਹੀਆਂ ਸਿੱਧਾਂ ਨਹੀਂ ਹੁੰਦੀਆਂ ਵੀ ਆਪਾਂ ਇੰਨੇ ਗੁਰੂ ਸਾਹਿਬ ਨੇ ਜੇ ਕਿਹਾ ਮੈਂ ਪੰਥ ਨੂੰ ਦੇਤੀ, ਤੇ ਪੰਥ ਦੇ ਕੋਲ ਜਿਹੜਾ ਇੰਨੀ ਪਾਵਰ ਨਹੀਂ ਦਿੱਤੀ ਗੁਰੂ ਨੇ ਵੀ ਜਿਹੜਾ ਬੇਸਿਕ ਸਟਰਕਚਰ ਹੈ ਕੌਮ ਦਾ ਉਹੀ ਬਦਲ ਦਿਓ, ਉਹ ਨਹੀਂ ਬਦਲ ਸਕਦਾ। ਬਿਲਕੁਲ, ਪੰਥ ਜੇ 10 ਵਾਰੀ ਇਕੱਠਾ ਹੋ ਜਾਵੇ, ਜਿਹੜਾ ਬੇਸਿਕ ਸਿਧਾਂਤ ਹੈ ਸਿੱਖੀ ਦਾ ਉਹ ਨਹੀਂ ਬਦਲਿਆ ਜਾ ਸਕਦਾ। ਇਹ ਉਸੇ ਸਿਧਾਂਤ ਤੇ ਬਾਰ-ਬਾਰ ਸੱਟ ਮਾਰ ਰਹੇ ਨੇ। ਬਿਲਕੁਲ, ਉਸੇ ਸਿਧਾਂਤ ਨੂੰ ਤੋੜ ਰਹੇ ਨੇ। ਇਹਨਾਂ ਨੇ ਸੱਟ ਮਾਰੀ ਹੋਈ ਹੈ ਪਹਿਲਾਂ, ਹੁਣ ਵੀ ਲਗਾਤਾਰ ਮਾਰ ਰਹੇ ਨੇ। ਹੁਣ ਜਿਹੜਾ ਕਹਿੰਦੇ ਨੇ ਹਮਲਾ ਸਾਡੇ ਤੇ ਹੋ ਗਿਆ, ਹਮਲਾ ਪਹਿਲੇ ਹਮਲੇ ਨੂੰ ਤਾਂ ਹਮਲਾ ਹੀ ਨਹੀਂ ਸਮਝਦੇ। ਜੇ ਸਾਡੇ ਕੋਲ ਤੱਤੀ ਵਾਹ ਨਹੀਂ ਲੱਗੀ ਸਾਡੇ ਕੋਲ ਦੀ, ਸਾਨੂੰ ਤਾਂ ਉਹ ਕੋਈ ਚਾਹੇ ਸਾਰਾ ਪੰਥ ਝੁਲਸਿਆ ਗਿਆ ਉਸ ਹਵਾ 'ਚ, ਬਿਲਕੁਲ ਸਾਡੇ ਤੇ ਹਵਾ ਨਹੀਂ ਲੱਗੀ, ਅਸੀਂ ਉਹਨੂੰ ਕਿਵੇਂ ਹਮਲਾ ਮੰਨਾਂਗੇ ਜੀ? ਹੁਣ ਹਮਲਾ ਜਿਹੜਾ ਸਾਡੇ ਤੇ ਹੋਇਆ, ਸਾਡੀ ਰੋਟੀ ਬੋਟੀ ਸਾਡੀ ਖੋਈ ਜਾ ਰਹੀ ਆ ਵੀ ਇਹ ਦੇਖੋ ਤੁਸੀਂ। ਮੈਂ ਹੁਣ ਕਹਿੰਦਾ ਨਹੀਂ, ਕਈ ਗੱਲਾਂ ਸੁਣੀਆਂ ਹੋਈਆਂ ਨੇ। ਮੈਂ ਜਿਹੜੇ ਹਰਿਆਣੇ ਵਾਲੇ ਨਾਲ ਵੀ ਮੈਂ ਗੱਲ ਕੀਤੀ, ਨਲਵੀ ਸਾਹਿਬ ਨਾਲ, ਉਹ ਕਹਿੰਦੇ ਸਾਨੂੰ ਲਿਖ ਕੇ ਦਿਓ, ਅਸੀਂ ਤੁਹਾਨੂੰ ਇਹ ਕਿਉਂਕਿ ਸ਼ਾਹਬਾਦ ਮਾਰਕੰਡੇ ਜਿਹੜਾ ਹੈਗਾ ਇਹਨਾਂ ਦਾ SGPC ਨੇ ਅਕੈਡਮੀ ਕਾਲਜ ਬਣਾਇਆ ਹੋਇਆ, ਉਹਦੇ ਬਾਰੇ ਕਾਫੀ ਕਹਿੰਦੇ ਤੁਸੀਂ ਮੈਨੂੰ ਲਿਖ ਕੇ ਦੇ ਦਿਓ, ਹੋਰ ਬੰਦਿਆਂ ਨੂੰ ਲਿਖਾ ਦਿਓ, ਮੈਂ ਇਨਕੁਆਇਰੀ ਕਰੂੰਗਾ। ਮੈਂ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਹੋਇਆ। ਚਲੋ ਹੁਣ ਕਦੇ ਲਿਖਾਂਗੇ, ਲਿਖ ਕੇ ਵੀ ਦੇ ਦਿਆਂਗੇ ਉਹਨਾਂ ਨੂੰ। ਪਰ ਇਹ ਗੱਲਾਂ ਕਿ ਉੱਠਦੀਆਂ ਕਿਉਂ ਨੇ ਜੀ? ਹੁਣ ਤੁਸੀਂ ਹਰਿਆਣਾ ਕਮੇਟੀ ਕਿਉਂ ਬਣੀ? ਤੁਸੀਂ ਆਪਣੀ ਮਰਜ਼ੀ, ਉਹ ਬੰਦੇ ਦੇ 5 6 7 ਬੰਦੇ ਜਿਹਨੇ ਚੁਣੇ ਹੋਏ। ਇਸ ਤੇ ਮੈਨੂੰ ਸੱਚੀ ਯਾਦ ਆਇਆ, ਹਰਿਆਣਾ ਕਮੇਟੀ ਤੋਂ ਵੀ ਧਾਮੀ ਸਾਹਿਬ ਨੇ ਉਹਦਾ ਵੀ ਜ਼ਿਕਰ ਕੀਤਾ ਸੀਗਾ ਵੀ ਹਰਿਆਣਾ ਕਮੇਟੀ ਤੁਸੀਂ ਦੇਖ ਲਓ ਕਿੱਦਾਂ ਬਣੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਦਾਂ ਬਣੀ, ਕਿੱਦਾਂ ਪੁਲਿਸ ਲਿਆ ਕੇ ਗੁੰਡਾਗਰਦੀ ਕਰਕੇ
ਸਾਡੇ ਗੁਰੂ ਘਰਾਂ ਤੇ ਕਬਜ਼ੇ ਕੀਤੇ ਗਏ, ਪਰ ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਹਲੇ ਤੱਕ ਰਿਟਰਨ ਦੇ ਵਿੱਚ ਕੁਝ ਵੀ ਅਜਿਹਾ ਚਿੱਠੀ ਪੱਤਰ ਨਹੀਂ ਭੇਜਿਆ ਵੀ ਉਹ ਗੁਰਦੁਆਰੇ ਜਿਹੜੇ ਨੇ ਉਹ ਐਸਜੀਪੀਸੀ ਦੇ ਅਧੀਨ ਨਹੀਂ ਹੈ, ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ। ਮਤਲਬ ਉਹਨਾਂ ਦੇ ਹਿਸਾਬ ਨਾਲ ਇਹ ਹੈ ਵੀ ਉਹਨਾਂ ਨੇ ਜਸਟ ਕਬਜ਼ੇ ਕਰ ਲਏ ਤੇ ਇਹ ਉਹ ਕਬਜ਼ੇ ਉਹਨਾਂ ਨੂੰ ਦੇ ਕੇ ਆ ਕੇ ਆਰਾਮ ਨਾਲ ਬਹਿ ਗਏ, ਉਸ ਇੰਤਜ਼ਾਰ 'ਚ ਵੀ ਸੈਂਟਰ ਗਵਰਨਮੈਂਟ ਕੋਈ ਇਹਨਾਂ ਨੂੰ ਚਿੱਠੀ ਭੇਜਦੀ ਹੈ ਜਾਂ ਨਹੀਂ ਭੇਜਦੀ, ਦਿੱਲੀ ਕੋਈ ਚਿੱਠੀ ਭੇਜਦੀ ਹੈ ਜਾਂ ਨਹੀਂ ਭੇਜਦੀ। ਜੇਕਰ 1925 ਵਾਲਾ ਜਿਹੜਾ ਐਕਟ ਹੈ ਉਹ ਇੰਨਾ ਹੀ ਮਜ਼ਬੂਤ ਸੀਗਾ, ਜੇਕਰ ਸਾਰੇ ਦੇ ਸਾਰੇ ਇਤਿਹਾਸਿਕ ਗੁਰੂ ਘਰ ਜਿਹੜੇ ਨੇ ਉਹਨਾਂ ਦੀ ਸਾਂਭ ਸੰਭਾਲ ਐਸਜੀਪੀਸੀ ਦੇ ਕੋਲ ਹੈਗੀ ਆ, ਤਾਂ ਫਿਰ ਮੇਰਾ ਇੱਕੋ ਹੀ ਸਵਾਲ ਆ, ਤਾਮੀ ਸਾਹਿਬ ਅਗਲੀ ਪ੍ਰੈਸ ਕਾਨਫਰੰਸ ਕਰੋਗੇ ਉਹਦੇ ਵਿੱਚ ਜਵਾਬ ਜ਼ਰੂਰ ਦੇਣਾ ਕਿ ਮਤਲਬ ਕਿਸੇ ਵੀ ਸਟੇਟ ਦੇ ਵਿੱਚ ਛਿੱਤਰ ਫੇਰ ਕੇ ਗੁਰੂ ਘਰਾਂ 'ਚੋਂ ਕੋਈ ਤੁਹਾਨੂੰ ਬਾਹਰ ਕਢਵਾ ਦੇਵੇ, ਚਾਹੇ ਡੰਡੇ ਦੇ ਨਾਲ ਤੇ ਚਾਹੇ ਪੋਲੀਟੀਕਲ ਪਾਵਰ ਦੇ ਨਾਲ, ਮਤਲਬ ਅਸੀਂ ਕੰਨ ਝਾੜ ਕੇ ਉੱਥੋਂ ਗੁਰੂ ਘਰਾਂ ਦੀ ਸੇਵਾ ਛੱਡ ਕੇ ਬਾਹਰ ਆ ਜਾਾਂਗੇ ਤੇ ਕਿਸੇ ਨੂੰ ਸੇਵਾ ਸੌਂਪ ਆਵਾਂਗੇ ਤੇ ਆ ਕੇ ਅਕਾਲ ਤਖਤ ਤੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਦਾਂਗੇ ਵੀ ਕੋਈ ਗੱਲ ਨਹੀਂ, ਹਲੇ ਇੰਤਜ਼ਾਰ ਕਰਦੇ ਹਾਂ, ਉਹਨਾਂ ਨੇ ਪੁਲਿਸ ਬਾੜਤੀ ਸੀ, ਡਾਂਗਾ ਦੇ ਨਾਲ ਉੱਥੇ ਦਾ ਇੰਤਜ਼ਾਮ ਲੈ ਲਿਆ ਤੇ ਹੁਣ ਦੇਖਦੇ ਹਾਂ ਵੀ ਸੈਂਟਰ ਗਵਰਨਮੈਂਟ ਕੋਈ ਚਿੱਠੀ ਭੇਜਦੀ ਹੈ। ਪੂਰੇ ਭਾਰਤ ਦੇ ਗੁਰੂ ਘਰ ਤੁਹਾਡੇ ਹੱਥੋਂ ਐਵੇਂ ਹੀ ਚੱਲ ਜਾਣਗੇ। ਅੰਮ੍ਰਿਤਸਰ ਫਿਰ ਬੈਠੇ ਰਹੋ, ਤੁਸੀਂ ਪ੍ਰੈਸ ਕਾਨਫਰੰਸ ਕਰਦੇ ਰਹੋ, ਇਹ ਚਿੱਠੀਆਂ ਦਾ ਇੰਤਜ਼ਾਰ ਕਰਦੇ ਰਹੋ। ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਟਾਸਕ ਫੋਰਸਾਂ ਜਿਹੜੀਆਂ ਰੱਖੀਆਂ ਹੋਈਆਂ ਨੇ, ਜਿਹੜੇ ਸਰੂਪਾਂ ਦਾ ਹਿਸਾਬ ਕਿਤਾਬ ਲੈਣ ਆਉਂਦੇ ਨੇ, ਸਿਰਫ ਉਹਨਾਂ ਨੂੰ ਛਿੱਤਰ ਫੇਰਨ ਵਾਸਤੇ ਰੱਖੀਆਂ ਹੋਈਆਂ ਨੇ। ਜਥੇਦਾਰ ਕਹਿ ਦਿੰਦੇ ਨੇ ਕਿ ਸਾਨੂੰ ਸਰਕਾਰੀ ਗਨਮੈਨ ਨਹੀਂ ਚਾਹੀਦੇ, ਸਾਡੀ ਆਪਣੀ ਟਾਸਕ ਫੋਰਸ ਹੈਗੀ ਆ। ਤਾਂ ਫਿਰ ਅਗਰ ਤੁਸੀਂ ਇੰਨੇ ਹੀ ਸਿਧਾਂਤਕ ਹੈਗੇ ਹੋ, ਜੇਕਰ ਤੁਸੀਂ ਗੁਰੂ ਦੇ ਕਹੇ ਤੇ ਇੰਨਾ ਹੀ ਚੱਲ ਰਹੇ ਹੋ, ਤਾਂ ਮੈਨੂੰ ਸਿਰਫ ਇੱਕ ਸਵਾਲ ਦਾ ਜਵਾਬ ਦੇ ਦਿਓ ਵੀ ਗੁਰਦੁਆਰਿਆਂ ਦੇ ਵਿੱਚ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਤੁਸੀਂ ਸਾਂਭੇ ਆ, ਉੱਥੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਕਿਉਂ ਨਹੀਂ ਹੈ? ਮੀਰੀ ਤੇ ਪੀਰੀ ਦਾ ਸਿਧਾਂਤ ਦਰਬਾਰ ਸਾਹਿਬ, ਨਿਸ਼ਾਨ ਸਾਹਿਬ ਦੋ ਝੂਲਦੇ ਨੇ, ਉਹ ਅਸੀਂ ਕਿੱਦਾਂ ਭੁੱਲ ਗਏ ਆ? ਮੀਰੀ ਲੈ ਕੇ ਅਸੀਂ ਬਹਿ ਗਏ ਆ ਇੱਕ ਥਾਂ ਤੇ, ਪੀਰੀ ਅਸੀਂ ਫੜਾਤੀ ਇੱਕ ਥਾਂ ਤੇ। ਅਸੀਂ ਪੈਸੇ ਇਕੱਠਣ ਕਰਨ ਵਾਸਤੇ ਵੱਡੇ ਜਿਹੜੇ ਐਸਜੀਪੀਸੀ ਦੇ ਇਤਿਹਾਸਿਕ ਗੁਰੂ ਘਰ ਹੈਗੇ ਨੇ ਉੱਥੇ ਗੋਲਕਾਂ ਸਾਂਭਣ ਵਾਸਤੇ ਅਸੀਂ ਬਹਿ ਗਏ ਆ। ਨਿਹੰਗ ਸਿੰਘਾਂ ਨੂੰ ਕਹਿਤਾ ਠੀਕ ਹੈ ਜੀ, ਤੁਸੀਂ ਆਹ ਜਥੇਬੰਦੀਆਂ ਸਾਂਭੋ, ਤੁਸੀਂ ਆਪਣੇ ਆਪਣੇ ਦਲ ਬਣਾਓ ਤੇ ਆਹ ਗੁਰਦੁਆਰੇ ਤੁਸੀਂ ਰੱਖੋ ਤੇ ਆਹ ਤੁਸੀਂ ਸਾਂਭੋ। ਇਕੱਠੇ ਹੋ ਕੇ ਅਸੀਂ ਕਿਉਂ ਨਹੀਂ ਚੱਲਦੇ? ਜੇਕਰ ਹਰ ਗੁਰੂ ਘਰ ਦੇ ਨਾਲ ਨਿਹੰਗ ਸਿੰਘਾਂ ਦੀ ਛਾਉਣੀ ਹੋਵੇ, ਤੁਹਾਨੂੰ ਲੱਗਦਾ ਕਿ ਪੁਲਿਸ ਦੀ ਹਿੰਮਤ ਪੈ ਜਾਂਦੀ ਆ ਕੇ ਉੱਥੇ ਛਾਪਾ ਮਾਰਨ ਦੀ, ਜਾਂ ਛਿੱਤਰ ਫੇਰਨ ਦੀ ਕਿਸੇ ਨੂੰ, ਜਾਂ ਧੱਕਾ ਕਰਨ ਦੀ, ਜਾਂ ਗੋਲਕਾਂ ਨੂੰ ਤਾਲੇ ਲਾਉਣ ਦੀ ਤੁਹਾਡੇ ਸਾਹਮਣੇ? ਸੋ ਇਹਨੂੰ ਤੁਸੀਂ ਹੁਣ ਕਿੱਦਾਂ ਦੇਖਦੇ ਹੋ? ਤੁਹਾਨੂੰ ਨਹੀਂ ਲੱਗਦਾ ਵੀ ਗਿਰਾਵਟਾਂ ਜਿਹੜੀਆਂ ਨੇ ਅਸੀਂ ਪਾੜਿਆ ਤਾਂ ਆਪ ਹੀ ਆ? ਮੈਂ ਸਰ, ਆਪਾਂ ਜਦੋਂ ਆਪਾਂ ਕੋਈ ਬਿਜਲੀ ਫਾਲਟ ਪੈ ਜਾਂਦਾ ਨਾ ਜੀ, ਆਪਾਂ ਫਾਲਟ ਲਾਈਨ ਦੇਖਦੇ ਵੀ ਕਿੱਥੇ ਨੁਕਸ ਪਿਆ, ਸ਼ਾਰਟ ਸਰਕਟਿੰਗ ਕਿੱਥੇ ਹੋਈ ਇਹ ਤੁਹਾਡੀ ਜਿਹੜੀ ਤੁਸੀਂ ਐਬਸੋਲੂਟ ਪਾਵਰ ਜਿਹੜੀ ਹੈ ਨਾ, ਜਿਵੇਂ ਕਿਹਾ ਜਾਂਦਾ, ਲਾਰਡ ਐਕਟਨ ਕਹਿੰਦੇ ਆ, ਇਟ ਕਰਪਟਸ ਐਬਸੋਲੂਟਲੀ। ਜਿਹੜੀ ਪੂਰੀ ਤਾਕਤ ਦਾ ਕੇਂਦਰੀਕਰਨ ਇੱਕ ਬੰਦੇ ਦੇ ਜਾਂ ਪਰਿਵਾਰ ਦੇ ਹੱਥ 'ਚ ਹੋ ਜਾਣਾ, ਉਹਦੇ ਨਾਲ ਪੂਰੀ ਕਰਪਸ਼ਨ ਦਾ ਇੱਕ ਚਿਹਰਾ ਮੋਹਰਾ ਬਣ ਜਾਂਦਾ ਹੈਗਾ। ਹੁਣ ਹਰਿਆਣਾ ਕਮੇਟੀ ਕਿਵੇਂ ਬਣੀ? 5-6 ਬੰਦੇ ਲਗਾਤਾਰ ਸੀਗੇ, ਉਹਨਾਂ ਨੇ ਸਾਨੂੰ ਕੌਨਫੀਡੈਂਸ ਲੈ ਕੇ ਗੱਲ ਕਰਿਆ ਕਰੋ। ਉਹਨਾਂ ਨੇ ਆਪਣਾ ਇੱਕ ਬੰਦਾ ਰਘੂਜੀਤ ਵਿਰਕ ਬਣਾ ਰੱਖਿਆ, ਉਸੇ ਨੂੰ ਬਗੈਰ ਕਿਸੇ ਦੀ ਮਰਜ਼ੀ ਦੇ ਉਹਨੂੰ ਥਾਪ ਦਿੰਦੇ ਸੀ, ਫਿਰ ਉਹ ਲੋਕ ਬਾਗੀ ਹੋਣੇ ਸੀ। ਇਸ ਤਰ੍ਹਾਂ ਹੀ ਦਿੱਲੀ ਹੋਇਆ ਸਭ। ਹੌਲੀ ਹੌਲੀ ਜਦੋਂ ਦੇਖੋ ਪਾਵਰ ਕੰਸਨਟਰੇਟ ਹੋਏਗੀ ਨਾ, ਤਾਂ ਇਹ ਡੈਫੀਨੇਟਲੀ ਇਹ ਹੋਏਗਾ। ਤੁਸੀਂ ਉਹ ਕਨਸੈਪਟ ਤਾਂ ਛੱਡ ਹੀ ਦਿੱਤੇ ਵੀ ਜਿਹੜਾ ਹਜੂਰ ਸਾਹਿਬ ਤੋਂ ਬਹੁਤ ਪਹਿਲਾਂ ਤੋਂ ਹੀ ਅਲੱਗ ਚੱਲ ਰਿਹਾ ਹੈ। ਸੋ ਪਹਿਲਾਂ ਤਾਂ ਚੱਲ ਰਿਹਾ ਸੀ, ਉਹਨਾਂ ਨੇ ਪਹਿਲਾਂ ਇੱਕ ਗਵਰਨਮੈਂਟ ਆਫ ਇੰਡੀਆ ਮੂਵ ਚੱਲੀ ਸੀ ਵੀ ਆਲ ਇੰਡੀਆ ਐਕਟ ਗੁਰਦੁਆਰਾ ਐਕਟ ਬਣਾ ਲਓ। ਉਹ ਖਰੜਾ ਵੀ ਬਣਿਆ ਸੀ, ਡਾਕਟਰ ਜਸਟਿਸ ਹਰਬੰਸ ਸਿੰਘ ਨੇ ਬਣਵਾਇਆ ਸੀ, ਉਹ ਵਿਚਾਰੇ ਅਧੂਰਾ ਹੀ ਪਿਆ। ਇਹਨਾਂ ਨੇ ਆਪਣੇ ਅਕਾਲੀਆਂ ਨੇ ਉਹ ਹੋਣ ਨਹੀਂ ਦਿੱਤਾ, ਬਿਕੋਜ਼ ਸਾਡੀ ਉੱਥੇ ਜੇ ਗੁਰਦੁਆਰਾ ਐਕਟ ਬਣੇਗਾ ਉਧਰ ਸੰਗਤ ਵੋਟਾਂ ਪਾਏਗੀ, ਉਹ ਸਾਡੀ ਫਿਰ ਸਾਡੀ ਉਰੇ ਮਿਜੋਰਟੀ ਘਟ ਜਾਏਗੀ। ਸੋ ਮੈਜੋਰਟੀ ਮਿਨੋਰਿਟੀ ਦਾ ਹੀ ਚੱਕਰ ਹੈਗਾ ਵੀ ਗੁਰਦੁਆਰਿਆਂ ਦੀ ਆਮਦਨ ਵੀ ਇੰਨੀ ਸਾਰੀ, ਉਹ ਵੀ ਐਕਟ ਪਾਸ ਨਹੀਂ ਹੋਣ ਦਿੱਤਾ, ਬੇੜਾ ਇਹਨਾਂ ਦਾ ਕਰਕੇ ਬਣਿਆ ਹੀ ਨਹੀਂ। ਜਦੋਂ ਉਹ ਪੂਰਾ ਖਰੜਾ ਪ੍ਰਵਾਨ ਹੀ ਨਹੀਂ ਕਰਿਆ। ਅਜੇ ਦੇਖੋ ਪਾਕਿਸਤਾਨ ਨੇ ਸਿੱਖ ਪਰਸਨਲ ਲਾਅ ਦੇ ਉੱਤੇ ਐਕਟ ਬਣਾ ਦਿੱਤਾ ਹੋਇਆ ਜੀ, ਰੂਲਸ ਬਣ ਗਏ ਨੇ। ਉਰੇ ਕਿਉਂ ਨਹੀਂ ਇਹ ਗੱਲਾਂ ਹੁੰਦੀਆਂ ਜੀ? ਬਿਕਾਜ਼ ਇਧਰਲੇ ਪਾਸੇ ਕਿਸੇ ਨੇ ਇਸ਼ੂ ਉਠਾਇਆ। ਅੱਛਾ ਦੇਖ ਲਓ, ਹੁਣ ਪਾਰਲੀਮੈਂਟਰੀ ਗਵਰਨਮੈਂਟ ਹੈ ਇੱਥੇ ਦੀ, ਇਹਦੇ ਨਾਲ ਚੱਲਣਾ ਪਏਗਾ, ਠੀਕ ਹੈ। ਪਾਰਲੀਮੈਂਟ ਹੈਗੀ ਜਿੱਥੇ ਦੁਨੀਆ ਸਾਰੇ ਹਿੰਦੁਸਤਾਨ ਦੇ ਆਪਣੇ ਨੁਮਾਇੰਦੇ ਭੇਜਦੇ ਹੈ। ਇਹਨਾਂ ਨੇ ਕਦੇ ਕੋਈ ਚੰਗਾ ਨੁਮਾਇੰਦਾ ਭੇਜਿਆ ਜੀ ਜਿਹੜਾ ਜਾ ਕੇ ਉੱਥੇ ਕੋਈ ਅੰਗਰੇਜ਼ੀ ਜਾਂ ਕਿਸੇ ਹਿੰਦੀ ਦੀ ਗੱਲ ਸਮਝ ਸਕਦਾ ਹੋਵੇ? ਉਹੋ ਜਿਹੇ ਬੰਦਿਆਂ ਨੂੰ, ਸੌਦੇ ਵਾਲਿਆਂ ਨੂੰ, ਡਰਾਈਵਰ ਤੱਕ ਉਰੇ ਗਏ ਹੋਏ ਨੇ ਜੀ ਪਾਰਲੀਮੈਂਟ 'ਚ। ਅਸੀਂ ਉੱਥੋਂ ਫਿਰ ਕੀ ਪੜ੍ਹਦੇ ਹਾਂ ਜੀ? ਇੱਕ ਬੰਦਾ ਸਰਦਾਰ ਕਪੂਰ ਸਿੰਘ ਹੈ ਜੀ, ਸਪੀਚਾਂ ਬੜੀਆਂ ਹੋਈਆਂ ਹੈਗੀਆਂ ਨੇ। ਮੈਨੂੰ ਹੋਰ ਕਿਸੇ ਬੰਦੇ ਦੀ ਲੋਕ ਸਭਾ ਦੀ ਡਿਬੇਟ ਦੇ ਵਿੱਚ ਕਿਸੇ ਦੇ ਬੰਦੇ ਦੀ ਪਾਰਟਿਸਿਪੇਸ਼ਨ ਦਿਖਾ ਦਿਓ। ਤੁਸੀਂ ਲਗਾਤਾਰ 15 ਸਾਲ ਇੱਕ ਬੰਦਿਆਂ ਨੂੰ ਸਿਰਫ ਉਹ ਤਨਖਾਹਾਂ ਲੈਣ। ਕਪੂਰ ਸਿੰਘ ਤੋਂ ਮੈਨੂੰ ਸੱਚ ਯਾਦ ਆਇਆ ਵੀ ਤੁਸੀਂ ਉਹਨਾਂ ਦੀ ਵੀ, ਕਪੂਰ ਜੀ ਦੀ ਵੀ ਸੰਗਤ ਕੀਤੀ ਹੋਈ ਹੈ, ਤੁਸੀਂ ਸੰਤਾਂ ਦੀ ਵੀ ਸੰਗਤ ਕੀਤੀ ਹੋਈ ਹੈ, ਤੇ ਅੱਜ ਕੱਲ੍ਹ ਦੇ ਜਿਹੜੇ ਸਾਡੇ ਅਹੁਦੇਦਾਰ ਬਣੇ ਬੈਠੇ ਨੇ ਉਹ ਸਿਰਫ ਤੇ ਸਿਰਫ ਪੈਸੇ ਪਿੱਛੇ ਨੇ, ਚਾਹੇ ਕੌਮ ਦਾ ਬੇੜਾ ਡੁੱਬਦਾ ਡੁੱਬੇ, ਤਰਦਾ ਹੈ ਤਰੇ। ਤੇ ਮੈਨੂੰ ਇੱਕ ਚੀਜ਼ ਯਾਦ ਆ ਰਹੀ ਹੈ, ਮੈਨੂੰ ਜ਼ਰੂਰ ਦੱਸਣਾ ਵੀ ਉਹਦੇ ਵਿੱਚ ਕਿੰਨੀ ਕੀ ਸੱਚਾਈ ਸੀ। ਜਦੋਂ ਵੀ ਸੰਤ ਬੈਠਦੇ ਸੀ, ਸੰਗਤ ਹਮੇਸ਼ਾ ਥੱਲੇ ਬੈਠਦੀ ਸੀ।
ਆ ਕੇ। ਤੇ ਜਦੋਂ ਕਪੂਰ ਸਿੰਘ ਮਿਲਣ ਵਾਸਤੇ ਗਏ ਤਾਂ ਉਦੋਂ ਸਰਦਾਰ ਕਪੂਰ ਸਿੰਘ ਨੂੰ ਕੁਰਸੀ ਮੰਗਵਾ ਕੇ ਉੱਥੇ ਬਿਠਾਇਆ ਗਿਆ ਸੀ ਤੇ ਆਈ ਥਿੰਕ ਸੰਤਾਂ ਨੇ ਉਹਨਾਂ ਨੂੰ ਸ਼ਾਇਦ ਕੁਝ ਪੈਸੇ ਦੀ ਆਫਰ ਦਿੱਤੀ ਸੀ। ਕੀ ਗੱਲ ਸੀ ਉਦੋਂ? ਸਰ ਸਰਦਾਰ ਕਪੂਰ ਸਿੰਘ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸੀ, ਜਗਰਾਮੀ ਰਹਿਣ ਲੱਗ ਗਏ ਸੀ। ਆਖਰੀ ਦੇ ਵਿੱਚ ਆ ਕੇ ਜਗਰਾਮਾ ਉਹਨਾਂ ਦਾ ਪਿੰਡ ਸੀਗਾ, ਉੱਥੇ ਰਹਿਣ ਲੱਗ ਗਏ ਸੀ। ਉੱਥੇ ਮੱਥਾ ਟੇਕਣ ਸੰਤਾਂ ਨੂੰ ਪਤਾ ਖਬਰ ਪਹੁੰਚ ਗਈ ਵੀ ਸਰਦਾਰ ਕਪੂਰ ਸਿੰਘ ਆਏ ਹੋਏ ਆ। ਉਹਨਾਂ ਨੇ ਉਸੇ ਵੇਲੇ ਰਿਸਪੈਕਟ ਨਾਲ ਬੰਦੇ ਭੇਜੇ ਵੀ ਸਰਦਾਰ ਜੀ ਨੂੰ ਲੈ ਕੇ ਆਓ। ਲੈ ਕੇ ਆਏ, ਬਕਾਇਦਾ ਕੁਰਸੀ ਮੰਗਾਈ ਗਈ, ਬਕਾਇਦਾ ਉਹ ਰਿਕਾਰਡਿੰਗ ਹੋਈ। ਉੱਥੇ ਹੈਗਾ ਉਹ ਮਾਈਕ ਰੱਖਿਆ, ਤੁਸੀਂ ਫੋਟੋ ਹੀ ਦੇਖ ਲਓ, ਮਾਈਕ ਰੱਖਿਆ ਹੋਇਆ। ਔਰ ਜਿਹੜੀਆਂ ਗੱਲਾਂ ਦੇਖੋ, ਸੰਤ ਜਰਨੈਲ ਸਿੰਘ ਨਾਲ ਮੇਰੀ ਉਸ ਗੱਲ 'ਤੇ ਕੋਈ ਗੱਲਬਾਤ ਨਹੀਂ ਹੋਈ ਵੀ ਤੁਹਾਡੀ ਸਰਦਾਰ ਜੀ ਨਾਲ ਕੀ ਗੱਲਬਾਤ ਹੋਈ। ਸਰਦਾਰ ਸਾਹਿਬ ਨਾਲ ਮੇਰੀ ਗੱਲ ਹੋਈ ਸੀ, ਕਪੂਰ ਸਿੰਘ। ਹਾਂਜੀ, ਉਹ ਕਹਿੰਦੇ ਜੀ, ਉਹ ਗਾਂ ਗੱਲਾਂ ਚੱਲੀਆਂ ਬਈ। ਮੈਂ ਕਿਹਾ ਜੀ ਕਹਿੰਦੇ ਹੁਣ ਸਿੱਖ ਕੀ ਕਹਿੰਦੇ ਨੇ। ਮੈਂ ਕਿਹਾ ਜੀ ਹੁਣ ਤਾਂ ਕਈ ਵਾਰੀ ਮੁੰਡੇ ਜਿਹੜੇ ਖਾਲਿਸਤਾਨ ਦੀਆਂ ਗੱਲਾਂ ਕਹਿੰਦੇ, ਉਦੋਂ ਕਿਉਂ ਲੈ ਜਦੋਂ ਅੰਗਰੇਜ਼ ਦਿੰਦੇ ਸੀ ਸਾਰੇ। ਮੈਂ ਕਿਹਾ ਫਿਰ ਮੈਂ ਚੁੱਪ ਕਰ ਗਿਆ। ਤੇ ਮੈਂ ਕਹਿੰਦੇ ਜੀ ਇਹਨਾਂ ਨੇ ਆਪ ਹੀ ਸਾਰਾ ਖਰਾਬ ਕਰਵਾਇਆ। ਉਹਨਾਂ ਦੇ ਇਸ਼ਾਰਾ, ਇਹਨਾਂ ਜਿਹੜੀ ਕੰਟਰੋਲਿੰਗ ਲੀਡਰਸ਼ਿਪ ਉਹਦੇ ਵੱਲ ਹੀ ਸੀਗਾ ਜੀ। ਮੈਂ ਕਿਹਾ ਸਰ ਇੱਕ ਉਹ ਸੰਤ ਉਹ ਕਹਿੰਦੇ ਨਹੀਂ, ਕਹਿੰਦੇ ਉਹ ਤਾਂ ਇਹਨਾਂ ਨੇ ਆਪ ਮਰਵਾਇਆ, ਕਹਿੰਦੇ ਇਹਨਾਂ ਨੇ ਆਪ। ਮੈਂ ਕਿਹਾ ਜੀ ਨਾਲੇ ਕਹਿੰਦੇ ਉਹ ਭੱਜ ਗਿਆ, ਕਹਿੰਦੇ ਵਿੱਚੋਂ ਨਹੀਂ। ਕਹਿੰਦਾ ਨਾ, ਇਹ ਗੱਲਾਂ ਗਵਰਨਮੈਂਟ ਕਰਦੀ ਹੈ, ਉਹ ਇਸ ਤਰ੍ਹਾਂ ਨਹੀਂ ਹੋਇਆ। ਕਿਉਂਕਿ ਦੇਖ ਲਓ ਉਹਨਾਂ ਉਦੋਂ ਦੀ ਗੱਲ ਹੈ, 83 ਦੀਆਂ ਗੱਲਾਂ ਨੇ, ਮੈਨੇ 84 ਦੀਆਂ ਗੱਲਾਂ ਨੇ, ਹਾਂ ਮੇਰਾ ਖਿਆਲ। ਅੱਛਾ, ਫਿਰ ਕਹਿੰਦੇ ਜੀ ਉਹਨੇ ਮੈਨੂੰ ਬੁਲਾਇਆ, ਮੈਨੂੰ ਕਹਿਣ ਲੱਗਿਆ ਵੀ ਤੁਹਾਡੀਆਂ ਮੈਂ ਗੱਲਾਂ ਕਿਤਾਬਾਂ ਜਾਂ ਸੁਣਦਿਆ ਰਹਿਣਾ ਅਤੇ ਤੁਹਾਡੇ ਬਾਰੇ ਕੋਈ ਪੜ੍ਹਦਾ ਵੀ ਰਹਿਣਾ। ਕਹਿੰਦਾ ਤੁਹਾਡੀਆਂ ਕਈ ਗੱਲਾਂ ਮੇਰੇ ਸਮਝ 'ਚ ਨਹੀਂ ਆਉਂਦੀਆਂ, ਕਈ ਮੇਰੇ ਆ ਜਾਂਦੀਆਂ ਨੇ। ਕਹਿੰਦੇ ਫਿਰ ਮੈਨੂੰ ਐਂ ਲੱਗਿਆ ਸੱਚ ਬੋਲਦਾ ਇਹ। ਫਿਰ ਉਹਨੇ ਇਹ ਗੱਲ ਕਹੀ ਬਈ ਤੁਸੀਂ, ਕਹਿੰਦਾ ਹੁਣ ਮੈਨੂੰ ਪਤਾ ਲੱਗਿਆ ਤੁਹਾਡੀ ਸਿਹਤ ਠੀਕ ਨਹੀਂ ਰਹਿੰਦੀ। ਕਹਿੰਦਾ ਮੇਰੇ ਕੋਲ ਇਹਨੇ ਪੈਸੇ ਪਏ ਨੇ ਕਿ ਮੇਰੇ ਕੰਮ ਤਾਂ ਨਹੀਂ ਹੈਗੇ ਜੀ, ਵੀ ਤੁਹਾਡੀ ਕੌਮ ਨੂੰ ਬਹੁਤ ਲੋੜ ਹੈ। ਦੇਖੋ ਜਿਹੜੇ ਬੰਦੇ ਦਰਦ ਹੋਵੇ ਉਹ ਸਮਝਦਾ ਹੁੰਦਾ ਵੀ ਇਹਦੀ ਵੈਲਿਊ ਹੈਗੀ ਹੈ ਜੀ। ਅਤੇ ਵੀ ਜੇ ਤੁਹਾਨੂੰ ਇਹਦੀ ਲੋੜ ਹੈਗੀ ਤੁਸੀਂ ਆਪਣਾ ਲੈ ਜਿੰਨੇ ਮਰਜ਼ੀ ਲੈ ਜਾਓ, ਜਾ ਕੇ ਇਲਾਜ ਕਰਾਓ। ਸਰਦਾਰ ਕਪੂਰ ਸਿੰਘ ਕਹਿਣ ਲੱਗੇ, ਅੱਛਾ, ਇਲਾਜ ਵਾਸਤੇ ਸੰਤ ਭਿੰਡਰਾਂ ਵਾਲਿਆਂ ਨੇ ਸਰਦਾਰ ਕਪੂਰ ਸਿੰਘ ਜੀ ਨੂੰ ਕਿਹਾ ਸੀ ਜਿੰਨੇ ਪੈਸੇ ਦੀ ਲੋੜ ਹੈਗੀ ਤੁਸੀਂ ਲੈ ਜਾਓ ਤੇ ਇਲਾਜ ਕਰਾਓ। ਤੇ ਅੱਗਿਓਂ ਸਰਦਾਰ ਕਪੂਰ ਸਿੰਘ ਕਹਿਣ ਲੱਗੇ ਵੀ ਜਿੰਨਾ ਕਿ ਮੇਰੇ ਕੋਲ ਸੀਗਾ, ਮੈਂ ਅਮਰੀਕਾ ਦੇ ਵਿੱਚ ਉੱਥੋਂ ਮੁੰਡਾ ਉਹਨਾਂ ਸੀਗਾ, ਉੱਥੇ ਇਲਾਜ ਕਹਿੰਦੇ ਮੈਂ ਕਰਵਾਇਆ ਆਏ ਹਾਂ ਅਤੇ ਹੁਣ ਮੈਨੂੰ ਲੱਗਦਾ ਨਹੀਂ ਵੀ ਹੋਰ ਇਲਾਜ ਕੋਈ ਦਾ ਹੋ ਸਕਦਾ। ਕਿਉਂਕਿ ਉਦੋਂ ਸਰਦਾਰ ਕਪੂਰ ਸਿੰਘ ਦੇ ਮੈਂ ਜਦੋਂ ਡੈਥ ਹੋਈ ਆ ਨਾ ਜੀ, ਮੈਂ ਉਸੇ ਦਿਨ ਹੀ ਸ਼ਾਇਦ ਤਕਰੀਬਨ ਪਹੁੰਚ ਗਿਆ ਸੀਗਾ। ਤਾਂ ਉਹਦਾ ਭਰਾ ਕਹਿ ਰਿਹਾ ਸੀ ਵੀ ਜਦੋਂ ਇਹ ਬਲੂ ਸਟਾਰ ਹੋ ਗਿਆ ਨਾ, ਉਦੋਂ ਫਿਰ ਸਰਦਾਰ ਕਪੂਰ ਸਿੰਘ ਕਾਫੀ ਉਸ ਡਿਪਰੈਸ਼ਨ ਦੇ ਵਿੱਚ ਚਲੇ ਗਏ ਸੀ। ਕਦੇ ਜਾ ਕੇ ਅਸੀਂ ਵਿਆਜ ਬੈਠੇ ਰਹਿੰਦੇ ਸੀ ਵੀ ਇੱਥੇ ਹੁਣ ਕੀ ਹੈ, ਹੁਣ ਹੈ, ਉਸ ਗੱਲਾਂ ਕਰਕੇ ਥੋੜ੍ਹੇ ਜਿਹੇ ਹੋ ਗਏ। ਦੇਖੋ ਜੇ ਪਾਰਲੀਮੈਂਟ ਜੋ 5 ਸਾਲ ਰਹੇ, ਪਾਰਲੀਮੈਂਟ ਨੇ ਸ਼ੋਕ ਮਤਾ ਨਹੀਂ ਪਾਸ ਕੀਤਾ ਜੋ ਸਰਦਾਰ ਕਪੂਰ ਸਿੰਘ ਨੇ, ਕੋਈ 6 ਮਹੀਨੇ ਰਹੇ ਉਹਦਾ ਹੋ ਜਾਂਦਾ ਹੈ। ਉਹਨੇ ਮੁੰਡੇ ਨੇ RTI ਲਈ ਹੋਈ ਹੈ, ਉਹ 'ਚ ਲਿਖਿਆ ਵੀ ਅਸੀਂ ਸਰਦਾਰ ਕਪੂਰ ਸਿੰਘ ਦਾ ਕੋਈ ਸ਼ੋਕ ਮਤਾ ਨਹੀਂ, ਅਬਜੋਰੀ ਰੈਫਰੈਂਸ ਕੋਈ ਦਿੱਤਾ ਨਹੀਂ, ਕਿਉਂਕਿ ਉਹ ਸਿੱਖਾਂ ਦੀ ਗੱਲ ਕਰਦਾ ਸੀ। ਅੱਛਾ, ਜਿਹੜੇ ਡਰਾਈਵਰ ਕੰਡਕਟਰ ਭੇਜੇ ਨੇ ਲੋਕ ਸਭਾ 'ਚ, ਉਸ ਜਲੂਸ ਕਢਾਇਆ, ਉਹਨਾਂ ਨੇ ਫਾਇਦੇ ਉਠਾ ਲਏ, ਤਨਖਾਹਾਂ ਲੈ ਲਈਆਂ, ਹੋਰ ਕਰ ਲਏ। ਉਹ ਜੇ ਇੱਕ ਬੰਦਾ ਐਡੇ ਤਾਂ ਅਕਾਲੀ ਗਿਰੇ ਹੋਏ ਨਹੀਂ ਸੀਗੇ ਵੀ ਇੱਕ ਬੰਦੇ 2 ਬੰਦੇ ਰਾਜ ਸਭਾ 'ਚ ਤਾਂ ਭੇਜ ਸਕਦੇ। ਜੇ ਸਰਦਾਰ ਕਪੂਰ ਸਿੰਘ ਮੰਨ ਲਿਆ ਇਲੈਕਸ਼ਨ ਹਾਰ ਗਏ ਸੀ ਸਪੋਜ਼ ਕਰੋ, ਤਾਂ ਲੋਕ ਸਭਾ 'ਚ ਤਾਂ ਅਸੀਂ ਚੰਗੇ ਚੁਣੇ ਹੋਏ ਬੰਦੇ ਭੇਜ ਸਕਦੇ ਸੀ। ਸਾਡੇ ਕੋਲ ਰਿਟਾਇਰਡ ਜਰਨੈਲ ਹੈਗੇ ਨੇ, ਸਕਾਲਰ ਸੀਗੇ ਸਰਦਾਰ ਜੀ ਵਰਗੇ, ਹੋਰ ਸੀਗੇ, ਅਸੀਂ ਉੱਥੇ ਨਹੀਂ ਰੱਖ ਸਕਦੇ ਸੀ ਜਿਹੜੇ ਸਾਡੇ ਇਸ਼ੂਜ਼ ਬਾਰ-ਬਾਰ ਉਠਾਉਂਦੇ। ਅਸੀਂ ਗੱਲ ਤਾਂ ਕੋਈ ਉਠਾਉਂਦੇ ਨਹੀਂ। ਫਿਰ ਜਦੋਂ ਮਗਰੋਂ ਸਾਰਾ ਕੁਝ ਹੱਥੋਂ ਨਿਕਲ ਜਾਂਦਾ ਵੀ ਲੋਕਾਂ ਦਾ ਵਿਰੋਧ ਹੋਏਗਾ, ਫਿਰ ਕਹਿਣ ਦੇਖੋ ਜੀ ਸਾਡਾ ਧੱਕਾ ਕਰਦੀ ਸੈਂਟਰ। ਨਹੀਂ, ਹੁਣ ਜਿੱਦਾਂ ਚੱਲ ਰਿਹਾ ਹੈ ਧੱਕਾ ਤਾਂ ਹੁਣ ਵੀ ਕਰ ਰਹੇ ਨੇ। ਹੁਣ ਭਗਵੰਤ ਮਾਨ ਨੂੰ ਕਹਿ ਰਹੇ ਨੇ ਧੱਕਾ ਕਰ ਰਹੇ ਨੇ, ਇੰਨੀ ਕਾਹਲੀ ਕੀ ਪਈ ਹੋਈ ਸੀ ਇੰਨੀ ਛੇਤੀ ਕਰਨ ਦੀ ਵੀ ਜ਼ਿਆਦਾ ਸੀ ਡੇਟ ਦਿੱਤੀ ਸੀ। ਭਗਵੰਤ ਮਾਨ ਨੇ ਕਿੰਨਾ ਚਿਰ ਪਹਿਲਾਂ ਕਿਹਾ ਸੀ ਵੀ ਮੈਂ ਸਾਰਾ ਕੁਝ ਲਵਾ ਕੇ ਦਿੰਦਾ ਤੁਹਾਨੂੰ, ਤੁਸੀਂ ਇਹ ਪ੍ਰਚਾਰ ਕਰੋ। ਤੁਸੀਂ ਇਹ ਗੱਲ 'ਤੇ ਜ਼ਿੱਦ ਕਿਉਂ ਕਰਦੇ ਹੋ ਵੀ ਤੁਹਾਡਾ ਇੱਕੋ ਹੀ ਚੈਨਲ ਪ੍ਰਮੋਟ ਕਰੇ, ਬਾਣੀ ਪ੍ਰਮੋਟ ਕਰੇ ਜੀ? ਇਹ ਕਿੱਥੇ ਲਿਖਿਆ ਹੋਇਆ? ਨਹੀਂ, ਹੁਣ ਤੁਹਾਨੂੰ ਕੀ ਲੱਗਦਾ ਵੀ ਪ੍ਰਧਾਨ ਸਾਹਿਬ ਕਹਿ ਰਹੇ ਨੇ ਕਿ 26 ਤਰੀਕ ਨੂੰ ਸਾਰਿਆਂ ਦੇ ਅਸੀਂ ਸਪੈਸ਼ਲ ਇਜਲਾਸ ਉਹ ਤਾਂ ਸਰ ਜਿਹੜਾ ਕੁਝ ਉਹਨਾਂ ਨੇ ਕਹਿਣਾ ਇਜਲਾਸ 'ਚ ਮੈਂ ਹੁਣ ਲਿਖ ਕੇ ਦੇ ਦੇਣਾ ਵੀ ਆਹ ਪਾਸ ਹੋਊਗਾ ਜੀ। ਕੀ ਹੋਏਗਾ ਪਾਸ, ਅੰਦਾਜ਼ਾ ਦੱਸੋ? ਜੋ ਲਿਖਿਆ ਉਧਰੋਂ ਆ ਜਾਏਗਾ ਉਹ ਪਾਸ ਹੋ ਜਾਏਗਾ ਵੀ ਹਾਂ ਧੱਕਾ ਜੀ, ਇਹ ਬਿਲਕੁਲ ਇਹਦੇ ਕੇਸ ਕਰਨਾ ਚਾਹੀਦਾ, ਇਹ ਕੌਮ ਬਰਦਾਸ਼ਤ ਨਹੀਂ ਕਰੇਗੀ, ਇਹਦੇ ਲਈ ਹੋਏਗਾ। ਹੁਣ ਦੇਖੋ ਇਹਦਾ ਵਿਰੋਧ ਹੋਏਗਾ, ਅਸੀਂ ਲੜਾਂਗੇ ਮਰਾਂਗੇ। ਜਥੇਦਾਰ ਜਿਹੜਾ ਹੈਗਾ ਨਵਾਂ ਬਣਾਇਆ, ਉਹਨੇ ਹਜੇ ਸਹੁੰ ਚੱਕੀ ਨਹੀਂ ਕਹਿੰਦੇ, ਉਹ ਡਰਾਮਾ ਕਰਨਾ ਹਜੇ ਜਾ ਕੇ ਕਿੰਨੀਆਂ ਪੱਗਾਂ ਜਾਣਗੀਆਂ, ਹੋਰ ਜਾਣਗੀਆਂ। ਅੱਛਾ, ਜੇ ਉਹਨੇ ਪਹਿਲਾਂ ਹੀ ਉਹ ਤੋਂ ਬਿਆਨ ਦਵਾਤਾ ਅਕਾਲ ਤਖਤ ਤੋਂ ਵੀ ਤੁਸੀਂ ਇਹ ਕੰਮ ਨਾ ਕਰੋ, ਪੋਸਟਪੋਨ ਕਰ ਲਓ, ਆਇਆ ਨਾ ਬਿਆਨ, ਬਿਲਕੁਲ ਖਬਰਾਂ 'ਚ ਵੀ ਆ ਚੁੱਕਿਆ। ਉਹ ਤਾਂ ਫਿਰ ਦੇਖੋ ਜਿਵੇਂ ਤੁਸੀਂ ਇੱਕ ਵਾਰੀ ਫੋਨ ਕਰਨ ਦੀ ਦੇਰ ਹੈ, ਜਿਵੇਂ ਕਿਵੇਂ ਜਥੇਦਾਰ ਚੱਕ ਕੇ ਰਿਕਾਰਡ ਚੱਕ ਕੇ ਉਹਦੇ ਘਰੇ ਪਹੁੰਚ ਗਏ ਸੀ ਵੀ ਆਹ ਮਾਫੀਨਾਮਾ ਲਿਖ ਕੇ ਉੱਥੋਂ ਹੀ ਲਿਖ ਕੇ ਲੈ ਆਏ ਸੀ, ਇਹ ਕਿਵੇਂ ਹੁੰਦਾ? ਸੋ ਤੁਸੀਂ ਦੇਖੋ ਸਹੀ ਵੀ ਗੱਲ ਚੱਲ ਕਿਹੜੇ ਸਿਸਟਮ ਵਰਕ ਕਿਹੜਾ ਕਰ ਰਿਹਾ ਜੀ। ਤੇ ਹੁਣ ਜਿਹੜੇ ਮਤਲਬ ਲੋਕ ਪੋਸਟਾਂ ਪਾ ਰਹੇ ਨੇ, ਬਹੁਤ ਸਾਰੇ ਲੋਕ ਨੇ ਸਾਡੇ, ਬਹੁਤ ਬੁੱਧੀਜੀਵੀ ਵੀ ਨੇ, ਕੁਝ ਅਖੌਤੀ ਵੀ ਹੈਗੇ ਨੇ, ਤੇ ਬਹੁਤ ਸਾਰੇ ਚੈਨਲਸ ਵੀ ਅਜਿਹੇ ਨੇ ਜਿਹੜੇ ਕਹਿ ਰਹੇ ਨੇ ਵੀ ਇਹ ਤਾਂ ਜੀ ਕੌਮ ਦੇ ਉੱਤੇ ਹਮਲਾ ਆ, ਕੌਮ ਦੇ ਵਿੱਚ ਇੰਟਰਫੇਰੈਂਸ ਨਹੀਂ ਕਰ ਸਕਦੇ, ਇਹ ਸਿੱਖ
ਸਿਧਾਂਤਾਂ ਦੀ ਗੱਲ ਹੈ, ਇਹ ਸਿੱਖਾਂ ਦਾ ਆਪਸੀ ਮਸਲਾ ਆ, ਤੁਸੀਂ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਇੰਟਰਫੇਰੈਂਸ ਨਹੀਂ ਕਰ ਸਕਦੇ। ਹੁਣ ਇੰਟਰਫੇਰੈਂਸ ਅਗਰ ਕੋਈ ਕਰਦਾ ਹੈ, ਤੁਹਾਡੇ ਮੇਰੇ ਵਰਗਾ ਆ, ਭਗਵੰਤ ਮਾਨ ਕਰ ਰਿਹਾ ਹੈ, ਤੇ ਉਹ ਇੰਟਰਫੇਰੈਂਸ ਹੈਗੀ ਆ। ਪਰ ਅਗਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਿਸੇ ਵੀ ਤਰ੍ਹਾਂ ਨਾਲ ਕੁਝ ਵੀ ਕੀਤਾ ਜਾਵੇ, ਜਥੇਦਾਰ ਹਟਾ ਦਿੱਤਾ ਜਾਵੇ, ਲਾ ਦਿੱਤਾ ਜਾਵੇ, ਪ੍ਰਧਾਨ ਹਟਾ ਦਿੱਤਾ ਜਾਵੇ, ਲਾ ਦਿੱਤਾ ਜਾਵੇ, ਠੀਕ ਹੈ ਜੀ, ਕਿਤੇ ਕਿਸੇ ਨੂੰ ਆਪਣੇ ਪ੍ਰਾਈਵੇਟ ਫੰਕਸ਼ਨਾਂ ਦੇ ਵਿੱਚ ਲੰਗਰ ਮੰਗਵਾ ਲਿੱਤਾ ਜਾਵੇ, ਖਿਲਾ ਦਿੱਤਾ ਜਾਵੇ, ਰੈਲੀਆਂ ਦੇ ਵਿੱਚ ਮੰਗਵਾ ਲਿੱਤਾ ਜਾਵੇ, ਉਹਦਾ ਕੋਈ ਹਿਸਾਬ ਕਿਤਾਬ ਨਹੀਂ। ਸੋ ਇਹ ਦੋਹਰੀ ਮਾਪਦੰਡ, ਇਹ ਦੋਹਰੀ ਨੀਤੀ ਜਿਹੜੀ ਹੈਗੀ ਹੈ, ਇਹ ਇਹਨਾਂ ਨੂੰ ਕਿਉਂ ਨਹੀਂ ਸਮਝ ਆਉਂਦੀ? ਨਹੀਂ ਸਰ, ਉਹ ਮੇਰੀ ਗੱਲ ਸੁਣੋ ਨਾ, ਤੁਸੀਂ ਪੰਥ ਪਹਿਲਾਂ ਡਿਫਾਈਨ ਕਿਵੇਂ ਕੀਤਾ ਹੋਇਆ? ਉਹ ਜਿਹੜਾ ਡਿਫਾਈਨ ਤੁਸੀਂ ਜੇ ਕਰ ਰਹੇ ਹੋ, ਲੰਗਰ ਤੁਹਾਡੇ ਘਰਾਂ ਜਾ ਰਿਹਾ, ਤਾਂ ਉਹ ਪੰਥਕ ਸੇਵਾ ਗਿਣੀ ਜਾ ਰਹੀ ਹੈ, ਉਹ ਪੰਥਕ ਸੇਵਾ ਗਿਣੀ ਜਾ ਰਹੀ ਹੈ। ਜਿਹੜਾ ਤੁਸੀਂ ਰੈਲੀਆਂ ਨੂੰ ਲੰਗਰ ਜਾ ਰਿਹਾ, ਹਾਂ, ਉਹ ਕਹਿੰਦੇ ਸਾਡਾ ਪੰਥ ਹੈ, ਸਾਡੇ ਵਾਸਤੇ ਲੰਗਰ ਆ ਰਿਹਾ, ਸਾਡੀ ਸੇਵਾ। ਤੇ ਪੰਥ ਮਤਲਬ ਇੱਕ ਘਰ ਰਹਿ ਗਿਆ। ਹਾਂ ਬਿਲਕੁਲ ਬਿਲਕੁਲ ਸਰ। ਇਹ ਜੇ ਤੁਸੀਂ ਆਮ ਲੋਕ ਜਿਹੜੇ ਤੁਸੀਂ ਜਿਹਨਾਂ ਨੂੰ ਬੁੱਧੀਜੀਵੀ ਕਹਿੰਦੇ ਹੋ, ਜੇ ਉਹ ਇਹ ਗੱਲਾਂ ਨਹੀਂ ਸਮਝਦੇ ਤਾਂ ਫਿਰ ਰਸਤਾ ਕੌਣ ਦਿਖਾਏਗਾ? ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧ ਛਿਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਜੇ ਤੁਸੀਂ ਜਿਹਨੂੰ ਵਿਦਵਾਨ ਕਹਿੰਦੇ ਹੋ, ਉਹ ਵਿਦਵਾਨ ਤਾਂ ਕੋਈ ਬੋਲ ਹੀ ਨਹੀਂ ਰਿਹਾ। ਵਿਦਵਤਾ ਕਾਹਦੀ ਹੈ ਜੀ? ਡਿਗਰੀ ਇਕੱਠੀ ਕਰਨਾ ਵਿਦਵਤਾ ਹੋ ਜਾਂਦੀ ਹੈ ਜੀ। ਮੈਂ ਤਾਂ ਸੱਚੀ ਗੱਲ ਦੱਸਣਾ ਜੀ, ਮੇਰੇ ਚਾਹੇ ਤੁਸੀਂ ਮੈਨੂੰ ਕੁਝ ਮਰਜ਼ੀ ਕਹਿ ਲੈਣਾ, ਮੈਂ ਤਾਂ ਸਰਦਾਰ ਕਪੂਰ ਸਿੰਘ ਤੋਂ ਬਿਨਾਂ ਕਿਸੇ ਨੂੰ ਵਿਦਵਾਨ ਮੰਨਦਾ ਹੀ ਨਹੀਂ ਜੀ। ਹੈ ਹੀ ਨਹੀਂ ਕੋਈ ਵਿਦਵਾਨ। ਉਹ ਹੁੰਦਾ ਜੀ ਜਿਹੜਾ ਪੁਰਾਣੇ ਗੱਲ ਨੂੰ ਸਮਝੇ, ਉਹਦੀ ਰੋਸ਼ਨੀ 'ਚ ਨਵੇਂ ਹਾਲਾਤ ਜਿਹੜੇ ਵਰਤਮਾਨ ਨੂੰ ਸਮਝੇ, ਔਰ ਇਹਦੇ ਵਿੱਚੋਂ ਆਉਣ ਵਾਲੇ ਲਈ ਰੋਡ ਮੈਪ ਤਿਆਰ ਕਰਕੇ ਦੇਵੇ। ਇਹ ਤਾਂ ਫਿਰ ਇਕੱਲੇ ਸਰਦਾਰ ਕਪੂਰ ਸਿੰਘ ਨੇ ਕੀਤਾ, ਹੋਰ ਕਿਹਨੇ ਕੀਤਾ ਜੀ? ਜਿੱਦਾਂ ਸ਼ਾਸਤਰਾਂ 'ਚ ਵੀ ਲਿਖਿਆ, ਸਮੇਂ-ਸਮੇਂ ਸਿਰ ਪ੍ਰਕਿਰਤੀ ਮੇਂ ਪਰਿਵਰਤਨ। ਹਾਂਜੀ, ਉਹ ਪਰਿਵਰਤਨ ਸਾਨੂੰ ਆਪਣੇ ਜੀਵਨ 'ਚ ਵੀ ਚਾਹੀਦਾ ਹੈ। ਕਰ ਲਈਆਂ ਇਕੱਠੀਆਂ, ਲਿਆਓ ਜੀ ਫਿਰ ਮੈਨੂੰ ਹੁਣ ਨੌਕਰੀ ਦੇ ਦਿਓ, ਮੈਂ ਲੱਗ ਜਾਂਦਾ, ਮੈਂ 4 ਜਵਾਕਾਂ ਨੂੰ ਪੜ੍ਹਾਊਂਗਾ। ਉਹ ਤਾਂ ਸਰ ਵਿਦਵਤਾ ਨਹੀਂ ਨੇ ਹੈਗੀ, ਉਹ ਤਾਂ ਤੁਸੀਂ ਆਪ ਹੀ ਤੁਸੀਂ ਆਪਣੇ ਆਪ ਨੂੰ ਬਣੇ ਧੋਖਾ ਦੇਈ ਜਾ ਰਹੇ ਹੋਗੇ ਵੀ ਮੇਰੇ 'ਚ ਗਿਆਨ ਹੈਗਾ। ਜਿਵੇਂ ਹੁਣ ਕੋਈ ਬਲਬ ਫਿਊਜ਼ ਹੋਵੇ, ਉਹ ਕਹੀ ਜਾਵੇ ਜੀ ਮੈਂ 100 ਵਾਟ ਦੀ ਰੋਸ਼ਨੀ ਦਿੰਦਾ, ਦੇਈ ਜਾਵੇ ਜੋ ਕਹੀ ਜਾਂਦਾ, ਉਹਦੇ ਕਹਿਣ ਨਾਲ ਕੀ ਫਰਕ ਪੈਣਾ ਜੀ? ਬਿਲਕੁਲ। ਮਤਲਬ ਮੁੱਖ ਦੀ ਗੱਲ ਇਹ ਹੈ ਵੀ ਕੌਮ ਦੇ ਜਿਹੜੇ ਤੁਹਾਨੂੰ ਜਗਦੇ ਹੋਏ ਲਾਟੂ ਜਾਂ ਬਲਬ ਦਿਖ ਰਹੇ ਨੇ, ਜਿਹੜੇ ਸਾਡੇ ਪ੍ਰਧਾਨ ਨੇ, ਜਥੇਦਾਰ ਨੇ, ਮਾਫ ਕਰਨਾ, ਕੱਲ ਮੈਨੂੰ ਕਿਸੇ ਨੇ ਕਿਹਾ ਸੀਗਾ, ਸਭ ਪਿਆਰ ਕਰਨ ਵਾਲੇ ਨੇ, ਵੀ ਚਾਹੇ ਜਥੇਦਾਰ ਰਘਵੀਰ ਸਿੰਘ ਅਪਾਇੰਟ ਕੀਤੇ ਨੇ, ਵੀ ਜਿਹੜਾ ਉਸ ਅਹੁਦੇ ਤੇ ਬੈਠਿਆ ਆ, ਅਕਾਲ ਤਖਤ ਦਾ ਜਿਹੜਾ ਜਥੇਦਾਰ ਬਣ ਗਿਆ, ਸਾਨੂੰ ਉਸ ਨੂੰ ਇੱਜ਼ਤ ਦੇ ਨਾਲ ਬੁਲਾਉਣਾ ਚਾਹੀਦਾ ਹੈ। ਕੋਈ ਵੀ ਨਹੀਂ ਚਾਹੁੰਦਾ ਵੀ ਉਹਨਾਂ ਦਾ ਨਿਰਾਦਰ ਹੋਵੇ ਜਾਂ ਉਹਨਾਂ ਨੂੰ ਤੂੰ ਕਹਿ ਕੇ। ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਸੀ, 2-4 ਦਿਨ ਪਹਿਲਾਂ ਜਿਹੜੀ ਪਾਈ ਸੀ। ਕੋਈ ਨਹੀਂ ਚਾਹੁੰਦਾ ਵੀ ਜਥੇਦਾਰ ਨੂੰ ਜਾਂ ਪ੍ਰਧਾਨ ਨੂੰ ਕੋਈ ਤੂੰ ਤੜਕ ਕਰਕੇ ਬੁਲਾਵੇ, ਪਰ ਹਾਂ ਤੁਹਾਡੀ ਛਵੀ ਹੀ ਇਹ ਡਿਸਾਈਡ ਕਰਵਾਉਂਦੀ ਹੈ ਵੀ ਤੁਹਾਨੂੰ ਸੰਬੋਧਨ ਕਿੱਦਾਂ ਕੀਤਾ ਜਾਵੇ। ਜੇਕਰ ਤੁਹਾਡੇ ਅੰਦਰ ਰੀੜ੍ਹ ਦੀ ਹੱਡੀ ਹੀ ਨਹੀਂ ਹੈ, ਜੇਕਰ ਤੁਸੀਂ ਦੂਜਿਆਂ ਦੇ ਕਹਿਣ ਦੇ ਉੱਤੇ ਰੇਂਗਦੇ ਹੋ, ਜੇਕਰ ਤੁਸੀਂ ਕੌਮ ਵਾਸਤੇ, ਕੌਮ ਦੇ ਹਿੱਤ 'ਚ ਫੈਸਲੇ ਨਹੀਂ ਲੈ ਸਕਦੇ, ਜੇਕਰ ਤੁਸੀਂ ਰਬੜ ਸਟੈਂਪਾਂ ਵਾਂਗੂ ਸਿਰਫ ਜਿੱਥੇ ਕਹਿਤਾ ਉੱਥੇ ਲੱਗ ਜਾਣਾ ਆ, ਉੱਥੇ ਉਹਨਾਂ ਦਾ ਠੋਕ ਵਜਾ ਕੇ ਪ੍ਰਚਾਰ ਕਰਨਾ ਆ, ਇੱਕ ਧਿਰ ਨੂੰ ਹੀ ਸਾਰਾ ਪੰਥ ਸਮਝ ਲੈਣਾ ਆ, ਤੇ ਫਿਰ ਦੁਨੀਆ ਨੂੰ ਦਿਖਾਉਣਾ ਕਿ ਪੰਥ ਤੇ ਹਮਲੇ ਹੋ ਰਹੇ ਨੇ, ਤੇ ਤੁਸੀਂ ਅਗਰ ਅਕਾਲੀ ਦਲ ਹਾਰ ਗਿਆ ਤਾਂ ਤੁਸੀਂ ਕਹਿ ਦੇਣਾ ਆ ਕਿ ਆਰਾਮ ਦੇ ਨਾਲ ਵੀ ਹੁਣ ਕੌਮ ਦਾ ਕੁਝ ਨਹੀਂ ਹੋ ਸਕਦਾ, ਕੌਮ ਦਾ ਬੇੜਾ ਗਰਕ ਹੋ ਗਿਆ। ਤਾਂ ਫਿਰ ਮਤਲਬ ਕੌਮ ਤਾਂ ਸਿਰਫ ਬਾਦਲ ਪਰਿਵਾਰ ਰਹਿ ਗਿਆ, ਅਕਾਲੀ ਦਲ ਬਾਦਲ ਰਹਿ ਗਿਆ। ਚਲੋ ਅਕਾਲੀ ਦਲ ਇਕੱਲੇ ਨੂੰ ਨਹੀਂ ਕਹਿੰਦੇ, ਅਕਾਲੀ ਦਲ ਬਹੁਤ ਸ਼ਹਾਦਤਾਂ ਤੋਂ ਬਾਅਦ ਹੋਇਆ ਸੀ, ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੈਅ ਕਰਵਾਉਂਦੀਆਂ ਨੇ। ਸਿਰਫ ਮੇਰੇ ਨਹੀਂ, ਬਹੁਤ ਸਾਰੇ ਨੇ ਜਿਹੜੇ ਕਮੈਂਟ ਕਰ ਰਹੇ ਨੇ, ਪ੍ਰੋਗਰਾਮ ਦੇ ਥੱਲੇ ਕਰ ਰਹੇ ਨੇ ਕਿ ਅਸੀਂ ਚਾਹੁੰਦੇ ਹਾਂ ਦਿਲੋਂ ਬੁਲਾਈਏ, ਸਤਿਕਾਰ ਕਰੀਏ, ਪਰ ਉਹ ਸਤਿਕਾਰ ਕਹਿੰਦੇ ਵੀ ਇੱਜ਼ਤ ਤੁਸੀਂ ਵੇਚ ਜਾਂ ਖਰੀਦ ਨਹੀਂ ਸਕਦੇ। ਇੱਜ਼ਤ ਤੁਸੀਂ ਕਿਸੇ ਦੇ ਗਲ 'ਚ ਗੂਠਾ ਦੇ ਕੇ ਬਣਵਾ ਨਹੀਂ ਸਕਦੇ। ਇੱਜ਼ਤ, ਨਾਮ, ਸ਼ੌਹਰਤ ਇਹ ਖੱਟਣੀ ਪੈਂਦੀ ਹੈ। ਦੌਲਤ ਤਾਂ ਕੰਜਰੀਆਂ ਕੋਲ ਵੀ ਬਹੁਤ ਹੁੰਦੀ ਹੈ, ਪਰ ਇੱਜ਼ਤ, ਨਾਮ, ਸ਼ੌਹਰਤ ਇਹ ਤੁਹਾਨੂੰ ਖੱਟਣੀ ਪੈਣੀ ਹੈ, ਜੋ ਤੁਸੀਂ ਨਹੀਂ ਖੱਟ ਸਕੇ, ਚਾਹੇ ਪ੍ਰਧਾਨ ਹੋ, ਚਾਹੇ ਜਥੇਦਾਰ ਹੋ। ਜਿੱਦਣ ਇਹ ਤੁਸੀਂ ਆਪ ਹੱਕ ਦੇ ਨਾਲ ਖੱਟ ਲਈ, ਤਾਂ ਉਸ ਦਿਨ ਤੁਸੀਂ ਆਪ ਦੇਖ ਲਿਓ ਵੀ ਤੁਹਾਨੂੰ ਸੰਗਤ ਕਿੱਦਾਂ ਸਿਰ ਮੱਥੇ ਪ੍ਰਵਾਨ ਕਰਦੀ ਹੈ। ਜਥੇਦਾਰ ਹਵਾਰਾ ਨੂੰ ਕਿਉਂ ਬਹੁਤਾਤ ਸੰਗਤ ਜਥੇਦਾਰ ਅਕਾਲ ਤਖਤ ਦਾ ਮੰਨਦੀ ਹੈ? ਤੁਸੀਂ ਉਸ ਨੂੰ ਸਰਬੱਤ ਖਾਲਸਾ ਮੰਨੋ ਨਾ ਮੰਨੋ, ਪੂਰੀ ਕੌਮ ਵਾਸਤੇ ਉਹ ਸਰਬੱਤ ਖਾਲਸਾ ਸੀ। ਸਰਬੱਤ ਖਾਲਸਾ ਨੇ ਜਥੇਦਾਰ ਥਾਪਿਆ, ਤਾਂ ਕੌਮ ਅੱਜ ਵੀ ਉਹਨਾਂ ਨੂੰ ਜਥੇਦਾਰ ਮੰਨਦੀ ਹੈ। ਤਾਂ ਹੀ ਸ਼ਾਇਦ ਲੱਗਦਾ ਵੀ ਇੰਡੀਅਨ ਸਟੇਟ ਕਦੇ ਮਤਲਬ ਸਾਰੇ ਬੰਦੀ ਸਿੰਘਾਂ ਨੂੰ ਛੱਡਦੇ ਨੇ, ਬਟ ਉਹਦੇ ਉੱਤੇ ਕਦੇ ਵੀ ਹਾਮੀ ਨਹੀਂ ਆਏਗੀ। ਮੈਨੂੰ ਲੱਗਦਾ ਹੈ ਵੀ ਜਥੇਦਾਰ ਹਵਾਰਾ ਕਦੇ ਬਾਹਰ ਨਹੀਂ ਆ ਸਕਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਸਰਬੱਤ ਖਾਲਸਾ ਥਾਪਿਆ ਜਥੇਦਾਰ ਹੈ। ਜਿੱਦਣ ਬਾਹਰ ਆ ਗਿਆ ਤੇ ਜਾ ਕੇ ਸਿੱਧਾ ਉਹਨੇ ਅਕਾਲ ਤਖਤ ਤੇ ਹੀ ਬਹਿਣਾ ਹੈ, ਤੇ ਕਿਸੇ ਦੀ ਹਿੰਮਤ ਨਹੀਂ ਹੋਣੀ ਅੱਖ ਚੱਕ ਕੇ ਉਧਰਲੇ ਪਾਸੇ ਦੇਖਣ ਦੀ ਵੀ, ਬਾਦਲਾਂ ਦੀ ਵੀ ਨਹੀਂ ਹੋਣੀ ਚਾਹੀਦੀ। ਕਿਉਂਕਿ ਬਾਦਲਾਂ ਨੇ ਜਿਹੜੇ
ਅੰਦਰ ਬੰਦੀ ਸਿੰਘਾਂ ਨੂੰ ਫਸਾਣਾ ਸੀ, ਪਟਾਣਾ ਸੀ, ਜਾਂ ਜਿਹਨਾਂ ਦੇ ਬ੍ਰੇਨ ਵਾਸ਼ ਕਰਨੇ ਸੀ ਕਰ ਲਏ ਆ, ਤੇ ਉਹ ਉਹਨਾਂ ਦੇ ਹੱਕ 'ਚ ਭੁਗਤ ਗਏ ਆ, ਦੁਨੀਆ ਦੇ ਸਾਹਮਣੇ ਆ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਹੁਣ ਇਹ ਲੋਕਾਂ ਨੂੰ ਦੇਖ ਕੇ ਵੀ ਸਾਰਾ ਕੁਝ ਕਲੀਅਰ ਹੈ, ਸ਼ੀਸ਼ੇ ਵਾਂਗੂ ਸਮਝ ਨਹੀਂ ਆਉਂਦਾ। ਪਰ ਅੰਤ ਤਾਂ ਮੈਂ ਇਹੀ ਪੁੱਛਣਾ ਚਾਹਾਂਗਾ ਵੀ ਤੁਸੀਂ ਕੀ ਕਹਿੰਦੇ ਹੋ ਵੀ ਹੁਣ ਕੌਮ ਕਿਹੜੇ ਪਾਸੇ ਨੂੰ ਚੱਲੀ ਹੈ ਤੇ ਕਿੱਦਾਂ ਇਹਦਾ ਸੁਧਾਰ ਹੋ ਸਕਦਾ? ਐਸਜੀਪੀਸੀ ਦੀਆਂ ਚੋਣਾਂ ਸਿਰ ਤੇ ਨੇ, ਹਰ ਕੋਈ ਆਪਣੇ ਡੰਡੇ ਆਪਣੇ ਝੰਡੇ ਲੈ ਕੇ ਬੈਠਿਆ ਹੈ, ਅਲੱਗ-ਅਲੱਗ ਧਿਰਾਂ ਬਹੁਤ ਬੈਠੀਆਂ ਨੇ, ਕੀ ਕਹਿਣਾ ਚਾਹੋਗੇ? ਝੰਡੇ ਡੰਡਿਆਂ ਨਾਲ ਕੌਮਾਂ ਨਹੀਂ ਬਣਦੀਆਂ ਜੀ, ਕੌਮਾਂ ਬਣਦੀਆਂ ਵਿਚਾਰ ਨਾਲ। ਵਿਚਾਰ ਕੌਮ ਨੇ ਤਿਆਗਿਆ ਹੋਇਆ ਹੈ। ਤੁਸੀਂ ਹੁਣ ਦੇਖੋ ਐਡੀ ਵੱਡੀ ਪੋਸਟ ਹੈ ਅਕਾਲ ਤਖਤ ਦੀ, ਉਹਦੇ ਬਾਰੇ ਕੋਈ ਰੂਲਸ ਐਂਡ ਰੈਗੂਲੇਸ਼ਨਸ ਹੈ ਹੀ ਨਹੀਂ ਵੀ ਉਹਦੀ ਅਪਾਇੰਟਮੈਂਟ ਕਿੱਦਾਂ ਹੋਣੀ ਚਾਹੀਦੀ ਹੈ। ਦੇਖੋ ਹੁਣ ਜਿਹੜੇ ਤੁਸੀਂ ਇੱਕ ਬਾਬਾ ਫਰੀਦ ਦਾ ਸ਼ਲੋਕ, ਫਿਰ ਮੈਂ ਕਹਿੰਦਾ ਲੋੜੇ ਦਾ ਕੇ ਬਜੌਰੀਆਂ ਕਿ ਕਰ ਬੀਜੇ ਜੱਟ, ਵੀ ਜੋ ਤੁਸੀਂ ਇਹੋ ਜਿਹੇ ਬੰਦੇ ਲਾਓਗੇ ਜਿਹੜੇ ਪਹਿਲਾਂ ਸੇਵਾਦਾਰ ਸੀ, ਬਰਛੇ ਫੜ ਕੇ ਖੜ੍ਹਦੇ ਸੀ, ਫਿਰ ਅਰਦਾਸੀਏ ਬਣ ਗਏ, ਫਿਰ ਉਹ ਗ੍ਰੰਥੀ ਬਣ ਗਏ, ਫਿਰ ਅਕਾਲ ਤਖਤ ਜਥੇਦਾਰ ਬਣ ਗਏ। ਸੋ ਉਹਨਾਂ ਦੀ ਕਿੰਨਾ ਕੁ ਪਰਸੈਪਸ਼ਨ ਉਹਨਾਂ ਦਾ ਜੀ, ਉਹਨਾਂ ਦੇ ਅੱਖਾਂ 'ਤੇ ਜਿਵੇਂ ਘੋੜੇ ਲੱਗਿਆ ਹੁੰਦਾ, ਬਲਿੰਕਰਸ ਖੋਪੇ ਲੱਗੇ ਹੁੰਦੇ ਐਂ ਲੱਗੇ ਹੁੰਦੇ, ਐਂ ਦੇਖਦੇ ਆ। ਉਹਨਾਂ ਨੂੰ ਤੁਸੀਂ ਕੀ ਆਸ ਕਰੋਗੇ? ਉਹਨਾਂ ਤੋਂ ਆਪਾਂ ਜਾ ਕੇ ਕਹਿੰਦੇ ਸ਼੍ਰੀ ਅਕਾਲ ਤਖਤ, ਇਹ ਸਾਰੇ ਨਾਰੇ ਜਿਹੜੇ ਮਾਰਦੇ ਨੇ ਨਾ ਜੀ, ਸਾਨੂੰ ਗੁਲਾਮ ਕਰਨ ਵਾਸਤੇ ਮਾਰਦੇ ਨੇ। ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਇਹਦੇ ਵਿੱਚ ਇੰਪਲਾਈਡ ਮੀਨਿੰਗ ਕੀ ਹੈ ਇਹਦਾ? ਵੀ ਜਿਹੜਾ ਜਥੇਦਾਰ ਉਹ ਮਹਾਨ ਹੈ। ਅਸੀਂ ਕਿਹਾ ਨਹੀਂ ਹੈਗਾ, ਜਥੇਦਾਰ ਹੋਰ ਚੀਜ਼ ਆ, ਅਕਾਲ ਤਖਤ ਹੋਰ ਚੀਜ਼ ਹੈ। ਤੁਸੀਂ ਅਕਾਲ ਤਖਤ ਤੇ ਜਿਹੜਾ ਬੰਦਾ ਬਿਠਾਉਣਾ ਹੈਗਾ ਉਹ ਤਾਂ ਪੂਰਾ ਉਹਦੇ ਕਦਕਾਰ ਨਾਲ ਬਿਠਾਓ, ਜੇ ਹੁਣ ਦੇਖੋ ਜੋ ਕਾਬਿਲ ਵੀ ਹੋਵੇ। ਹਾਂ ਬਿਲਕੁਲ ਨਾਲ ਸਰ, ਇੱਕ ਇਹ ਬਰੋਡ ਬੇਸ ਕਰਨਾ ਪੈਣਾ ਕੌਮ ਨੂੰ। ਮੈਂ ਕਹਿੰਦਾ ਕਦੇ ਕੌਮ ਬੈਠੇ, ਕਦੇ ਸਾਰੇ ਸੁਝਾਅ ਮੰਗਣ, ਅਸੀਂ ਵੀ ਦਈਏ ਵੀ ਕਿੱਦਾਂ ਦੀ ਸਿਲੈਕਸ਼ਨ ਹੋਣੀ ਚਾਹੀਦੀ ਹੈ, ਕਿੱਦਾਂ ਉਹਦਾ ਟੈਨਿਓਰ ਹੋਣਾ ਚਾਹੀਦਾ, ਕਿ ਆਨਸਰੇਬਿਲਿਟੀ ਕਿਹਨੂੰ ਹੋਣੀ ਚਾਹੀਦੀ ਹੈ, ਏਜੰਡਾ ਕੌਮ ਕਿਵੇਂ ਤੈਅ ਕਰੇਗੀ ਵੀ ਕਿਸ ਏਜੰਡੇ ਤੇ ਕੰਮ ਕਰੇਗਾ, ਆਨਸਰੇਬਲ ਕਿਹਨੂੰ ਹੋਏਗਾ, ਤਨਖਾਹ ਕਿੱਦਾਂ ਜਾਏਗੀ ਜਾਂ ਨਹੀਂ। ਜੇ ਹੁਣ ਸਰ ਤਨਖਾਹ ਮੇਰੇ ਕੋਲ ਲੈਣੀ ਹੈ ਤਾਂ ਤੁਸੀਂ ਮੇਰੇ ਖਿਲਾਫ ਜਾ ਕੇ ਦਿਖਾਓ। ਬਿਲਕੁਲ ਬਿਲਕੁਲ, ਤੁਸੀਂ ਇਦਾਂ ਨਹੀਂ ਨਾ ਹੁੰਦਾ। ਦੇਖੋ ਆਪਾਂ ਗੱਲ ਜਥੇਦਾਰ ਨੇ ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਸਰ ਜਿਹੋ ਜਿਹਾ ਬੀਜਾਂਗੇ ਨਾ ਜੀ ਉਹ ਜਿਹਾ ਵੱਢਾਂਗੇ। ਪਰ ਅੰਤ ਇਹ ਹੁਣ ਦੇਖੋ, ਜੇ ਕਹਿੰਦੇ ਸ਼ਹੀਦਾਂ ਤੁਸੀਂ ਜਿੱਥੇ ਬੋਲ ਕੇ ਹਟਿਓ, ਕਾਲੀਆਂ ਦੀ ਕੁਰਬਾਨੀ ਨਾਲ ਕੌਮ ਬਣੀ ਹੈ ਜੀ, ਕੋਈ ਕਾਲੀਆਂ ਦੀ ਕੁਰਬਾਨੀ ਮੇਰਾ ਖਿਆਲ ਨਹੀਂ ਹੋਈ ਜੀ। ਜਿਹੜੀਆਂ ਗੁਰੂ ਕੇ ਬਾਗ ਮੋਰਚੇ 'ਚ ਹੋਲੀਆਂ। ਹੁਣ ਜੇ ਫਿਰੂਮਾਨ ਦੀ ਕੁਰਬਾਨੀ ਕਿਉਂ ਰੋਲੀ ਹੋਈ ਹੈ, ਫਿਰ ਉਹ ਕੁਰਬਾਨੀ ਕਿੱਥੇ ਗਈ? ਹੋਰਾਂ ਦੀ ਕਿੱਥੇ ਗਈਆਂ? ਉਹਨਾਂ ਕਿੱਥੇ ਨੇ? ਦਸਵੰਤ ਸਿੰਘ ਕਦੇ ਕੋਈ ਅਕਾਲੀ ਦਲ ਦੇ ਵਿੱਚ ਕੋਈ ਹਿਊਮਨ ਰਾਈਟਸ ਨਹੀਂ ਹੈਗਾ, ਮੇਰਾ ਖਿਆਲ ਨਹੀਂ ਹੋਣਾ। ਜੋ ਸਰ ਸਾਡੇ ਨਾਲ ਇੰਨਾ ਬੰਦੇ ਮਰੇ ਨੇ। ਇੱਕ ਪੀਪਲਸ ਕਮਿਸ਼ਨ ਬਣਿਆ ਸੀ, ਉਹ ਜਸਟਿਸ ਕੁਲਦੀਪ ਸਿੰਘ ਹੁਣੀ ਸੀਗੇ, ਉਹਨੂੰ ਕਿਹਨੇ ਡਿਸਬੈਂਡ ਕਰਵਾਇਆ ਜੀ? ਤੁਸੀਂ ਇਹ ਦੇਖੋ ਨਾ, ਇਸ ਤਰ੍ਹਾਂ ਦੀ ਇਹ ਗੱਲਾਂ ਨਹੀਂ। ਕਈ ਵਾਰੀ ਆਪਾਂ ਕਹਿੰਦੇ ਲੋ ਜੀ ਐਡਾ ਵੱਡਾ ਬੰਦਾ ਸੀ, ਬੰਦਾ ਨਹੀਂ ਸਰ ਦੇਖਣਾ, ਤੁਸੀਂ ਫਾਲਟ ਲਾਈਨਸ ਦੇਖਣੀਆਂ ਹੁੰਦੀਆਂ ਨੇ। ਗੱਲਾਂ ਜਿਵੇਂ ਹੁਣ ਐਡੀ ਵੱਡੀ ਬਿਲਡਿੰਗ ਢਹਿ ਗਈ ਜੀ, ਅੱਛਾ ਫਿਰ ਕੀ ਕਰਾਂਗੇ ਜੀ? ਆਪਾਂ ਉਤੋਂ ਦੇਖਣੀ ਸ਼ੁਰੂ ਕਰਾਂਗੇ? ਨਹੀਂ, ਪਹਿਲਾਂ ਨਿਊਆਂ ਵੱਲ ਜਾਵਾਂਗੇ, ਨਿਊਆਂ ਦੇਖਾਂਗੇ। ਬਿਲਕੁਲ। ਜੇ ਤੂੰ ਇਹ ਆਦਤਾਂ ਨਹੀਂ ਪਾਉਣੀਆਂ ਸਰ, ਤੁਸੀਂ ਮੇਰੀ ਗੱਲ, ਚੰਗੇ ਬੰਦੇ ਨੂੰ ਚੰਗਾ ਨਹੀਂ ਕਹਿਣਾ, ਟਕੇ ਦੇ ਬੰਦੇ ਵਿਦਵਾਨ ਕਰਾਂਗੇ, ਗਲ ਜੋ ਕੱਪੜਾ ਜਿਹਾ ਪਾ ਕੇ ਕੋਲ ਲੱਕੜ ਜੀ ਹੁੰਦੀ ਹੈ ਇਹੀ ਜੀ ਫੜਾ ਦਿੰਦੇ ਹੋ ਸਰ। ਇਹ ਲੱਕੜਾਂ ਨਾਲ ਕੌਮਾਂ ਨਹੀਂ ਬਣਦੀਆਂ ਸਰ। ਜਿਹੜੇ ਬੰਦਿਆਂ ਨੇ ਘਸਾਈ ਗਏ, ਹੁਣ ਐਡਾ ਵੱਡਾ ਕੈਂਬਰੀ ਦਾ ਪੜ੍ਹਿਆ ਹੋਇਆ ਬੰਦਾ ਤੁਹਾਨੂੰ ਚੰਗਾ ਲੱਗਦਾ ਨਹੀਂ? ਤੁਸੀਂ ਆਪਣੀ ਕੌਮ ਦੇ ਬੰਦੇ ਉੱਧਰ ਕਿਉਂ ਨਹੀਂ ਪੜ੍ਹਨ ਭੇਜਦੇ ਜੀ? ਤੁਸੀਂ ਕਿਉਂ ਨਹੀਂ ਕਰਦੇ ਇਹੋ ਜਿਹੀਆਂ ਗੱਲਾਂ? ਤੁਸੀਂ ਇਹ ਗੱਲਾਂ ਛੱਡੋ ਜੀ, ਇਹ ਗੱਲਾਂ 'ਚ ਨਹੀਂ ਹੈਗਾ। ਨਾਰਿਆਂ 'ਚ ਕੋਈ ਪੰਥ ਨਹੀਂ ਹੁੰਦਾ। ਤੁਸੀਂ ਇਹਦੇ, ਮੈਂ ਹੁਣ ਕਹੂੰਗਾ ਤਾਂ ਲੋਕ ਮੈਨੂੰ ਬੜਾ ਕਹਿਣਗੇ। ਮੈਂ ਪਾਸ਼ ਦੀਆਂ ਲਾਈਨਾਂ ਵੀ ਕਈ ਵਾਰੀ ਕੋਟ ਕਰਦਾ ਹੁੰਦਾ ਵੀ ਉਹ ਤੁਸੀਂ ਉਹਨਾਂ ਤਿਉਹਾਰਾਂ 'ਚ ਪੈ ਗਏ। ਕਹਿੰਦਾ ਤੁਹਾਡੇ ਪੁਰਬਾਂ ਦੀ ਖੁਸ਼ੀ ਵੀ ਤੁਹਾਨੂੰ ਬੇਦਾਵਾ ਲਿਖਾਏ ਨੇ। ਸਿੱਖੀ ਤੋਂ ਤਾਂ ਬੇਦਾਵਾ ਹੋਇਆ ਪਿਆ ਜੀ। ਹੁਣ ਦੇਖੋ, ਗੁਰੂ ਗੋਬਿੰਦ ਸਿੰਘ ਜਦੋਂ ਮਹਾਨ ਸਿੰਘ ਕੋਲੇ ਆ ਗਏ, ਜਦੋਂ ਆਖਰੀ ਸਾਹ ਲੈ ਰਿਹਾ ਸੀ, ਮਹਾਨ ਸਿੰਘ ਨੇ ਕੀ ਕਿਹਾ ਸੀ ਗੁਰੂ ਗੋਬਿੰਦ ਸਿੰਘ ਨੂੰ? ਗੁਰੂ ਗੋਬਿੰਦ ਸਿੰਘ ਪੁੱਛੋ ਵੀ ਕੀ ਮੰਗਦੇ ਹੋ? ਹਰੇਕ ਨੂੰ ਜਾਂਦੇ ਸੀ, ਹਰੇਕ ਕੋਲੇ ਵੀ ਦੱਸੋ ਕੀ ਚਾਹੀਦਾ। ਉਹ ਕਹਿੰਦੇ ਜੀ ਹੋਰ ਸਾਨੂੰ ਥੋੜਾ ਬੇਦਾਵਾ ਪੜ੍ਹ ਦਿਓ। ਗੁਰੂ ਗੋਬਿੰਦ ਸਿੰਘ ਦੇ ਬਾਰੇ ਜਿਹੜੀਆਂ ਸਾਖੀਆਂ ਸੁਣੀਆਂ ਸੀ ਵੀ ਉਹ ਕਹਿੰਦੇ ਵੀ ਇਹ ਨਾ ਮੰਗੋ, ਕੋਈ ਹੋਰ ਚੀਜ਼ ਮੰਗ ਲਓ। ਉਹ ਕਿਉਂ? ਮੈਨੂੰ ਇਹਦਾ ਕੋਈ ਸਿੰਬੋਲਿਕ ਮੀਨਿੰਗ ਦਿਖਾ ਦਿਓ ਵੀ ਕੀ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਆ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਵਾਕ ਆ ਮਹਾਰਾਜ ਦਾ, ਕਹਿੰਦਾ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਜੇ ਗੁਰੂ ਬੋਲ ਕੇ ਕਹਿੰਦਾ ਜਾਂ ਗੁਰੂ ਐਕਸ਼ਨ ਕਰਕੇ ਦੱਸਦਾ, ਉਹਦੇ ਨਾਲ ਦੇ ਉਹਦੇ ਅਰਥ ਕੱਢ ਲਓ ਜੀ। ਅਰਥ ਕੀ ਹੈਗੇ ਨੇ? ਮਹਾਂ ਸਿੰਘ ਨੇ ਨਾਤਾ ਤੋੜ ਲਿਆ। ਤੋੜ ਕੇ ਆਏ ਸੀ ਨਾ ਜੀ। ਬਿਲਕੁਲ। ਗੁਰੂ ਗੋਬਿੰਦ ਸਿੰਘ ਇਹ ਸਮਝਾਉਣਾ ਚਾਹੁੰਦੇ ਆ ਵੀ ਜਿਹੜੀ ਲਾਇਲਟੀ ਹੈ, ਵਫਾਦਾਰੀ ਹੈ, ਇਹ ਤੋੜ ਵਿਛੋੜੇ ਦਾ ਕੰਮ ਨਹੀਂ। ਕੋਈ ਟੁੱਟ ਗਈ ਫਿਰ ਖਤਮ ਹੈ। ਹਾਂ, ਉਹ ਜਦੋਂ ਬਾਰੀ ਕਹੀ ਗਿਆ, ਗੁਰੂ ਸਾਹਿਬ ਨੇ ਵੀ ਦੇਖ ਲਿਆ ਵੀ ਇਹਦੇ ਮਰਨ ਨਾਲ ਤਾਂ ਚਲੋ ਇਹ ਕੰਮ ਖਤਮ ਹੋ ਜਾਏਗਾ, ਤਾਂ ਉਹਨਾਂ ਨੇ ਉਹ ਕਾਗਜ਼ ਪਾੜਿਆ ਸੀ। ਮੇਰਾ ਆਪਣਾ ਮਨ ਕਹਿੰਦਾ, ਜੇ ਮਹਾਂ ਸਿੰਘ ਜਿਉਂਦਾ ਰਹਿ ਜਾਂਦਾ ਉਹਨੂੰ ਗੁਰੂ ਸਾਹਿਬ ਕਾਗਜ਼ ਨਹੀਂ ਸੀ ਪਾੜਨਾ ਕਦੇ ਵੀ। ਇਹ ਗੱਲਾਂ, ਇਹ ਪਾਠ ਕਿਉਂ ਨਹੀਂ ਪੜ੍ਹਦੇ? ਇਹ ਅੱਜ ਅਕਾਲੀ ਦਲ ਛੱਡ ਕੇ ਜਾ ਰਹੇ ਆ, ਕੋਈ ਸੀਟਾਂ ਹਾਰ ਗਿਆ, ਕੱਲ੍ਹ ਨੂੰ ਫੇਰ ਇਕੱਠੇ ਹੋ ਰਹੇ ਆ ਜੀ, ਕੋਈ ਸਰਕਾਰ ਬਣ ਜੇ ਕਦੇ। ਇਹ ਕੀ ਗੱਲ ਸਰ? ਇਹ ਲੋਕਾਂ ਨੂੰ ਤੁਸੀਂ ਕਿਵੇਂ ਝਾਂਸਾ ਦੇ ਰਹੇ ਹੋ? ਮੈਂ ਤਾਂ ਉਹਨਾਂ ਲੋਕਾਂ ਦੇ ਤਰਸ ਖਾਨਾ ਜਿਹੜੇ ਲੋਕ ਇਹ ਗੱਲਾਂ ਕਰਦੇ ਆ, ਲਓ ਜੀ ਅੱਡਾ ਨਰਾਲਾ ਪੰਥ ਕਿਤੇ ਛੱਡਿਆ ਤੁਸੀਂ ਯਾਰ?
ਹੁਣ ਇਹ ਗੱਲਾਂ ਤਾਂ ਚਲੋ ਅਸੀਂ ਬਹੁਤ ਕਰ ਲਈਆਂ। ਹੁਣ ਅੰਤ ਤਾਂ ਸੰਗਤ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਐਸਜੀਪੀਸੀ ਦੀਆਂ ਚੋਣਾਂ ਸਿਰ ਤੇ ਨੇ, ਜਿਹੜੇ ਅਲੱਗ-ਅਲੱਗ ਧੜੇ ਬਣੇ ਹੋਏ ਨੇ, ਜਿਹੜੇ ਐਸਜੀਪੀਸੀ ਦੀਆਂ ਚੋਣਾਂ ਲੜਨ ਵਾਲੇ ਨੇ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦਿਓ? ਉਹ ਤਾਂ ਗੁਰੂ ਸਾਹਿਬ ਹੀ ਸੁਨੇਹਾ ਦੇ ਗਏ ਨੇ, ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਈ। ਮੈਂ ਕਹਿੰਦਾ ਜਿਹੜੇ ਪੁਰਾਣੇ ਐਸਟੈਬਲਿਸ਼ਡ ਬੰਦੇ ਨੇ ਉਹਨਾਂ ਨੂੰ ਪਾਸੇ ਕਰ ਦਿਓ, ਨਵੇਂ ਸਾਰੇ ਬੰਦੇ ਨੌਜਵਾਨ ਉੱਠੋ ਔਰ ਆਪਣਾ ਇੱਕ ਰੋਡ ਮੈਪ ਤਿਆਰ ਕਰੋ। ਅਕਾਲ ਤਖਤ ਤੇ ਬੈਠ ਕੇ ਬਿਲਕੁਲ ਭੁੱਲ ਜਾਓ ਵੀ ਸਾਨੂੰ ਕੋਈ ਇਨਾਮ ਮਿਲੂਗਾ, ਅਸੀਂ ਗੱਦੀਆਂ ਤੇ ਬੈਠਾਂਗੇ। ਅਸੀਂ ਸਿਰਫ ਪੰਥ ਬਚਾਉਣ ਵਾਸਤੇ ਇੱਕ ਇਕੱਤਰਤਾ ਹੋਵੇ ਸਾਫ਼ ਹਿਰਦੇ ਨਾਲ, ਜਿਵੇਂ ਅਸੀਂ ਪਹਿਲੇ ਸਰਬੱਤ ਖਾਲਸਿਆਂ ਵੇਲੇ ਪੜ੍ਹਦੇ ਰਹੇ ਹਾਂ, ਜਦੋਂ 12 ਮਿਸਲਾਂ ਦੇ ਵੀ ਸਰਦਾਰ ਜਾਇਆ ਕਰਦੇ ਸੀ, ਉਹ ਕਹਿ ਕੇ ਜਾਇਆ ਕਰਦੇ ਸੀ ਵੀ ਅਸੀਂ ਜੋ ਮਰਜ਼ੀ ਸਾਡੀ ਮਿਸਲ ਹੋਵੇ, ਹੁਣ ਅਸੀਂ ਗੁਰੂ ਨੂੰ ਸਮਰਪਿਤ ਹੋ ਕੇ ਚੱਲੇ ਹਾਂ। ਐਂ ਡੈਡੀਕੇਟ ਹੋ ਕੇ ਬੈਠ ਕੇ ਮਸਲੇ ਕਰੋ, ਗੁਰੂ ਸਾਹਿਬ ਆਪੇ ਬਾਂਹ ਫੜਨਗੇ। ਤੁਸੀਂ ਇੱਕ ਸਪੀਚ ਵੀ ਸਰਦਾਰ ਜੀ ਦੀ ਪੜ੍ਹੀ ਹੋਣੀ ਹੈ, ਸੁਣੀ ਹੋਣੀ ਹੈ, ਉਹਨਾਂ ਦੀ ਜਿਹੜੀ ਨਿਰੰਕਾਰੀ ਕਾਂਡ ਤੇ ਬੋਲੇ ਨੇ। ਕਹਿੰਦਾ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਵੀ ਤੁਸੀਂ ਗੁਰੂ ਗੋਬਿੰਦ ਆਦੇ ਗੁਰੂ ਦੇ ਲੜ ਲੱਗੇ ਰਹੋ। ਬਿਲਕੁਲ, ਜੇ ਇਮਾਨਦਾਰੀ ਨਾਲ ਲੱਗੇ ਰਹੋ ਤਾਂ ਡੈਫੀਨੇਟਲੀ ਤੁਹਾਡੀ ਗੁਰੂ ਬਾਂਹ ਫੜੇਗਾ ਜੀ। ਬਿਲਕੁਲ ਜੀ, ਬਿਲਕੁਲ। ਕਿਉਂਕਿ ਅਗਰ ਅਸੀਂ ਗੁਰੂ ਦੇ ਲੜ ਲੱਗੇ ਹਾਂ, ਸਾਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਹੈ, ਸਾਨੂੰ ਆਪਣੇ ਖਸਮ ਤੇ ਆਪਣੇ ਪਿਓ ਤੇ ਪੂਰਾ ਭਰੋਸਾ ਹੈ, ਤਾਂ ਕਦੀ ਹੋ ਹੀ ਨਹੀਂ ਸਕਦਾ ਵੀ ਸਾਡਾ ਪਿਓ ਸਾਡਾ ਖਸਮ ਸਾਨੂੰ ਕਿਸੇ ਗਲਤ ਰਾਹ ਦੇ ਉੱਤੇ ਤੋੜ ਦੇਵੇ। ਪਰ ਹਾਂ, ਜੇਕਰ ਅਸੀਂ ਆਪਣੇ ਪਿਓ ਨੂੰ ਵੇਚਣ ਤੇ ਆ ਗਏ ਹਾਂ, ਜੇਕਰ ਅਸੀਂ ਉਹਦੀ ਬੋਲੀ ਲਾ ਰਹੇ ਹਾਂ, ਜੇਕਰ ਅਸੀਂ ਜਿਹੜਾ ਗੁਰੂ ਨੇ ਸਾਨੂੰ ਘਰ ਦਿੱਤਾ ਹੈ, ਜਿਹੜਾ ਸਾਡੇ ਪਿਓ ਨੇ ਸਾਨੂੰ ਦਰ ਦਿੱਤਾ ਹੈ, ਉਹਦੀ ਅਸੀਂ ਬੋਲੀ ਲਾ ਰਹੇ ਹਾਂ, ਉਹਦੇ ਵਿੱਚ ਘੁਸਪੈਠ ਆਪ ਕਰਵਾ ਰਹੇ ਹਾਂ, ਤਾਂ ਫਿਰ ਅਜਿਹਾ ਪਿਓ ਤੁਹਾਡੇ ਸਿਰ ਤੋਂ ਹੱਥ ਆਪਣਾ ਚੱਕੇਗਾ ਹੀ ਚੱਕੇਗਾ। ਫਿਰ ਜਿੰਨਾ ਮਰਜ਼ੀ ਉਹਦਾ ਨਾਮ ਧਿਆ ਲਓ, ਜਿੰਨੇ ਮਰਜ਼ੀ ਮਤਲਬ ਉਹਦੇ ਗੁਣ ਗਾ ਲਓ, ਜਿੰਨੇ ਮਰਜ਼ੀ ਤੁਸੀਂ ਜਾ ਕੇ ਇਸ਼ਨਾਨ ਕਰ ਲਓ, ਜਿੰਨੇ ਮਰਜ਼ੀ ਚਲੀਏ ਭੁਗਤਾ ਲਓ, ਉਹ ਸਭ ਦਿਖਾਵਾ ਰਹੂਗਾ। ਤੇ ਧਾਮੀ ਸਾਹਿਬ, ਅੰਤ ਤਾਂ ਮੈਂ ਇਹੀ ਕਹਾਂਗਾ, ਤੁਸੀਂ ਜੋ ਗੱਲਾਂ ਕਹੀਆਂ ਕਾਫੀ ਹੱਦ ਤੱਕ ਉਹ ਵਾਜਬ ਵੀ ਸੀਗੀਆਂ। ਬਿਲਕੁਲ ਪੰਥ ਉੱਤੇ ਹਮਲਾ ਹੈ, ਪਰ ਇਹ ਹਮਲਾ ਪੰਥ ਉੱਤੇ 103 ਸਾਲ 'ਚ ਪਹਿਲਾਂ ਨਹੀਂ ਹੈ। ਪੰਥ ਉੱਤੇ ਇਸ ਤੋਂ ਪਹਿਲਾਂ ਸੈਂਕੜੇ ਹਮਲੇ ਹੋਏ ਨੇ, ਤੁਹਾਨੂੰ ਗਿਣਾ ਦਿੱਤੇ ਨੇ। ਮੈਂ ਗਿਣਤੀ ਦੇ ਹਮਲੇ ਤੁਹਾਨੂੰ ਗਿਣਾਏ ਨੇ, ਬਹੁਤ ਸਾਰੇ ਹਮਲੇ ਨੇ ਜਿਹੜੇ ਨਹੀਂ ਗਿਣਾਏ। ਜੇਕਰ ਪੰਜਾਬ ਦੇ ਪੰਜਾਬੀਆਂ ਉੱਤੇ ਕੋਈ ਵੀ ਹਮਲਾ ਹੁੰਦਾ ਹੈ ਤਾਂ ਉਹ ਪੰਥ ਦੇ ਉੱਤੇ ਹੀ ਹਮਲਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਯਾਦ ਕਰ ਲਓ, ਇਸੇ ਧਰਤੀ ਦਾ ਸੀ। ਹਿੰਦੂ, ਮੁਸਲਿਮ, ਸਿੱਖ, ਈਸਾਈ, ਬੋਧੀ, ਜੈਨੀ ਕੋਈ ਵੀ ਉੱਤੇ ਹੁੰਦਾ ਸੀ, ਕਿਸੇ ਇੱਕ ਤੇ ਵੀ ਹਮਲਾ ਹੋ ਜਾਂਦਾ ਸੀ ਤਾਂ ਉਹਨਾਂ ਨੂੰ ਲੱਗਦਾ ਸੀ ਮੇਰੇ ਪੰਥ ਤੇ ਹਮਲਾ ਆ, ਕਿਉਂਕਿ ਉਹਨਾਂ ਦੀ ਛਤਰਛਾਇਆ 'ਚ ਸੀ ਉਹ। ਤੇ ਹੁਣ ਅਗਰ ਪੰਜਾਬ ਦੇ ਵਿੱਚ ਤੁਸੀਂ ਬੈਠੇ ਹੋ, ਤੁਸੀਂ ਉਸ ਅਕਾਲ ਤਖਤ ਦੀ ਜ਼ਿੰਮੇਵਾਰੀ ਸਾਂਭੇ ਹੋਏ ਹੋ, ਤੇ ਤੁਸੀਂ ਸਮਝਦੇ ਹੋ ਵੀ ਤੁਸੀਂ ਬਹੁਤ ਵੱਡੇ ਪੰਥਕ ਹੋ, ਤੁਸੀਂ ਐਸਜੀਪੀਸੀ ਦੇ ਪ੍ਰਧਾਨ ਹੋ, ਇੱਕ ਅਕਾਲ ਤਖਤ ਦਾ ਪ੍ਰਧਾਨ ਹੈ, ਜਥੇਦਾਰ ਹੈ, ਤੇ ਤੁਸੀਂ ਜ਼ਿੰਮੇਵਾਰੀ ਸਮਝਦੇ ਹੋ ਪੰਥ ਨੂੰ ਇਕੱਠਾ ਕਰਕੇ ਚੱਲਣ ਦੀ, ਤਾਂ ਫਿਰ ਪੰਥ ਨੂੰ ਇਕੱਠਾ ਕਰਕੇ ਚੱਲੋ। ਇੱਕ ਪਰਿਵਾਰ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕਰੋ, ਉਹਨਾਂ ਦੇ ਕੋਲ ਪੰਥ ਦਾ ਵਪਾਰ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕਰੋ, ਜੋ ਬਹੁਤ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੈ। ਫਿਰ ਤੁਹਾਡੇ ਨੇੜੇ ਤੇੜੇ ਜਿਹੜਾ 200 ਮੈਂਬਰ ਤੁਸੀਂ ਇਕੱਠਾ ਕਰੀ ਬੈਠੇ ਨਾ, ਉਹੀ ਤੁਹਾਨੂੰ ਸਲਾਮ ਕਰੂਗਾ। ਪੰਥ ਬਾਹਰ ਕੱਲ੍ਹ ਵੀ ਤੁਹਾਨੂੰ ਤੁਤਕਾਰਦਾ ਸੀ, ਅੱਗੇ ਵੀ ਤੁਤਕਾਰੇਗਾ ਹੀ। ਮੇਰੀਆਂ ਗੱਲਾਂ ਬੁਰੀਆਂ ਲੱਗੀਆਂ ਹੁਣ ਹੱਥ ਬੰਨ੍ਹ ਕੇ ਮਾਫੀਆ, ਪਰ ਇਹ ਕੁਝ ਉਹ ਕੌੜੇ ਸੱਚ ਨੇ ਜਿਹੜੇ ਤੁਸੀਂ ਚੰਗੀ ਤਰ੍ਹਾਂ ਅਗਰ ਸਮਝ ਲਓ, ਪੱਲੇ ਪਾ ਲਓ। ਕਿਉਂਕਿ ਮੇਰੇ ਤੋਂ ਬਹੁਤ ਵੱਡੇ ਹੋ ਉਮਰ 'ਚ ਸਾਰੇ, ਮੇਰੇ ਤੋਂ ਜ਼ਿਆਦਾ ਬੁੱਧੀਮਾਨ ਹੋ ਤੁਸੀਂ ਗੁਰੂ ਰਾਮਦਾਸ ਦੀ ਗੋਦੀ 'ਚ ਬੈਠੇ ਹੋ, ਪਰ ਫਿਰ ਵੀ ਪਤਾ ਨਹੀਂ ਕਿਉਂ ਦਿਲ ਨੂੰ ਦੁੱਖ ਹੁੰਦਾ ਹੈ ਕਿ ਉਸ ਗੁਰੂ ਦੀ ਗੋਦੀ ਦੇ ਵਿੱਚ ਬਹਿ ਕੇ ਵੀ ਕਿਉਂ ਤੁਹਾਡੀਆਂ ਅੱਖਾਂ ਤੇ ਪਰਦਾ ਪਿਆ ਆ, ਜਾਂ ਕਿਉਂ ਖੋਪੇ ਲੱਗੇ ਆ। ਜਿੱਦਾਂ ਪ੍ਰੋਫੈਸਰ ਸਾਹਿਬ ਨੇ ਕਿਹਾ, ਵਕੀਲ ਸਾਹਿਬ ਨੇ ਕਿਹਾ ਵੀ ਉਹ ਖੋਪੇ ਲਾ ਲਓ, ਸਿਰਫ ਸਾਹਮਣੇ ਨਾ ਦੇਖੋ। ਸੱਜੇ ਖੱਬੇ ਵੀ ਸਾਡਾ ਪੰਥ ਹੈ, ਉਹ ਵੀ ਕੁਝ ਉਮੀਦ ਰੱਖਦਾ ਹੈ ਤੁਹਾਡੇ ਤੋਂ, ਪ੍ਰਧਾਨਾਂ ਤੋਂ, ਜਥੇਦਾਰਾਂ ਤੋਂ। ਰਬੜ ਸਟੈਂਪਾਂ ਨਾ ਬਣੋ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਵੱਧ ਘੱਟ ਬੋਲਿਆ ਗਿਆ ਹੋਵੇ, ਹੱਥ ਬੰਨ੍ਹ ਕੇ ਮਾਫੀਆ ਜੀ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਨਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।